ਰੇਤਾ ਦਾ ਕਾਰੋਬਾਰ ਵੀ ਤੁਸੀਂ ਸਾਂਭ ਲਓ, ਜਿੰਨੇ ਪੋਲੀਟੀਸ਼ੀਅਨ ਜਿਹੜੀਆਂ ਵੀ ਪਾਰਟੀਆਂ ਵਾਲੇ ਜਿਹੜੀ ਵੀ ਸਰਕਾਰ ਲੈ ਕੇ ਆਉਂਦੇ ਨੇ, ਸ਼ਰਾਬ ਦਾ ਵੀ ਤੁਸੀਂ ਸਾਂਭ ਲਓ, ਟਰਾਂਸਪੋਰਟਾਂ ਵੀ ਤੁਸੀਂ ਸਾਂਭ ਲਓ। ਆਹ ਲੋਕਾਂ ਦੀਆਂ ਛੋਟੀਆਂ ਦੁਕਾਨਾਂ ਨੇ ਇਹ ਵੀ ਤੁਹਾਨੂੰ ਦਿੱਤੀਆਂ, ਆਪਣੇ ਇਹਦੇ ਉੱਤੇ ਤੁਸੀਂ ਰਿਸੀਵਰ ਬਿਠਾ ਦਿਓ। ਸਾਨੂੰ ਤਾਂ ਫਿਰ ਵੈਸੇ ਹੀ ਖਰਚਾ ਦੇ ਦਿਆ ਕਰੋ ਜਿਸ ਹਿਸਾਬ ਨਾਲ ਤੁਸੀਂ ਸਾਨੂੰ ਮੰਗਤੇ ਬਣਾਈ ਜਾਂਦੇ ਹੋ। ਕੋਈ ਕਹਿੰਦਾ ਮੈਂ ਆਟਾ ਦਊਂਗਾ, ਕੋਈ ਕਹਿੰਦਾ ਮੈਂ ਬਿਜਲੀ ਦਊਂਗਾ, ਕੋਈ ਕਹਿੰਦਾ ਮੈਂ ਦਾਲ ਦਊਂਗਾ, ਕੋਈ ਕਹਿੰਦਾ ਮੈਂ ਤੁਹਾਨੂੰ ਮਤਲਬ ਕੈਸ਼ ਪੈਸੇ ਦਊਂਗਾ। ਮਤਲਬ ਸਾਨੂੰ ਭਿਖਾਰੀ ਕਿਉਂ ਬਣਾਉਂਦੇ ਹੋ ਯਾਰ? ਤੁਸੀਂ ਦੱਸੋ ਖਤਮ ਕਿਵੇਂ ਹੋਊਗਾ? ਤੁਸੀਂ ਸਾਰਿਆਂ ਦੇ ਵਿੱਚ ਰਹੇ ਹੋ। ਅਕਾਲੀ ਦਲ ਦੀ ਸਰਕਾਰ ਵੇਲੇ ਵੀ ਕਿਹਾ, ਵੱਡੇ ਲੀਡਰਾਂ ਤੇ ਇਲਜ਼ਾਮ ਲੱਗੇ, ਤੇ ਕਾਂਗਰਸ ਆਈ ਆ ਹੁਣ ਉਹ ਕਹਿ ਰਹੀ ਆ, ਜਦੋਂ ਚੰਨੀ ਸਾਹਿਬ ਕਹਿੰਦੇ ਜਦੋਂ ਸਾਨੂੰ ਮੌਕਾ ਮਿਲਿਆ, ਸਿੱਧੂ ਸਾਹਿਬ ਕਹਿੰਦੇ ਆ ਚੱਕੋ ਅਸੀਂ ਮਜੀਠੀ ਤੇ ਪਰਚਾ ਦਿੱਤਾ ਤੇ ਮਜੀਠੀਆ ਫਰਾਰ ਆ, ਜ਼ਮਾਨਤ ਵੀ ਨਹੀਂ ਮਿਲੀ, ਇਸ ਤਾਂ ਕਾਰਵਾਈ ਕਰਤੀ। ਉਹ ਕਹਿੰਦੇ ਕੈਪਟਨ ਨੇ ਕਾਰਵਾਈ ਨਹੀਂ ਕੀਤੀ। ਮੈਨੂੰ ਅੱਜ ਮਜੀਠੀਆ ਤੁਸੀਂ ਫੜ ਕੇ ਅੰਦਰ ਦੇ ਦਿਓ ਜੀ, ਫਿਰ ਪੰਜਾਬ ਦੇ ਬੱਚੇ ਕੀ ਗਰੰਟੀ ਹੈ ਜੀ ਨਸ਼ਾ ਕਰਨ ਵੜ ਜਾਣਗੇ? ਅੱਜ ਜੇ ਮਜੀਠੀਏ ਦੇ ਮੇਰੇ ਖਿਆਲ ਉਹ ਭਗੌੜਾ ਹੈ, ਉਹ ਭੱਜਿਆ ਹੋਇਆ, ਤੇ ਕੀ ਪੰਜਾਬ ਦੇ ਵਿੱਚ ਨਸ਼ਾ ਨਹੀਂ ਆ ਰਿਹਾ? ਆਹ ਸਾਡੇ ਸ਼ਹਿਰ ਦੇ ਵਿੱਚ ਇੱਕ MLA ਆ ਇੰਦਰਬੀਰ ਬੁਲਾਰੀਆ, ਜੋ ਮਜੀਠੀਏ ਨੇ ਕੀਤਾ ਸੇਮ ਉਹਦੇ ਨਾਲ ਸੀਗਾ। ਉਹੋ ਹੀ ਜਿਹੜੇ ਸਮਗਲਰ ਨੇ, ਉਹ ਸੱਤਾ ਪਿੰਦੀ ਇਹਦੇ ਨਾਲ ਫੋਟੋਆਂ ਸੀਗੀਆਂ, ਉਹ ਸ਼ਰਾਬ ਵੀ ਪੀਂਦੇ ਸੀਗੇ, ਉਹ ਸਾਰਾ ਕੁਝ ਮਤਲਬ ਕਰਦੇ ਸੀਗੇ। ਮਜੀਠੀਆ ਮੇਰਾ ਖਿਆਲ ਵੀ ਨਾਨ ਵੈਜੀਟੇਰੀਅਨ ਬੰਦਾ, ਜਿੰਨਾ ਕੁ ਮੈਂ ਉਹਨੂੰ ਜਾਣਦਾ, ਉਹ ਸ਼ਰਾਬ ਨਹੀਂ ਪੀਂਦਾ। ਸ਼ਰਾਬ ਇਹਦੇ ਨਾਲ ਉਹ ਪੀਂਦੇ ਰਹੇ, ਫੋਟੋਆਂ ਉਹਨਾਂ ਨਾਲ ਵੀ ਆਈਆਂ ਨੇ, ਫਿਰ ਉਹਨਾਂ ਦੇ ਉੱਤੇ ਪਰਚੇ ਕਿਉਂ ਨਹੀਂ ਦਿੱਤੇ ਜਾ ਰਹੇ? ਮਤਲਬ ਰੋਜ਼ ਹੀ ਜਾਗਰ ਹੁੰਦੀਆਂ ਨੇ ਨਾ ਇੱਥੇ, ਜਿਹਦਾ ਜ਼ੋਰ ਚੱਲਦਾ ਉਹ ਦੂਜੇ ਨੂੰ ਠੋਕ ਦਿੰਦਾ, ਉਹ ਆਉਣਗੇ ਉਹਨੂੰ ਠੋਕ ਦੇਣਗੇ। ਤੁਸੀਂ ਬੁਲਾਰੀਏ ਤੇ ਵੀ ਗੰਭੀਰ ਇਲਜ਼ਾਮ ਲਾ ਰਹੇ ਹੋ, ਤੁਹਾਡੇ ਤੇ ਮਾਮਲਾ ਦਰਜ ਕਰਾ ਸਕਦੇ ਮਾਨਹਾਨੀ ਦਾ? ਮੈਂ ਕਿਹਾ ਜੀ ਸਦਕੇ ਕਰਾਉਣ। ਬੀਜੇਪੀ ਦੇ ਵਿੱਚ ਉਹ ਜਾ ਰਹੇ ਨੇ ਕਿ ਅਮਿਤ ਸ਼ਾਹ ਨੇ ਉਹਨਾਂ ਨੂੰ ਕਿਹਾ ਕਿ ਜਾਂ ਬੀਜੇਪੀ ਤੇ ਜਾਂ ਜੇਲ੍ਹ। ਲੋਕਾਂ ਦਾ ਕੰਟਰੋਲ ਨਹੀਂ ਸੀ, ਮਤਲਬ ਗੁਰੂ ਗ੍ਰੰਥ ਸਾਹਿਬ ਨਾਲ ਉਹਨਾਂ ਦੀਆਂ ਫੀਲਿੰਗਸ ਇੰਨੀਆਂ ਜ਼ਿਆਦਾ ਮਤਲਬ ਜੁੜੀਆਂ ਸੀ, ਮਤਲਬ ਇੱਜ਼ਤ ਇੰਨੀ ਸੀਗੀ ਕਿ ਉਸ ਬੰਦੇ ਨੂੰ ਗੁੱਸੇ ਨਾਲ ਮਾਰ ਦਿੱਤਾ ਗਿਆ। ਸਾਰੇ ਆਗੂ ਸਟੇਟਮੈਂਟ ਦੇ ਰਹੇ ਨੇ, ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਵੀ, ਤੇ ਅੱਗੋਂ ਵੀ ਇੱਦਾਂ ਸੌਦਾ ਲਾਇਆ ਜਾਊਗਾ। ਮਤਲਬ ਇਹ ਤੁਸੀਂ ਤੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕਰੋ ਨਾ। ਬੰਬ ਬਲਾਸਟ ਹੋ ਗਏ ਕਿਤੇ ਨਾ ਕਿਤੇ, ਜਿਹੜੇ ਮਤਲਬ ਹਿੰਦੂ ਭਾਈਚਾਰੇ ਦੇ ਲੋਕ ਨੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ ਤੇ ਉਹ ਕਹਿਣਗੇ ਕਿ ਯਾਰ ਬੀਜੇਪੀ ਦੇ ਹੱਥਾਂ 'ਚ ਪੰਜਾਬ ਜਿਹੜਾ ਉਹ ਸੇਫ ਹੋਣਾ ਚਾਹੀਦਾ ਹੈ। ਇਹ ਮਤਲਬ ਸਿਰਫ ਵੋਟ ਬੈਂਕ ਦੀਆਂ ਖਬਰਾਂ। ਅੱਜ ਇਸ਼ੂ ਇਹ ਨਹੀਂ ਸੀ ਹੈਗੇ ਕਿ ਇੱਥੇ ਬਲਾਸਟ ਹੋਣਾ ਚਾਹੀਦਾ ਸੀਗਾ, ਉੱਥੇ ਬੇਅਦਬੀ ਹੋਣੀ ਚਾਹੀਦੀ ਸੀ। ਇਹ ਇਲੈਕਸ਼ਨ ਦੇ ਦਿਨ ਸੀਗੇ, ਲੋਕਾਂ ਹਿਸਾਬ ਮੰਗਣਾ ਸੀਗਾ ਕਿ ਯਾਰ ਸਾਡੇ ਲਈ ਕੀ ਕੀਤਾ, ਸਾਡੇ ਬੱਚਿਆਂ ਕੋਲ ਪੜ੍ਹਨ ਲਈ ਸਕੂਲ ਨਹੀਂ ਹੈਗੇ, ਸਾਡਾ ਬਜ਼ੁਰਗ ਬਿਮਾਰ ਹੋ ਜਾਏ ਤੇ ਹਸਪਤਾਲ ਦੇ ਵਿੱਚ ਮਤਲਬ ਦਵਾਈ ਨਹੀਂ ਹੈਗੀ, ਸਰਕਾਰੀ ਇਲਾਜ ਨਹੀਂ ਹੈਗਾ, ਅਸੀਂ ਕਿਤੇ ਜਾਣਾ ਹੋਵੇ ਤਾਂ ਤੁਹਾਡੀਆਂ ਬੱਸਾਂ ਦੀ ਹਾਲਤ ਖਸਤਾ ਹੈ। ਮਤਲਬ ਇਸ਼ੂ ਤੇ ਇਹ ਸੀਗੇ, ਤੇ ਸਾਨੂੰ ਇਹਨਾਂ ਇਸ਼ੂਜ਼ ਦੇ ਵਿੱਚ ਦੇਖੋ ਇਲੈਕਸ਼ਨ ਦੇ ਦਿਨ ਆ ਗਏ ਨੇ ਤੇ ਇਹਨਾਂ ਚੁਲਝ ਗਏ ਆ ਵੀ ਕਿਤੇ ਬੇਅਦਬੀ ਹੋ ਰਹੀ ਹੈ, ਕਿਤੇ ਬਲਾਸਟ ਹੋ ਰਿਹਾ। ਤੇ ਇਹੋ ਜਿਹੀਆਂ ਘਟਨਾਵਾਂ ਮੈਨੂੰ ਤਾਂ ਲੱਗਦਾ ਪੰਜਾਬ ਦੇ ਵਿੱਚ ਹੋਰ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਮੈਂ ਤਾਂ ਇੱਕ ਦਿਨ ਇਹ ਕਿਹਾ ਸੀਗਾ ਕਿ ਰਾਜਾ ਵੜਿੰਗ ਜਦੋਂ ਅੰਮ੍ਰਿਤਸਰ ਆ ਰਹੇ ਆ, ਜਦੋਂ GM ਬੱਸਾਂ ਵਾਲੇ ਨੂੰ ਪਤਾ ਹੋਵੇ ਵੀ ਮੇਰਾ ਜਿਹੜਾ ਮੰਤਰੀ ਉਹ ਬੜਾ ਸਫਾਈ ਪਸੰਦ ਹੈ ਯਾਰ, ਫਿਰ ਤੇ ਉਹਨੂੰ ਉੱਥੇ ਲਿਫਾਫਾ ਕੋਈ ਛੱਡਣਾ ਹੀ ਨਹੀਂ ਚਾਹੀਦਾ। ਜੇ ਤੁਹਾਡੀ ਇੰਨੀ ਦਹਿਸ਼ਤ ਹੀ ਨਹੀਂ ਕਿ ਮੰਤਰੀ ਨੂੰ ਤੁਹਾਡਾ ਇੰਨਾ ਰੋਹ ਵੀ ਨਹੀਂ, ਤੁਹਾਡਾ ਇੰਨਾ ਕੰਟਰੋਲ ਹੀ ਨਹੀਂ, ਤੁਹਾਨੂੰ ਆ ਕੇ ਆਪ ਕੂੜਾ ਚੁੱਕਣਾ ਪੈ ਰਿਹਾ। ਕੈਮਰੇ ਨਾਲ ਲੈ ਕੇ ਆਉਂਦੇ ਨੇ, ਕੱਲ੍ਹ ਕੇਜਰੀਵਾਲ ਕੋ ਗਏ ਨੇ, ਉਹਨੇ ਵੀ ਕਿਹਾ ਹੁੰਦਾ ਕੈਮਰਾ ਤੂੰ ਭਰਾਵਾ ਨਾਲ ਲੈ ਕੇ ਆਇਆ। ਮਤਲਬ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਬਣਨੀਆਂ, ਲੋਕਾਂ ਨੂੰ ਕੀ ਪਸੰਦ ਹੈ ਇਹ ਵੇਖਣਾ, ਇਹਦੇ ਨਾਲ ਰਿਜ਼ਲਟ ਨਹੀਂ ਮਿਲ ਰਿਹਾ। ਇੱਥੇ ਹਰ ਟਰਾਂਸਪੋਰਟ ਜਿਹੜਾ ਮੰਤਰੀ ਹੈ ਉਹਦੀਆਂ ਬੱਸਾਂ ਨੇ, ਹੈ ਨਾ। ਜੇ ਕੋਈ ਮਤਲਬ ਹੈਲਥ ਦਾ ਮਿਨਿਸਟਰ ਹੈ ਤੇ ਉਹਦਾ ਕਿਤੇ ਪ੍ਰਾਈਵੇਟ ਹਸਪਤਾਲ ਚੱਲਦਾ, ਜੇ ਕੋਈ ਐਜੂਕੇਸ਼ਨ ਮਿਨਿਸਟਰ ਹੈ ਤੇ ਉਹਦੇ ਆਪਣੇ ਪ੍ਰਾਈਵੇਟ ਸਕੂਲ ਚੱਲਦੇ ਨੇ। ਇੱਥੇ ਤੇ ਇਹ ਹਾਲਾਤ ਬਣੇ ਨੇ ਯਾਰ, ਮਤਲਬ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਚਾਹੀਦਾ। ਜਦੋਂ ਤੁਸੀਂ ਆਪਣਾ ਹੀ ਸਾਰਾ ਕੁਝ ਵੇਖਣਾ, ਇਸ ਤੋਂ ਵੱਡੀ ਮਿਸਾਲ ਹੁਣ ਤੁਸੀਂ ਕੀ ਲਓਗੇ? ਮਤਲਬ ਵਿੱਤ ਮੰਤਰੀ ਨੂੰ ਇਹਦੇ ਬਦਲੇ ਅਸਤੀਫਾ ਨਹੀਂ ਦੇਣਾ ਚਾਹੀਦਾ ਕਿ ਯਾਰ ਤੂੰ ਫਾਈਨਾਂਸ ਮਿਨਿਸਟਰ ਹੈ, ਤੂੰ ਲੋਕਾਂ ਦੇ ਉੱਤੇ ਕੰਟਰੋਲ ਕਰਨਾ, ਤੂੰ ਫਾਈਨਾਂਸ ਦੇ ਮਤਲਬ ਫਾਰਮੂਲੇ ਜਿਹੜੇ ਲੈ ਕੇ ਆਉਣੇ ਨੇ ਉਹ ਲਾਗੂ ਕਰਾਉਣੇ ਨੇ, ਤੇ ਤੁਸੀਂ ਆਪ ਹੀ ਨਹੀਂ ਟੈਕਸ ਦੇ ਰਹੇ, ਤੇ ਫਿਰ ਸਾਡੇ ਲੋਕਾਂ ਕੋਲ ਕਾਹਦਾ ਟੈਕਸ ਮੰਗਦੇ? ਕਿਸੇ ਵੀ ਪਾਰਟੀ ਨੇ ਤੁਸੀਂ ਦੇਖੋ, ਕਿਸੇ ਸਿੰਗਰ ਨੂੰ ਲੈ ਰਹੀ ਹੈ, ਕੋਈ ਸੈਲੀਬ੍ਰਿਟੀ ਨੂੰ ਲੈ ਰਹੀ ਹੈ, ਕੋਈ ਪਾਰਟੀ ਇਹ ਐਲਾਨ ਕਰ ਰਹੀ ਹੈ ਯਾਰ ਕਿ ਅਸੀਂ ਐਜੂਕੇਸ਼ਨ ਮਿਨਿਸਟਰ ਬਣਾਉਣਾ, ਆਹ ਬੰਦਾ ਸਰਕਾਰੀ ਸਕੂਲ 'ਚ ਟੀਚਰ ਰਿਹਾ, ਆਪਣੀ ਅੱਧੀ ਤਨਖਾਹ ਵੀ ਸਕੂਲ ਦੇ ਉੱਤੇ ਲਾਉਂਦਾ ਰਿਹਾ, ਤੇ ਇਹਨੂੰ ਅਸੀਂ ਟਿਕਟ ਦੇ ਕੇ ਜਿਤਾ ਕੇ ਤੇ MLA ਬਣਾਉਣਾ। ਕੋਈ ਪਾਰਟੀ ਇਹ ਕਹਿ ਰਹੀ ਹੈ ਵੀ ਆਹ ਸਰਕਾਰੀ ਡਾਕਟਰ ਰਿਹਾ, ਇਹਨੇ ਇੰਨੀ ਸੇਵਾ ਕੀਤੀ ਹੈ, ਔਰ ਇਸ ਤੋਂ ਬਾਅਦ ਜੇ ਸਾਡੀ ਚੋਣ ਹੁੰਦੀ ਅਸੀਂ ਇਹਨੂੰ MLA ਲੜਾ ਕੇ ਤੇ ਇਹਨੂੰ ਅਸੀਂ ਹੈਲਥ ਮਿਨਿਸਟਰ ਬਣਾਉਣਾ। 3 ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਪੁਲਿਸ ਵਾਲਿਆਂ ਨੂੰ ਕਹਿ ਰਹੇ ਤੇਰੀ ਪੈਂਟ ਗਿੱਲੀ ਕਰ ਦੂੰਗਾ ਮੈਂ, ਫਲਾਣਾ ਕਰ ਦੂੰਗਾ ਮੇਰਾ ਬੰਦਾ। ਇਹ ਗੱਲਾਂ ਨੇ ਯਾਰ ਤੁਸੀਂ ਇਹ ਦੇਖਦੇ ਹੋ ਕਿ ਪਬਲਿਕ ਕਾਹਦੇ ਨਾਲ ਖੁਸ਼ ਹੁੰਦੀ ਹੈ? ਪੁਲਿਸ ਵਾਲੇ ਕਿਸੇ ਦੇ ਚਲਾਨ ਕਰਦੇ ਨੇ, ਬਹੁਤ ਪੁਲਿਸ ਵਾਲੇ ਕਿਸੇ ਨਾਲ ਧੱਕਾ ਵੀ ਕਰਦੇ ਨੇ, ਤੇ ਤੁਸੀਂ ਥੱਲੇ ਬੋਲੇ ਸੋਨੇਵਾਲ ਦੇ ਨਾਅਰੇ ਲਵਾਉਣੇ ਨੇ। ਅੱਜ ਸੁਖਬੀਰ ਬਾਦਲ ਆਏ ਨੇ, ਉਹ ਵੀ ਪੁਲਿਸ ਨੂੰ ਗਾਲਾਂ ਕੱਢ ਰਹੇ ਨੇ। ਮਤਲਬ ਮੈਂ ਉਹਨਾਂ ਪੁਲਿਸ ਵਾਲਿਆਂ ਨੂੰ ਕਹਿੰਦਾ ਲਾਹਨਤ ਹੈ ਯਾਰ ਤੁਹਾਡੇ ਤੇ, ਜਿਹੜੇ ਇਹਨਾਂ ਨਾਲ ਤੁਸੀਂ ਰਫਲਾਂ ਚੁੱਕ ਕੇ ਤੁਰੇ ਫਿਰਦੇ ਹੋ। ਕਿਉਂ ਨਹੀਂ ਇਹਨਾਂ ਦਾ ਬਾਈਕਾਟ ਕਰਦੇ ਵੀ ਭਾਈ ਅਸੀਂ ਤੁਹਾਡੀ ਨੌਕਰੀ ਨਹੀਂ ਕਰਨੀ? ਕੋਈ ਜ਼ਮੀਰ ਤੇ ਜਗਾਓ ਯਾਰ ਤੁਸੀਂ ਆਪਣਾ।
ਇਹੋ ਹੀ ਲੋਕ ਤੁਹਾਨੂੰ ਗਾਲਾਂ ਕੱਢਦੇ ਨੇ, ਇਹਨਾਂ ਦੀ ਤੁਸੀਂ ਚਾਕਰੀ ਕਰ ਰਹੇ ਹੋ, ਇਹਨਾਂ ਨੂੰ ਤੁਸੀਂ ਲੋਕਾਂ ਦੇ ਰੋਹ ਤੋਂ ਬਚਾ ਰਹੇ ਹੋ, ਇਹਨਾਂ ਨੂੰ ਲੋਕਾਂ ਦੇ ਛੱਤਰਾਂ ਤੋਂ ਬਚਾ ਰਹੇ ਹੋ। ਇਹਨਾਂ ਨੂੰ ਮਾਨ ਮਰਿਆਦਾ ਤੇ ਸਿਖਾਓ ਨਾ ਬੋਲਣ ਦੀ। ਮੈਂ ਵੀ ਬੜਾ ਗਰਮ ਬੋਲਦਾ, ਪਰ ਤੁਸੀਂ ਕਿਸੇ ਦਾ ਮਤਲਬ ਪਰਿਵਾਰਕ ਜਾਂ ਉਹਦੀ ਡਿਗਨਿਟੀ ਨੂੰ, ਉਹਦੀ ਇਮੇਜ ਨੂੰ ਤੁਸੀਂ ਲੈ ਕੇ ਤੁਸੀਂ ਇਹਨਾਂ ਨਾ ਤੁਸੀਂ ਕਿਸੇ ਨੂੰ ਮਤਲਬ ਡਿਮੋਰਲਾਈਜ਼ ਕਰੋ ਕਿ ਤੁਸੀਂ, ਤੁਹਾਨੂੰ ਸੋਚ ਸਮਝ ਕੇ ਪੋਲੀਟੀਸ਼ੀਅਨ ਨੂੰ ਬੋਲਣਾ ਚਾਹੀਦਾ। ਇਹ ਪੋਲੀਟੀਸ਼ੀਅਨ ਬੋਲਦੇ ਹੀ ਉਹ ਨੇ ਕਿ ਜਿਹਦੇ ਨਾਲ ਬਸ ਥੱਲਿਓਂ ਬੋਲੇ ਸੋਹਣੇ ਹਾਲ ਸੁਣਨਾ ਵੀ ਉਹਦੇ ਵਿੱਚ ਕੋਈ ਗੰਦ ਬੋਲ ਦਿਓ, ਉਹਦੇ ਵਿੱਚ ਕੋਈ ਮਾੜਾ ਬੋਲ ਦਿਓ। ਉਹ ਰਾਜੇ ਦੇ ਦਰਬਾਰ 'ਚ ਗਾਉਂਦੇ ਨੇ, ਰਾਜਾ ਬੜਾ ਖੁਸ਼ ਹੁੰਦਾ। ਉਹ ਉਹਨਾਂ ਨੂੰ ਕੀ ਕਹਿੰਦਾ ਕਿ ਤੁਹਾਨੂੰ ਹੀਰੇ ਜਵਾਹਰਾਤ ਦਿੱਤੇ, ਆ ਫਲਾਣੀ ਚੀਜ਼ ਦਿੱਤੀ, ਟਮਕਾਣੀ ਚੀਜ਼ ਦਿੱਤੀ। ਮਤਲਬ ਅੱਜ ਜਿੱਦਾਂ ਇਹ ਲਾਰੇ ਲਾ ਰਹੇ ਨੇ, ਇੰਨੀਆਂ ਚੀਜ਼ਾਂ ਗਿਣਾ ਦਿੱਤੀਆਂ ਜਾਂਦੀਆਂ, ਤੁਹਾਨੂੰ ਦਿੱਤੀਆਂ ਤੇ ਤੁਹਾਨੂੰ ਪਹੁੰਚ ਜਾਣਗੀਆਂ। ਉਹ 15 ਦਿਨ ਵੇਟ ਕਰਦੇ ਨੇ, ਜਿਤਨਾ ਅਸੀਂ ਪੰਜਾਬ ਦੀ ਜਨਤਾ ਕਰਦੇ ਆ। ਉਹ 20 ਦਿਨ ਵੇਟ ਕਰਦੇ ਨੇ, ਮਹੀਨਾ ਕਰਦੇ ਨੇ। ਅਖੀਰ ਉਹ ਰਾਜੇ ਦੇ ਦਰਬਾਰ 'ਚ ਜਾਂਦੇ ਨੇ ਵੀ ਮਹਾਰਾਜ ਤੁਸੀਂ ਤੇ ਸਮਾਨ ਕਿਹਾ ਸੀਗਾ ਤੇ ਆਇਆ ਕੁਛ ਵੀ ਨਹੀਂ। ਕਹਿੰਦਾ ਕਿਹੜਾ ਸਮਾਨ ਹੋਏ? ਉਦੋਂ ਚੋਣਾਂ ਹੋ ਜਾਂਦੀਆਂ ਨਾ, ਇਹ ਜਿੱਤ ਜਾਂਦੇ ਹੋ। ਕਹਿੰਦਾ ਕਿਹੜਾ ਸਮਾਨ? ਕਹਿੰਦਾ ਤੁਸੀਂ ਕਿਹਾ ਜੀ ਹੀਰੇ ਜਵਾਹਰਾਤ ਤੁਹਾਨੂੰ ਦੇਵਾਂਗੇ, ਤੁਸੀਂ ਖੁਸ਼ ਹੋ ਗਏ ਗੱਲ ਕਹੀ ਸੀ। ਕਹਿੰਦਾ ਯਾਰ ਜੋ ਤੁਸੀਂ ਬੋਲਿਆ ਉਹ ਮੇਰੇ ਕੰਨਾਂ ਨੂੰ ਚੰਗਾ ਲੱਗਾ, ਮੈਂ ਉਹ ਕਹਿਤਾ ਜੋ ਤੁਹਾਡੇ ਕੰਨਾਂ ਨੂੰ ਚੰਗਾ ਲੱਗਾ। ਲੈਣ ਦੇਣ ਨੂੰ ਕੀ ਰਹਿ ਗਿਆ ਆਪਣੇ ਵਿੱਚ? ਮਤਲਬ ਉਹ ਹਾਲਾਤ ਸਾਡੇ ਚੋਣਾਂ ਤੋਂ ਬਾਅਦ ਨਾ ਹੋ ਜਾਣ ਵੀ ਦਿੱਤਾ ਕੁਛ ਵੀ ਨਾ ਜਾਵੇ ਤੇ ਗਣਾ ਇੰਨਾ ਕੁਝ ਦਿੱਤਾ। ਬੰਦੇ ਪਲੈਨਿੰਗ ਕਰ ਲੈਂਦੇ ਨੇ ਯਾਰ। ਮੈਂ ਕਿਹਾ ਸੀ ਜਿਹੜੀ ਪਾਰਟੀ ਚੋਣ ਮੈਨੀਫੈਸਟੋ ਲੈ ਕੇ ਆਉਂਦੀ, ਜਿਵੇਂ ਇਹ ਲੈ ਕੇ ਆਉਂਦੇ ਨੇ, ਜੇ ਉਹਨੂੰ ਪੂਰਾ ਨਹੀਂ ਕਰਦੀ ਤੇ ਪਬਲਿਕ ਦੀਆਂ ਫੀਲਿੰਗਸ ਦੇ ਨਾਲ ਖਿਲਵਾੜ ਹੈ। ਇਹਨਾਂ ਦੇ ਉੱਤੇ ਕੋਈ 295 ਜਾਂ ਜਿਹੜਾ ਧਾਰਾ ਬਣਦੀ ਉਹਦੇ ਉੱਤੇ 420 ਦਾ ਪਰਚਾ ਦਰਜ ਹੋਣਾ ਚਾਹੀਦਾ, ਔਰ ਉਸ ਤੋਂ ਬਾਅਦ ਉਹਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ ਕਿ ਤੂੰ ਚੋਣ ਨਹੀਂ ਲੜ ਸਕਦਾ। ਤੇ ਜੇ ਉਹ ਆਪਣੇ 5 ਸਾਲਾਂ 'ਚ ਉਹਨੂੰ ਨਾ ਪੂਰਾ ਕਰੇ ਤਾਂ ਉੱਤੇ ਪਾਬੰਦੀ ਲਾਓ। ਪਰ ਕੋਈ ਲੈ ਕੇ ਕਾਨੂੰਨ ਆਉਣ ਨੂੰ ਤਿਆਰ ਨਹੀਂ। ਜਿਹੜਾ ਮਰਜ਼ੀ ਜੋ ਮਰਜ਼ੀ ਝੂਠ ਕੈਲੰਡਰ ਤੇ ਛਾਪ ਕੇ ਦੇ ਦਿੰਦਾ, ਮੈਂ ਆਹ ਦੇਵਾਂਗਾ ਆਹ ਦੇਵਾਂਗਾ, ਉਹਦੇ ਉੱਤੇ ਉਹਦੀ ਕੋਈ ਜਵਾਬਦੇਹੀ ਨਹੀਂ ਹੈਗੀ। ਤੁਸੀਂ ਚੋਣ ਲੜ ਰਹੇ ਹੋ ਇਸ ਵਾਰ? ਦੇਖੋ, ਮੈਂ ਅੱਗੇ ਵੀ ਬਾਰ-ਬਾਰ ਇਹ ਗੱਲ ਕਹੀ ਆ, ਮੈਂ ਕੋਈ ਮੁੱਕਰਦਾ ਨਹੀਂ, ਮੈਂ ਸਿਆਸੀ ਬੰਦਾ, ਮੈਂ ਲੜਨਾ ਚਾਹੁੰਦਾ। ਪਰ ਕੋਈ ਚੰਗਾ ਪਲੇਟਫਾਰਮ, ਚੰਗੇ ਸੁਹਿਰਦ ਮੈਨੂੰ ਤੇ ਹੁਣ ਨਾ ਕਿਸੇ ਪਾਰਟੀ ਚੱਲ ਜਾਣਾ ਚਾਹੀਦਾ ਸੀ। ਸਾਰੇ ਮੈਨੂੰ ਅਪਰੋਚ ਕੀਤੀ, ਪਰ ਕੇਵਲ ਲਾਰਿਆਂ ਦੇ ਨਾਲ ਕੱਲ੍ਹ ਨੂੰ ਮੈਂ ਚੋਣ ਜਿੱਤ ਵੀ ਜਾਣਾ, ਇਹੋ ਵਾਅਦੇ ਲੋਕ ਮੇਰੇ ਕੋਲੋਂ ਵੀ ਜਵਾਬ ਮੰਗਣਗੇ। ਜੇ ਕੱਲ੍ਹ ਨੂੰ ਮੈਨੂੰ ਜਵਾਬ ਨਾ ਦਿੱਤੇ ਗਏ ਤਾਂ ਫਿਰ ਜਿੰਨੀ ਕੁ ਮੈਨੂੰ ਇੱਜ਼ਤ ਲੋਕ ਦਿੰਦੇ ਨੇ, ਮੈਂ ਉਹਦੇ ਨਾਲ ਹੀ ਸੰਤੁਸ਼ਟ ਹਾਂ। ਪੰਜਾਬ ਦੇ ਵਿੱਚ ਵਾਅਦਿਆਂ ਦਾ, ਐਲਾਨਾਂ ਦਾ, ਗਰੰਟੀਆਂ ਦਾ ਦੌਰ ਚੱਲ ਰਿਹਾ। ਇਹ ਸਾਰੇ ਦੌਰ ਨੂੰ ਮਨਦੀਪ ਸਿੰਘ ਮੰਨਾ ਕਿਵੇਂ ਦੇਖਦੇ ਨੇ? ਅੱਜ ਗੱਲਬਾਤ ਕਰਨ ਦੇ ਲਈ ਪਹੁੰਚਿਆ ਮਨਦੀਪ ਸਿੰਘ ਮੰਨਾ ਜੀ ਦੇ ਨਾਲ। ਮਨਦੀਪ ਸਿੰਘ ਜੀ, ਧੰਨਵਾਦ ਤੁਹਾਡਾ ਬਹੁਤ ਸਾਰਾ ਤੁਸੀਂ ਸਮਾਂ ਦਿੱਤਾ। ਧੰਨਵਾਦ ਜੀ, ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ। ਦਿਲ ਦੀਆਂ ਗਹਿਰਾਈਆਂ। ਜਿਸ ਤਰ੍ਹਾਂ ਮੈਂ ਗੱਲ ਕੀਤੀ ਆ ਕਿ ਕੋਈ ਵਾਅਦੇ ਕਰ ਰਿਹਾ, ਕੋਈ ਐਲਾਨ ਕਰ ਰਿਹਾ, ਕੋਈ ਗਰੰਟੀਆਂ ਦੇ ਰਿਹਾ, ਕਿਵੇਂ ਦੇਖਦੇ ਹੋ ਸਾਰੇ ਦੌਰ ਨੂੰ? ਇਹ ਜੇ ਦੇਖਿਆ ਜਾਵੇ ਤੇ ਪੰਜਾਬੀਆਂ ਨੂੰ, ਸਾਨੂੰ ਤੇ 70 ਸਾਲਾਂ ਤੋਂ ਹੀ, ਮੇਰੀ ਤੇ ਚਲੋ ਉਮਰ 45 ਸਾਲ ਹੈ, ਜੋ ਸੁਣਦੇ ਆਏ ਆ, ਇਹਨਾਂ ਆਦਤਾਂ ਜਿਹੜੀਆਂ ਸਾਨੂੰ ਇਹ ਪਈਆਂ ਨੇ, ਲਾਰੇ। ਮਤਲਬ ਹਰ ਵਾਰ ਤੁਸੀਂ ਦੇਖਿਆ ਜਾਵੇ 5-7 ਇਲੈਕਸ਼ਨਾਂ ਤੇ ਮੇਰੀ ਹੋਸ਼ ਦੇ ਵਿੱਚ ਹੋ ਗਈਆਂ ਵਿਧਾਨ ਸਭਾ ਦੀਆਂ, ਕਿ ਜੋ ਵੀ ਚੋਣ ਮੈਨੀਫੈਸਟੋ ਦੇ ਵਿੱਚ ਆਉਂਦਾ, ਜੋ ਵੀ ਵਾਅਦੇ ਕੀਤੇ ਜਾਂਦੇ ਨੇ, ਕਦੀ ਵੀ ਕਿਸੇ ਨੇ 5 ਸਾਲਾਂ ਦੇ ਵਿੱਚ ਪੂਰੇ ਨਹੀਂ ਕੀਤੇ। ਅੱਜ ਜਿੰਨੇ ਮਰਜ਼ੀ ਕੋ ਦਮਕ ਜੇ ਮਾਰੀ ਜਾਵੇ ਕਿ ਮੈਂ 80% ਵਾਅਦੇ ਪੂਰੇ ਕਰਤੇ ਨੇ, ਕੋਈ ਕਵੇ ਮੈਂ 90% ਕਰਤੇ ਨੇ, ਤੇ ਬਹਿ ਕੇ ਵੇਖਿਆ ਜਾਵੇ ਛੋਟੀਆਂ ਚੀਜ਼ਾਂ ਦੇ ਵਾਅਦੇ ਗਿਣਾਏ ਜਾਂਦੇ ਨੇ। ਵਾਅਦੇ ਤੇ ਉਹ ਨੇ ਜਿਹੜੇ ਮੇਜਰ, ਜਿਹਦੇ ਨਾਲ ਲੋਕਾਂ ਨੂੰ ਕੋਈ ਸਹੂਲਤਾਂ ਮਿਲਣੀਆਂ ਨੇ, ਲੋਕਾਂ ਨੂੰ ਕੋਈ ਰਿਲੀਫ ਮਿਲਣੀ ਹੈ, ਲੋਕਾਂ ਦਾ ਕੋਈ ਕਾਰੋਬਾਰ ਚੱਲਣਾ ਹੈ, ਲੋਕਾਂ ਨੂੰ ਕੋਈ ਰੁਜ਼ਗਾਰ ਮਿਲਣਾ, ਉਹ ਵਾਅਦੇ ਤੇ ਕਿਸੇ ਵੱਲੋਂ ਵੀ ਪੂਰੇ ਨਹੀਂ ਕੀਤੇ ਗਏ। ਸੋ ਸਾਡਾ ਜਿਹੜਾ ਪੰਜਾਬੀਆਂ ਦਾ ਯਕੀਨ ਹੈ, ਮਤਲਬ ਉਹ ਇਸ ਵੇਲੇ ਚੁੱਕਿਆ ਪਿਆ, ਕਿਸੇ ਦੇ ਉੱਤੇ ਵੀ ਨਹੀਂ ਹੈਗਾ। ਹਾਂ, ਲਾਰੇ ਸੁਣਨ ਦੇ ਮਿਲ ਰਹੇ ਆ। ਚੰਨੀ ਸਾਹਿਬ ਨੇ, ਉਹ ਵੀ ਮੇਰਾ ਖਿਆਲ ਆ ਵੀ ਇੱਕ ਤੋਂ ਇੱਕ ਐਲਾਨ ਹੋਈ ਜਾਂਦਾ। ਤੇ ਲੋਕ, ਤੁਸੀਂ ਦੇਖੋ ਕਿ ਲੋਕਾਂ ਦੇ ਵਿੱਚ ਜਿੰਨੇ ਵੱਡੇ ਐਲਾਨ ਹੁੰਦੇ ਨੇ, ਲੋਕਾਂ 'ਚ ਇੱਕ ਬਹੁਤ ਵੱਡਾ ਰਿਸਪੌਂਸ ਹੋਣਾ ਚਾਹੀਦਾ ਮੁੱਖ ਮੰਤਰੀ ਨੂੰ ਕਿ ਆ ਹੋ ਗਿਆ। ਕੋਈ ਲੋਕ ਉਹਦੇ ਤੇ ਭਰੋਸਾ ਕਰ ਹੀ ਨਹੀਂ ਰਹੇ। ਹਾਂ, ਕੇਜਰੀਵਾਲ ਆ ਰਹੇ ਨੇ, ਉਹ ਵੀ ਦੇ ਗਰੰਟੀ ਤੇ ਗਰੰਟੀ। ਮਤਲਬ ਤੁਸੀਂ ਕਿਸ ਚੀਜ਼ ਦੀਆਂ ਗਰੰਟੀਆਂ ਦੇ ਰਹੇ ਹੋ? ਸਾਨੂੰ ਸੋਰਸ ਕੋਈ ਨਹੀਂ ਦੱਸਦਾ। ਮੈਂ ਅੱਗੇ ਵੀ ਉਹਨਾਂ ਦੇ ਬੰਦਿਆਂ ਨਾਲ 2-3 ਵਾਰੀ ਬਹਿਸ ਕੀਤੀ ਹੈ ਕਿ ਕੋਈ ਸੋਰਸ ਤੇ ਦੱਸੋ ਨਾ। ਉਹ ਕਹਿੰਦੇ ਜੀ ਨਹੀਂ, ਉਹਨਾਂ ਕੋਲ ਪਲਾਨ ਹੈਗਾ, ਇੰਨੀ ਕਰਪਸ਼ਨ ਰੁਕ ਜਾਏਗੀ, ਡਿਵੈਲਪਮੈਂਟ ਦੇ ਵਿੱਚ ਹੁੰਦੀ ਹੈ। ਜਿੰਨੀ ਉਹ ਕਰਪਸ਼ਨ ਰੋਕਣ ਦੀਆਂ ਗੱਲਾਂ ਕਰਦੇ ਨੇ, ਇੰਨੀ ਤਾਂ ਟੋਟਲ ਡਿਵੈਲਪਮੈਂਟ ਨਹੀਂ ਹੈਗੀ। ਮਤਲਬ ਤੁਸੀਂ ਸਾਨੂੰ ਕੋਈ ਦੱਸੋ ਤੇ ਸਹੀ ਨਾ, ਠੋਸ ਗੱਲ ਦੱਸੋ। ਤੇ ਅਸੀਂ ਪੰਜਾਬੀ ਤੇ ਅੱਗੇ ਹੀ ਮਤਲਬ ਬੈਠੇ ਹਾਂ ਕਿਸੇ ਝਾਕ ਦੇ ਵਿੱਚ, ਕੋਈ ਆ ਕੇ ਸਾਡੀ ਬਾਹ ਫੜੇ, ਕੋਈ ਸਾਡੇ ਸਿਰ ਦਾ ਸਾਈਂ ਬਣੇ, ਸਿਰਫ ਉਹ ਵੀ ਗਰੰਟੀਆਂ ਕਰੀ ਜਾਂਦੇ। ਕੋਈ ਸਮਾਨ ਥੋੜੀ, ਕੋਈ ਪੱਖੇ ਕੂਲਰ ਵੇਚ ਰਹੇ ਆ ਵੀ ਇੰਨੇ ਆਹ ਗਰੰਟੀ ਹੈ। ਮਤਲਬ ਸੁਹਿਰਦਤਾ ਦੇ ਨਾਲ ਜੇ ਪੰਜਾਬੀਆਂ ਨੂੰ ਕੋਈ ਮਿਲਣਾ ਚਾਹੀਦਾ, ਤੇ ਮੈਨੂੰ ਲੱਗ ਨਹੀਂ ਰਿਹਾ। ਹੋ ਸਕਦਾ ਉਹ ਆ ਜਾਣ ਅੱਗੋਂ, ਕੋਈ ਵਾਅਦੇ ਪੂਰੇ ਵੀ ਕਰ ਦੇਣ, ਕਿਉਂਕਿ ਫਿਲਹਾਲ ਸਾਡਾ ਮਨ ਹੀ ਟੁੱਟਾ ਪਿਆ ਕਿ ਜਿਹੜਾ ਆਉਂਦਾ ਮਤਲਬ ਸਾਨੂੰ ਪੰਜਾਬੀ ਦੇ ਵਿੱਚ ਖਿੱਚ ਕੇ ਤੇ ਗਾਂਹ ਜਾਂਦਾ। ਜੀ। ਤੇ ਤੁਸੀਂ 2022 ਦੇ ਚੋਣ ਨਤੀਜਿਆਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਚੋਣਾਂ ਦੇ ਨਤੀਜੇ ਇਸ ਵਾਰ ਕੀ ਰਹਿਣ ਵਾਲੇ ਨੇ? ਤੇ ਦੂਜੇ ਪਾਸੇ ਬੀਜੇਪੀ ਦਾ ਢੀਂਡਸਾ ਗਰੁੱਪ ਤੇ ਕੈਪਟਨ ਦੇ ਨਾਲ ਅਲਾਈਅੰਸ ਹੋ ਗਿਆ, ਰਸਮੀ ਐਲਾਨ ਵੀ ਉਸਦਾ ਹੋ ਗਿਆ। ਤੇ ਅਕਾਲੀ ਦਲ ਕਹਿੰਦਾ ਸਾਡੀ ਸਰਕਾਰ ਪੱਕੀ ਆ, ਸੁਖਬੀਰ ਬਾਦਲ ਮੁੱਖ ਮੰਤਰੀ ਬਣਨ ਜਾ ਰਹੇ ਨੇ। ਤੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਇਸ ਵਾਰ ਸਭ ਦਾ ਸਫਾਇਆ ਹੋ ਜਾਣਾ। ਮੁੱਖ ਮੰਤਰੀ ਤੇ ਇੱਕ ਹੀ ਬਣਨਾ ਜੀ। ਤੇ ਮੁੱਖ ਮੰਤਰੀ ਤੇ ਕੋਈ ਬਹੁਤੇ ਬਣ ਨਹੀਂ ਸਕਦੇ। ਇੱਕ ਹੀ, ਹਰ ਸੂਬੇ ਦਾ ਇੱਕ ਹੀ ਮੁੱਖ ਮੰਤਰੀ ਤੇ ਦੇਸ਼ ਦਾ ਇੱਕ ਹੀ ਪ੍ਰਧਾਨ ਮੰਤਰੀ ਹੋਣਾ।
ਸੁਖਬੀਰ ਕਹਿ ਰਿਹਾ ਮੈਂ ਬਣਨਾ, ਕੇਜਰੀਵਾਲ ਕਹਿ ਰਹੇ ਸੀ ਸਰਕਾਰ ਬਣਾਉਣੀ ਆ ਬੀਜੇਪੀ ਦੀ ਸਟੇਟਮੈਂਟ ਤੁਸੀਂ ਸੁਣਦੇ ਹੋ, ਕਹਿੰਦੇ ਜੀ ਅਸੀਂ ਮਤਲਬ 117 ਸੀਟਾਂ ਤੇ ਲੜ ਰਹੇ ਆ ਔਰ ਫੁੱਲ ਮੈਜੋਰਟੀ ਨਾਲ ਆ ਰਹੇ ਆ। ਚੰਨੀ ਸਾਹਿਬ ਕਹਿ ਰਹੇ ਮੈਂ ਬਣ ਰਿਹਾ। ਮਤਲਬ ਪਬਲਿਕ ਵੀ ਇਹ ਨਤਾਰਾ ਨਹੀਂ ਕਰ ਸਕੀ। ਤੁਸੀਂ ਇੱਕ ਚੀਜ਼ ਦੇਖੋ, ਮੈਂ ਕੱਲ ਵੀ ਕਿਸੇ ਨਾਲ ਗੱਲ ਕਰਦਾ ਸੀਗਾ ਕਿ ਇਹ ਦਿਨ ਜਿਹੜੇ ਹੁੰਦੇ ਨੇ ਨਾ, ਮਤਲਬ ਦਸੰਬਰ ਜਨਵਰੀ, ਜਦੋਂ ਇਲੈਕਸ਼ਨ ਦੇ ਵਿੱਚ ਮਹੀਨਾ ਰਹਿ ਜਾਂਦਾ, 1.5 ਮਹੀਨਾ ਰਹਿ ਜਾਂਦਾ, ਲੋਕ ਆਪਣਾ ਮਨ ਬਣਾ ਲੈਂਦੇ ਨੇ। ਲੋਕ ਖੁੱਲ ਕੇ ਪੋਲੀਟੀਸ਼ੀਅਨ ਦੇ ਨਾਲ ਤੁਰਨਾ ਸ਼ੁਰੂ ਕਰ ਦਿੰਦੇ ਨੇ ਵੀ ਲੈ ਭਾਈ ਹੁਣ ਮਹੀਨੇ ਦੀ ਗੱਲ ਹੈ, ਕੋਈ ਡਰ ਭਾਵ ਮਨ ਦੇ ਵਿੱਚੋਂ ਲਾ ਦਿੰਦੇ ਨੇ। ਕੋਈ ਵੀ ਪਬਲਿਕ ਦਾ ਵੀ ਬੰਦਾ ਕਿਸੇ ਨਾਲ ਖੁੱਲ ਕੇ ਗੱਲ ਹੀ ਨਹੀਂ ਕਰ ਰਿਹਾ, ਕਿਸੇ ਨਾਲ ਖੁੱਲ ਕੇ ਚੱਲ ਹੀ ਨਹੀਂ ਰਿਹਾ। ਇਟ ਮੀਨਸ ਵੀ ਪਬਲਿਕ ਇਹਨਾਂ ਦੋਵਾਂ ਲੋਕਾਂ ਨੂੰ ਹੀ ਪਸੰਦ ਨਹੀਂ ਕਰ ਰਹੀ, ਤੀਜਾ ਕੋਈ ਬਦਲ ਲੱਭ ਰਹੀ ਹੈ। ਮੈਂ ਵੀ ਮੰਨਦਾ ਕਿ ਤੀਜਾ ਬਦਲ ਜਿਹੜਾ ਪੰਜਾਬ ਦੇ ਵਿੱਚ ਆਉਣਾ ਚਾਹੀਦਾ ਸੀ, ਕਿਉਂਕਿ ਇਹ ਅਕਾਲੀ ਕਾਂਗਰਸੀ, ਮੈਂ ਪਾਰਟੀ ਨੂੰ ਮਾੜਾ ਨਹੀਂ ਕਹਿੰਦਾ, ਜਿਹੜੇ ਇਹਨਾਂ ਦੇ ਮਤਲਬ ਲੋਕ ਸੀਗੇ ਉਹ ਕੋਈ ਚੋਰ ਨਹੀਂ, ਉਹ ਡਾਕੂ ਸੀਗੇ, ਡਾਕੂ। ਤੇ ਜੇ ਕੋਈ ਹੁਣ ਨਵੇਂ ਆਉਣਗੇ ਤੇ ਹੋ ਸਕਦਾ ਉਹ ਜੇਬ ਕਤਰੇ ਆਉਣਗੇ, ਥੋੜਾ ਬਹੁਤਾ ਸਾਡਾ ਲਿਹਾਜ਼ ਕਰਨਗੇ, ਕਿਉਂਕਿ ਇਹਨਾਂ ਦੀਆਂ ਤੇ ਜਿੰਨੀ ਲਾਲਸਾ ਉਹ ਖਤਮ ਹੀ ਨਹੀਂ ਹੋ ਰਹੀ। ਅਸੀਂ ਵੀ ਲੋਕ ਕੋਈ ਬਦਲ ਲੱਭ ਰਹੇ ਹਾਂ, ਪਰ ਬਦਲ ਕੋਈ ਠੋਸ ਮਿਲੇ ਤੇ ਅਸੀਂ ਲੋਕ ਉਹਦੇ ਨਾਲ ਤੁਰਨ ਨੂੰ ਤਿਆਰ ਹਾਂ। ਇਹ ਕੁਝ ਨਹੀਂ ਕਿਹਾ ਜਾ ਸਕਦਾ ਕਿ ਅੱਜ ਪੰਜਾਬ ਦੇ ਲੋਕਾਂ ਨੇ ਕਿਹਦੇ ਵੱਲ ਮਨ ਬਣਾਇਆ ਹੋਇਆ। ਤੁਸੀਂ ਜਿਨ੍ਹਾਂ ਨੂੰ ਚੋਰ ਡਾਕੂ ਕਿਹਾ, ਤੁਸੀਂ ਸਭ ਦੇ ਨਾਲ ਹੀ ਰਹੇ ਹੋ, ਤੇ ਤੁਸੀਂ ਆਉਣ ਵਾਲੇ ਸਮੇਂ 'ਚ ਬਦਲ ਕੀ ਦੇਖੋ? ਜਿਹੜੇ ਬਦਲ ਦੀ ਤੁਸੀਂ ਗੱਲ ਕਰਦੇ ਹੋ, ਬਦਲ ਕੀ ਹੋ ਸਕਦਾ ਫਿਰ ਪੰਜਾਬ ਦੀ ਬਿਹਤਰੀ ਦੇ ਲਈ? ਮੇਰਾ ਇੱਕ ਮੰਨਣਾ ਹੈ ਜੀ, ਤੀਜਾ ਬਦਲ ਜ਼ਰੂਰ ਆਉਣਾ ਚਾਹੀਦਾ ਸੀਗਾ, ਚਾਹੇ ਉਹ ਝਾੜੂ ਦੇ ਰੂਪ 'ਚ ਹੁੰਦਾ, ਚਾਹੇ ਮਤਲਬ ਕਿਸੇ ਹੋਰ ਪਾਰਟੀ 'ਚ, ਕਿਸਾਨਾਂ ਨੇ ਕੱਲ ਪਾਰਟੀ ਬਣਾ ਲਈ ਉਹਦੇ ਰੂਪ ਦੇ ਵਿੱਚ ਹੁੰਦਾ। ਪਰ ਮੈਨੂੰ ਇੱਕ ਗਿਲਾ ਝਾੜੂ ਵਾਲਿਆਂ ਨਾਲ ਵੀ ਹੈਗਾ ਕਿ 4.5 ਸਾਲ ਤੋਂ ਮਤਲਬ ਪੌਣੇ 5 ਸਾਲ ਹੋ ਗਏ ਕਾਂਗਰਸ ਦੀ ਸਰਕਾਰ ਨੂੰ, ਤੁਹਾਨੂੰ 20-22 ਦੇ ਕਰੀਬ ਲੋਕਾਂ ਨੇ ਸੀਟਾਂ ਦਿੱਤੀਆਂ ਸੀਗੀਆਂ, ਔਰ ਪੰਜਾਬ ਦੀ ਲੜਾਈ ਤੁਹਾਡੇ ਐਮਐਲਏ ਲੜੀ ਨਹੀਂ। ਜਿਸ ਮਤਲਬ ਤਰੀਕੇ ਉਹਨਾਂ ਨੂੰ ਗੂੰਜਣਾ ਚਾਹੀਦਾ ਸੀਗਾ, ਤੁਸੀਂ ਇੱਕ ਆਸ ਦੇ ਵਿੱਚ ਬੈਠੇ ਰਹੇ ਕਿ ਲੋਕ ਅਕਾਲੀ ਕਾਂਗਰਸੀਆਂ ਦੇ ਉਲਟ ਨੇ ਔਰ ਕਿਤੇ ਨਾ ਕਿਤੇ ਇਹਨਾਂ ਦੇ ਵਿਰੋਧ ਹੋ ਕੇ ਉਹ ਸਾਨੂੰ ਚੁਣ ਹੀ ਲੈਣਗੇ। ਤੁਸੀਂ ਮਤਲਬ ਸਾਡੇ ਇਮੋਸ਼ਨਸ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ। ਤੁਸੀਂ 4.5 ਸਾਲ ਲੜਦੇ ਤੇ ਸਹੀ, ਪੰਜਾਬ 'ਚ ਕਿਹੜੇ ਘਪਲਿਆਂ ਦੇ ਉੱਤੇ ਤੁਸੀਂ ਖੁੱਲ ਕੇ ਲੜਾਈ ਲੜੀ, ਜਾਂ ਕਿਹੜੇ ਤੁਸੀਂ ਮਤਲਬ ਉਹ ਘਪਲੇ ਰੋਕੇ ਜਾਂ ਕੱਢੇ? ਅੱਜ ਲੋਕਾਂ ਨੇ ਤੁਹਾਨੂੰ ਮੌਕਾ ਦੇਣਾ ਸੀਗਾ। ਅੱਜ ਮੇਰੇ ਖਿਆਲ ਬੀਜੇਪੀ ਨੇ ਐਂਟਰੀ ਮਾਰ ਲਈ, ਉਹ ਵੀ ਫੁੱਲ ਮੈਜੋਰਟੀ ਦੇ ਵਿੱਚ। ਕਿਸਾਨਾਂ ਦੇ 3 ਬਿੱਲ ਉਹਨਾਂ ਮਾਫ ਕੀਤੇ। ਕਿਤੇ ਨਾ ਕਿਤੇ ਉਹ ਵੀ ਪੰਜਾਬ ਨੂੰ ਛੱਡਣਾ ਨਹੀਂ ਚਾਹੁੰਦੇ। ਹੁਣ ਵੀ ਮੇਰੇ ਖਿਆਲ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਆ ਰਹੇ ਨੇ, ਵੱਡੇ ਕੋ ਐਲਾਨ ਕਰਕੇ ਜਾਣਗੇ ਪੰਜਾਬ ਲਈ। ਮੈਂ ਪੰਜਾਬ ਦੀ ਜਨਤਾ ਨੂੰ ਇੱਕ ਗੱਲ ਜ਼ਰੂਰ ਕਹਿਣਾ ਕਿ ਤੁਸੀਂ ਆਪਣਾ ਫਾਇਦਾ ਨੁਕਸਾਨ ਵੇਖ ਕੇ ਇਹ ਨਾ ਸੋਚੋ ਮੇਰੀ ਗਲੀ 'ਚ ਆ ਖਲੋਤਾ ਹੈ, ਮੇਰੇ ਮਹੱਲੇ ਦਾ ਖਲੋਤਾ, ਮੇਰਾ ਰਿਸ਼ਤੇਦਾਰ ਹੈ, ਉਹਨੇ ਮੈਨੂੰ ਕਹਿ ਦਿੱਤਾ। ਇੱਕ ਵੋਟ ਦੇ ਉੱਤੇ ਤੁਹਾਡਾ ਭਵਿੱਖ ਟਿਕਿਆ ਯਾਰ। ਜਦੋਂ ਇਹ ਤੁਸੀਂ ਕਿਸੇ ਗਲਤ ਹੱਥਾਂ ਦੇ ਵਿੱਚ ਪਾ ਦਿੰਦੇ ਹੋ, ਗਲਤ ਪਾਰਟੀ ਨੂੰ ਪਾ ਦਿੰਦੇ ਹੋ, 5 ਸਾਲ ਤੁਹਾਡੇ ਕੋਲ ਕੋਈ ਚਾਰਾ ਨਹੀਂ ਹੁੰਦਾ ਸਿਵਾਏ ਸੋਸ਼ਲ ਮੀਡੀਆ ਤੇ ਗਾਲਾਂ ਕੱਢਣ ਤੋਂ, ਸਿਵਾਏ ਮਤਲਬ ਖੁੰਡਾਂ 'ਚ ਬਹਿ ਕੇ ਚਰਚਾ ਕਰਨ ਤੋਂ। ਤੁਸੀਂ ਉੱਥੇ ਹੀ ਗਾਲਾਂ ਕੱਢ ਸਕਦੇ ਹੋ। ਤੁਹਾਡੇ ਕੋਲ ਕੋਈ ਬਦਲ ਹੀ ਨਹੀਂ ਹੈਗਾ ਕਿ ਅਸੀਂ ਇਹਨਾਂ ਨੂੰ ਦੁਬਾਰਾ ਲਾ ਸਕੀਏ। ਸੋ ਮੇਰੀ ਬੇਨਤੀ ਹੈ ਕਿ ਜਿਸ ਵੀ ਪਾਰਟੀ ਨੇ, ਸਾਰੀਆਂ ਦਾ ਵੈਲਕਮ ਹੈ। ਮੈਂ ਤੁਹਾਨੂੰ ਕਹਿੰਦਾ ਕੀ ਅਕਾਲੀ ਹੈ, ਕੀ ਕਾਂਗਰਸੀ ਹੈ, ਕੀ ਬੀਜੇਪੀ ਹੈ, ਕੀ ਝਾੜੂ ਵਾਲੇ ਨੇ ਤੇ ਕੀ ਕਿਸਾਨ ਨੇ, ਸਾਰਿਆਂ ਦਾ ਵੈਲਕਮ ਹੈ। ਪਰ ਇੱਕ ਪਲਾਨ ਤੇ ਦੱਸੋ ਨਾ, ਇੱਕ ਰੋਡ ਮੈਪ ਤੇ ਦੱਸੋ ਨਾ ਕਿ ਯਾਰ ਆਹ ਅਸੀਂ ਕੰਮ ਕਰਾਂਗੇ, ਆਹ ਅਸੀਂ ਵਾਅਦੇ ਕਰ ਰਹੇ ਹਾਂ, ਇਹਦਾ ਸੋਰਸ ਅਸੀਂ ਆਹ ਪੈਦਾ ਕੀਤਾ, ਆਹ ਪੈਦਾ ਕਰਾਂਗੇ, ਇਸ ਸੋਰਸ ਤੋਂ ਅਸੀਂ ਆਹ ਵਾਅਦਾ ਪੂਰਾ ਕਰਾਂਗੇ। ਜੋ ਮਰਜ਼ੀ ਕੋਈ 1000 ਦੀ ਗਰੰਟੀ ਦਿੰਦਾ ਹੈ, ਕੋਈ 2000 ਰੁਪਇਆ ਕਹੀ ਜਾਂਦਾ, ਕੋਈ ਮਤਲਬ ਸਾਰਾ ਕੁਝ ਹੀ ਤੁਸੀਂ ਮਾਫ ਕਰੀ ਜਾਂਦੇ ਹੋ। ਦੇਣਾ ਕਿੱਥੋਂ ਹੈ? ਪੰਜਾਬ ਦਾ ਕਾਰੋਬਾਰ ਕਿੱਥੋਂ ਚੱਲਣਾ? ਤੇ ਮੈਂ ਤੇ ਅੱਗੇ ਇੱਕ ਦਿਨ ਕਿਹਾ ਸੀਗਾ, ਮੈਂ ਕਿਹਾ ਯਾਰ ਸਾਰਾ ਕੁਝ ਹੀ ਬੰਦ ਕਰ ਦਿਓ ਸਾਡਾ। ਰੇਤਾ ਦਾ ਕਾਰੋਬਾਰ ਵੀ ਤੁਸੀਂ ਸਾਂਭ ਲਓ, ਜਿੰਨੇ ਪੋਲੀਟੀਸ਼ੀਅਨ ਹੋ, ਜਿਹੜੀਆਂ ਵੀ ਪਾਰਟੀਆਂ ਵਾਲੇ, ਜਿਹੜੀ ਵੀ ਸਰਕਾਰ ਲੈ ਕੇ ਆਉਂਦੇ ਨੇ। ਸ਼ਰਾਬ ਦਾ ਵੀ ਤੁਸੀਂ ਸਾਂਭ ਲਓ, ਟਰਾਂਸਪੋਰਟਾਂ ਵੀ ਤੁਸੀਂ ਸਾਂਭ ਲਓ। ਆਹ ਲੋਕਾਂ ਦੀਆਂ ਛੋਟੀਆਂ ਦੁਕਾਨਾਂ ਨੇ ਵੀ ਤੁਹਾਨੂੰ ਦਿੱਤੀਆਂ, ਆਪਣੇ ਇਹਦੇ ਉੱਤੇ ਤੁਸੀਂ ਰਿਸੀਵਰ ਬਿਠਾ ਦਿਓ। ਸਾਨੂੰ ਤਾਂ ਫਿਰ ਵੈਸੇ ਹੀ ਖਰਚਾ ਦੇ ਦਿਆ ਕਰੋ ਜਿਸ ਹਿਸਾਬ ਨਾਲ ਤੁਸੀਂ ਸਾਨੂੰ ਮੰਗਤੇ ਬਣਾਈ ਜਾਂਦੇ ਹੋ। ਕੋਈ ਕਹਿੰਦਾ ਮੈਂ ਆਟਾ ਦਊਂਗਾ, ਕੋਈ ਕਹਿੰਦਾ ਮੈਂ ਬਿਜਲੀ ਦਊਂਗਾ, ਕੋਈ ਕਹਿੰਦਾ ਮੈਂ ਦਾਲ ਦਊਂਗਾ, ਕੋਈ ਕਹਿੰਦਾ ਮੈਂ ਤੁਹਾਨੂੰ ਮਤਲਬ ਕੈਸ਼ ਪੈਸੇ ਦਊਂਗਾ। ਮਤਲਬ ਸਾਨੂੰ ਭਿਖਾਰੀ ਕਿਉਂ ਬਣਾਉਂਦੇ ਹੋ ਯਾਰ? ਤੁਸੀਂ ਇਹ ਕਹਿੰਦੇ ਹੋ ਭਗਵੰਤ ਮਾਨ ਕਹਿੰਦੇ ਲੋਕਾਂ ਦਾ ਪੈਸਾ ਟੈਕਸ ਦੇ ਰੂਪ ਦੇ ਵਿੱਚ ਸਰਕਾਰ ਕੋਲੇ ਆਉਂਦਾ, ਅਸੀਂ ਜੇ ਲੋਕਾਂ ਨੂੰ ਦੇ ਦਿੰਦੇ ਆ, ਐਲਾਨ ਕਰ ਰਹੇ ਹਾਂ, ਤਾਂ ਹਰਜ ਕੀ ਆ, ਮਾੜਾ ਕੀ? ਉਹਦੇ ਵਿੱਚ ਲੋਕਾਂ ਦਾ ਪੈਸਾ ਲੋਕਾਂ ਕੋਲੇ ਜਾ ਰਿਹਾ। ਮੈਂ ਭਗਵੰਤ ਮਾਨ ਹੋਣਾ ਦੀ ਗੱਲ ਨਾਲ ਸਹਿਮਤ ਹਾਂ ਤੇ ਮੈਂ 20 ਵਾਰੀ ਬੋਲਿਆ। ਮਤਲਬ ਇਹ ਤੇ ਉਹ ਅੱਜ ਕਹਿੰਦੇ ਹੋਣਗੇ, ਮੈਂ ਕਹਿੰਦਾ ਕਿ ਸਾਡੀ ਗਲੀ ਨਾਲੀ ਬਣਾਉਂਦੇ ਹੋ ਤੁਸੀਂ, ਔਰ ਪੋਲੀਟੀਸ਼ੀਅਨ ਸਾਡੇ ਉੱਤੇ ਸਾਨ ਕਰਦਾ ਹੈ ਕਿ ਯਾਰ ਮੈਂ ਤੇਰੀ ਗਲੀ ਬਣਾਤੀ, ਤੇਰੀ ਮੈਂ ਨਾਲੀ ਬਣਾਤੀ। ਸਾਡੀ ਜਨਤਾ ਦਾ ਦਿੱਤਾ ਜਿਹੜਾ ਉਹ ਟੈਕਸ ਹੈ। ਇਹ ਨਹੀਂ ਕਿ ਜ਼ਰੂਰੀ ਤੁਸੀਂ ਇਨਕਮ ਟੈਕਸ ਰਿਟਰਨ ਭਰਦੇ ਹੋ ਤੇ ਫਿਰ ਤੁਸੀਂ ਟੈਕਸ ਪੇਅਰ ਹੋ। ਤੁਸੀਂ ਘਰ ਦੇ ਵਿੱਚ ਸਾਬਣ ਤੇਲ ਵੀ ਕੋਈ ਰਿਕਸ਼ੇ ਵਾਲਾ ਲੈ ਕੇ ਆਉਂਦਾ, ਸੂਈ ਤੱਕ ਵੀ ਲੈ ਕੇ ਆਉਂਦਾ, ਉਹਦੇ ਉੱਤੇ ਉਹਨੇ ਟੈਕਸ ਦਿੱਤਾ ਹੁੰਦਾ। ਕੀ GST ਹੈ, ਕੀ ਵੈਟ ਹੈ, ਉਹਦੇ ਨਾਲ ਸਾਡੀਆਂ ਸੜਕਾਂ ਨਾਲੀਆਂ ਬਣਦੀਆਂ ਨੇ। ਇਹ ਪੋਲੀਟੀਸ਼ੀਅਨ 40% ਉਹਦੇ ਵਿੱਚੋਂ ਮਤਲਬ ਖਾਂਦੇ ਨੇ। ਉਹਦੇ ਵਿੱਚੋਂ ਸਾਨੂੰ ਫ੍ਰੀ ਨਹੀਂ ਚਾਹੀਦਾ। ਮੈਂ ਉਹਨਾਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ, ਸਾਨੂੰ ਬੱਤੀ ਫ੍ਰੀ ਨਹੀਂ ਚਾਹੀਦੀ, ਸਾਨੂੰ ਆਟਾ ਫ੍ਰੀ ਨਹੀਂ ਚਾਹੀਦਾ। ਸਾਨੂੰ ਇਹ ਸਸਤਾ ਕਰ ਦਿਓ ਨਾ, ਤਾਂ ਜੋ ਅਸੀਂ ਆਪਣਾ ਕੰਮ ਕਰੀਏ, ਕਮਾ ਕੇ ਖਾਈਏ, ਬਚਤੇ ਸਾਨੂੰ ਉਸ ਤਰੀਕੇ ਵੀ ਜਾਣਾ। ਤੁਸੀਂ ਸਾਨੂੰ ਇਹ ਕਿਉਂ ਕਰਦੇ ਹੋ ਕਿ ਪਹਿਲਾਂ ਤੁਹਾਡਾ ਪੈਸਾ ਇਕੱਠਾ ਕਰਾਂਗੇ, ਟੈਕਸ ਪਹਿਲਾਂ ਤੁਹਾਨੂੰ ਨਿਚੋੜਾਂਗੇ ਤੇ ਫਿਰ ਉਹਨੂੰ ਤੁਹਾਨੂੰ ਵੰਡ ਦਿਆਂਗੇ? ਇਹ ਤਾਂ ਕੋਈ ਲੌਜਿਕ ਨਾ ਹੋਇਆ। ਤੁਸੀਂ ਸਾਨੂੰ ਉਹ ਚੀਜ਼ਾਂ ਦੇ ਉੱਤੇ ਸਸਤੀਆਂ ਕਰ ਦਿਓ ਨਾ। ਜਿੰਨੀ ਤੁਸੀਂ ਬੱਤੀ ਫ੍ਰੀ ਕਰਨੀ ਆ, ਤੁਸੀਂ ਉਹਦੇ ਰੇਟ ਹੀ ਘਟਾ ਦਿਓ, ਬਿਲਕੁਲ ਮਾਈਨਰ ਕਰ ਦਿਓ। ਤੁਸੀਂ ਆਟਾ ਸਾਨੂੰ ਫ੍ਰੀ ਵੰਡਣਾ, ਆਟੇ ਦੇ ਰੇਟ ਘਟਾ ਦਿਓ। ਲੋਕਾਂ ਨੂੰ ਕਾਰੋਬਾਰ ਦਿਓ, ਲੋਕਾਂ ਨੂੰ ਰੁਜ਼ਗਾਰ ਦਿਓ। ਫ੍ਰੀ ਦੀ ਆਦਤ ਸਾਨੂੰ ਕਿਉਂ ਪਾਉਂਦੇ ਹੋ? ਉਹ ਤੇ ਸਾਡਾ ਪੈਸਾ ਸਿੱਧਾ ਹੀ ਸਾਡੇ ਕੋਲ ਰਹਿ ਜਾਊਗਾ ਜੇ ਤੁਸੀਂ ਸਸਤਾ ਕਰੋਗੇ। ਇਸ ਤਰੀਕੇ ਤੇ ਤੁਸੀਂ ਬਲਕ 'ਚ ਇਕੱਠਾ ਕਰੋਗੇ ਤੇ ਉਹਦੇ ਵਿੱਚੋਂ ਸਾਨੂੰ ਵੰਡੋਗੇ ਤੇ ਉਹਦੇ ਵਿੱਚ ਰਾਹ ਦੇ ਵਿੱਚ ਕਿੰਨੀਆਂ ਟੋਪੀਆਂ ਵੱਜਦੀਆਂ ਨੇ ਤੇ ਕਿੰਨੇ ਟੋਕੇ ਲੱਗਦੇ ਨੇ। ਸਾਡਾ ਪੈਸਾ ਸਾਡੇ ਕੋਲ ਹੀ ਰਹਿਣ ਦਿਓ। ਤੁਸੀਂ ਸਾਨੂੰ ਫ੍ਰੀ ਵਾਲੀਆਂ ਆਦਤਾਂ
ਬਾਤਾਂ ਤੋਂ ਛੱਡੋ, ਤੁਸੀਂ ਸਾਡੇ ਰੁਜ਼ਗਾਰ ਦੀਆਂ ਗੱਲਾਂ ਕਰੋ। ਆ ਬੀਜੇਪੀ ਪਰ ਤੋਲਦੀ ਹੈ ਨਾ, ਮਤਲਬ ਉਹ ਵੀ ਪੰਜਾਬ ਦੇ ਵਿੱਚ ਗੱਲਾਂ ਕਰਦੇ ਨੇ। ਮੈਂ ਕਹਿੰਦਾ ਪ੍ਰਧਾਨ ਮੰਤਰੀ ਆਉਣ ਲੱਗੇ ਨੇ, ਕਿਸਾਨਾਂ ਦਾ ਕਰਜ਼ਾ ਹੋ ਸਕਦਾ ਉਹਨਾਂ ਦੇ ਪਲਾਨ 'ਚ ਹੋਵੇ ਮਾਫ ਕਰਨਾ। ਆਹ ਸਾਡਾ ਬਾਰਡਰ ਹੈ ਜੀ ਇੱਥੇ। ਮੈਂ ਅੱਗੇ ਵੀ ਬੜੀ ਵਾਰੀ ਮੇਰੀ ਮੰਗ ਬਹੁਤ ਮਤਲਬ ਉੱਤੋਂ ਤੱਕ ਨਹੀਂ ਜਾ ਸਕਦੀ, ਕਿਉਂਕਿ ਮੇਰੇ ਉਹ ਲੈਵਲ ਤੱਕ ਮੈਨੂੰ ਕੋਈ ਸੁਣੇ, ਪਰ ਇਹ ਸਭ ਤੋਂ ਪਹਿਲਾਂ ਮੈਂ ਇਹ ਬੋਲਣਾ ਸ਼ੁਰੂ ਕੀਤਾ ਸੀ। ਹੁਣ ਸਿੱਧੂ ਸਾਹਿਬ ਵੀ ਬੋਲਦੇ ਨੇ ਇਹਦੇ ਉੱਤੇ। ਆਹ ਬਾਰਡਰ ਹੈ ਜੀ ਸਾਡਾ ਅਟਾਰੀ, 20 ਕੇ 25 ਕਿਲੋਮੀਟਰ ਪੈਂਦਾ। ਅੱਜ ਸਿੱਧੂ ਸਾਹਿਬ ਨੇ ਮੰਗ ਕੀਤੀ, ਮੈਂ 3 ਸਾਲਾਂ ਤੋਂ ਕਹਿੰਦਾ ਕਿ ਬਾਰਡਰ ਖੁੱਲ੍ਹਣਾ ਚਾਹੀਦਾ। ਉਹ 2500 ਕਿਲੋਮੀਟਰ ਤੋਂ ਸਾਡਾ ਵਪਾਰ ਹੋ ਕੇ ਜਿਹੜਾ ਜਾਂਦਾ ਹੈ ਕਰਾਚੀ ਬੰਬਈ ਦੇ ਉੱਤੋਂ, ਇੰਨਾ ਖਰਚਾ ਪੈਂਦਾ, ਵੱਡੇ ਵੱਡੇ ਜਿਹੜੇ ਘਰਾਣੇ ਉਹਨੂੰ ਚਲਾਉਂਦੇ ਨੇ। ਆ 20 ਕਿਲੋਮੀਟਰ ਖੋਲ੍ਹ ਦਿਓ, ਸਮਾਨ ਵੀ ਸਸਤਾ ਮਿਲੇਗਾ। ਇਹ ਬਾਰਡਰ ਖੋਲ੍ਹਣ ਦੇ ਨਾਲ ਦੁਨੀਆ ਭਰ ਦੀਆਂ ਕੰਪਨੀਆਂ, ਕੀ ਕਾਰਾਂ ਵਾਲੀਆਂ ਨੇ, ਕੀ ਫੋਨ ਵਾਲੀਆਂ ਨੇ, ਗੁੜਗਾਉਂ ਵਾਂਗੂ ਇੱਥੇ ਦਫ਼ਤਰ ਆਪਣੇ ਖੋਲ੍ਹ ਲੈਣਗੇ। ਤੁਸੀਂ ਇਹ ਕੰਮ ਕਰੋ ਬੀਜੇਪੀ ਵਾਲੇ ਸਾਡੇ, ਸਾਨੂੰ ਕੋਈ ਕਰਕੇ ਤੇ ਦੱਸੋ ਨਾ, ਕੋਈ ਰਿਜ਼ਲਟ ਤੇ ਦੱਸੋ ਨਾ। ਮਤਲਬ ਗੱਲਾਂ ਲਾ ਰਹੇ ਤੇ ਆਪਾਂ ਸਾਰੇ ਹੀ ਲਾਈ ਜਾਂਦੇ ਆ ਤੇ ਰਿਜ਼ਲਟ ਕੋਈ ਵੀ ਨਹੀਂ ਦੇ ਰਿਹਾ। ਮੰਨਾ ਜੀ, ਸਿੱਧੂ ਸਾਹਿਬ ਨੇ ਬਾਰਡਰ ਖੋਲ੍ਹਣ ਦੀ ਗੱਲ ਕੀਤੀ ਕਿ ਬਾਰਡਰ ਖੋਲ੍ਹ ਦਿਓ, ਪੰਜਾਬ ਦਾ ਵਪਾਰ ਖੁੱਲ ਜਾਏਗਾ, ਪੰਜਾਬ ਨੂੰ ਵਾਧਾ ਹੋਏਗਾ, ਨਫਾ ਹੋਏਗਾ। ਤੇ ਨਾਲ ਹੀ ਕੈਪਟਨ ਸਾਹਿਬ ਦੂਜੇ ਦਿਨ ਬਿਆਨ ਦੇਣ, ਜਦੋਂ ਸਿੱਧੂ ਬਾਰਡਰ ਖੋਲ੍ਹਣ ਦੀ ਗੱਲ ਕਰਦੇ ਨੇ ਤੇ ਕੈਪਟਨ ਸਾਹਿਬ ਕਹਿੰਦੇ ਨੇ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ, ਦੁਸ਼ਮਣ ਦੇਸ਼ ਆ ਤੇ ਸਾਡੇ ਵੱਲ ਕਦੇ ਡਰੋਨ ਭੇਜਦੇ, ਕਦੇ ਨਸ਼ਾ ਭੇਜਦਾ, ਪਾਕਿਸਤਾਨ ਤੋਂ ਖਤਰਾ। ਇਹ ਬਾਰਡਰ ਕੱਲਾ ਮਤਲਬ ਅੰਮ੍ਰਿਤਸਰ ਦਾ ਲੱਗਦਾ ਹੈ ਜੀ, ਮਤਲਬ ਪੰਜਾਬ ਦਾ ਬਾਰਡਰ ਲੱਗਦਾ ਹੈ। ਬੰਬੇ ਤੋਂ ਮਤਲਬ ਤੁਸੀਂ ਉਹ ਸਮੁੰਦਰ ਰਾਹੀਂ ਗੁਜਰਾਤ ਰਾਹੀਂ ਜਾਂਦਾ, ਹੋਰ ਕਿਸੇ ਪਾਸਿਓਂ ਖਤਰਾ ਨਹੀਂ। ਮੈਂ ਠੀਕ ਆ, ਨੈਸ਼ਨਲ ਸਿਕਿਉਰਿਟੀ ਸਾਡਾ ਪ੍ਰਾਇਓਰਟੀ ਦੇ ਉੱਤੇ ਇਸ਼ੂ ਹੋਣਾ ਚਾਹੀਦਾ, ਉਹਦੇ ਉੱਤੇ ਵਿਚਾਰ ਹੋਣਾ ਚਾਹੀਦਾ। ਸਮੁੰਦਰ ਦੇ ਰਾਹੀਂ ਮਤਲਬ ਹਜ਼ਾਰਾਂ ਕਿਲੋਮੀਟਰਾਂ ਦੇ ਵਿੱਚ ਸਮੁੰਦਰ ਫੈਲਿਆ। ਉਧਰੋਂ ਦੀ ਪਿੱਛੇ ਜਿਹੜਾ ਬੰਬੇ ਅਟੈਕ ਹੋਇਆ ਸੀ, ਉਹ ਇੱਧਰੋਂ ਤਾਂ ਨਹੀਂ ਸੀ ਲੋਕ ਆਏ, ਉਹ ਸਮੁੰਦਰ 'ਚੋਂ ਆਏ ਸੀ ਨਾ। ਉਧਰੋਂ ਜ਼ਿਆਦਾ ਜਿਹੜੀ ਘੁਸਪੈਠ ਹੋ ਸਕਦੀ ਆ ਇੱਧਰ ਜਾਂ ਉਧਰ, ਕਿ ਇਸ ਛੋਟੇ ਜਿਹੇ ਬਾਰਡਰ ਤੋਂ। ਇਹਦੀ ਤੇ ਤੁਸੀਂ ਲਿਮਟ ਰੱਖ ਸਕਦੇ ਹੋ ਵੀ ਯਾਰ ਇੰਨਾ ਹੀ ਖੁੱਲੇਗਾ, ਬਾਕੀ ਸਾਰਾ ਬੰਦ ਹੈ। ਇਹ ਇੱਕ ਦੂਜੇ ਤੇ ਦੋਸ਼ ਲਾਉਣੇ, ਮੈਂ ਇਹਨਾਂ ਚੀਜ਼ਾਂ ਨਾਲ ਸਹਿਮਤ ਨਹੀਂ ਹੈਗਾ। ਜੇ ਉਧਰੋਂ ਸਮਾਨ ਜਾ ਸਕਦਾ ਹੈ ਤੁਹਾਡਾ ਸਾਰਾ ਕੁਝ, ਤੇ ਫਿਰ ਇਧਰੋਂ ਵਪਾਰ ਕਿਉਂ ਨਹੀਂ ਚੱਲ ਸਕਦਾ? ਪਰ ਕੈਪਟਨ ਬਹੁਤ ਬੋਲਦੇ ਨੇ ਜਦੋਂ ਸਿੱਧੂ ਪਾਕਿਸਤਾਨ ਦੀ ਕੋਈ ਗੱਲ ਕਰਦੇ ਨੇ, ਚਾਹੇ ਉਹ ਕੋਰੀਡੋਰ ਦੀ ਗੱਲ ਹੋਵੇ, ਚਾਹੇ ਬਾਰਡਰ ਵਪਾਰ ਦੇ ਲਈ ਬਾਰਡਰ ਖੋਲ੍ਹਣ ਦੀ ਗੱਲ ਹੋਵੇ, ਕੈਪਟਨ ਦਾ ਬਿਆਨ ਨਾਲ ਦੀ ਨਾਲ ਆ ਜਾਂਦਾ। ਹੁਣ ਕੈਪਟਨ ਸਾਹਿਬ ਦੇ ਨਾਲ ਜੋ ਵਤੀਰਾ ਹੋਇਆ, ਜਾਂ ਜੋ ਕੈਪਟਨ ਸਾਹਿਬ ਦਾ ਮਤਲਬ ਹਸ਼ਰ ਕਰਕੇ ਲਾਇਆ ਗਿਆ, ਤੇ ਕੈਪਟਨ ਸਾਹਿਬ ਤੇ ਮਤਲਬ ਸਿੱਧੂ ਤੇ ਗੁਰਦੁਆਰੇ ਵੀ ਜਾਏਗਾ ਉੱਤੇ ਵੀ ਇਤਰਾਜ਼ ਕਰਨਗੇ, ਸਿੱਧੂ ਮੰਦਿਰ 'ਚ ਜਾਏਗਾ ਉੱਤੇ ਵੀ ਇਤਰਾਜ਼ ਕਰਨਗੇ। ਮਤਲਬ ਉਹ ਆਪਣੀ ਫਰਸਟ੍ਰੇਸ਼ਨ ਕੱਢ ਰਹੇ, ਕਿਉਂਕਿ ਐਡੇ ਵੱਡੇ ਕੱਦ ਦੇ ਬੰਦੇ ਨੂੰ ਇਹ ਆਸ ਹੀ ਨਹੀਂ ਸੀ ਕਿ ਮੇਰੇ ਨਾਲ ਯਾਰ ਆ ਇਸ ਵੇਲੇ ਹੋ ਜਾਊਗਾ। ਉਹਨਾਂ ਦੇ ਆਪਣੇ ਸਾਥੀਆਂ ਉਹਨਾਂ ਨੂੰ ਧੋਖਾ ਦਿੱਤਾ। ਮਤਲਬ ਇਹਦੇ ਵਿੱਚ ਲੌਜਿਕ ਕੀ ਹੈ? ਜੇ ਤੁਹਾਨੂੰ ਲੱਗਦਾ ਹੈ ਨੈਸ਼ਨਲ ਸਿਕਿਉਰਿਟੀ ਨੂੰ, ਇਹ ਵਿਚਾਰ ਸਾਰਾ ਮਤਲਬ ਜਿਹੜੀਆਂ ਤੁਹਾਡੀਆਂ ਉੱਪਰ ਏਜੰਸੀਜ਼, ਜਿਹੜੇ ਤੁਹਾਡੇ ਵਿੰਗ ਬੈਠੇ ਨੇ, ਇੰਟੈਲੀਜੈਂਸ ਦੂਜੇ ਤੀਜੇ, ਇਹ ਉਹਨਾਂ ਸਾਰਾ ਵਿਚਾਰ ਕਰਨਾ। ਜੇ ਮੇਰਾ ਤੇ ਇੱਕੋ ਹੈ ਕਿ ਜੇ ਉਧਰੋਂ ਵਪਾਰ ਚੱਲ ਸਕਦਾ ਤੇ ਇਧਰੋਂ ਕਿਉਂ ਨਹੀਂ ਚੱਲ ਸਕਦਾ? ਕੋਈ ਸਾਡੇ ਤੇ ਜ਼ਿਆਦਾ ਖਤਰਾ ਯਾਰ, ਸਾਨੂੰ ਥੋੜੇ ਸੌਖੇ ਤੇ ਕਰੋ। ਵਾਰਦਾਤਾਂ ਕਿਉਂ ਹੁੰਦੀਆਂ? ਤੁਸੀਂ ਛੋਟੇ ਕ੍ਰਾਈਮ ਤੋਂ ਲੈ ਲਓ, ਜੇ ਤੁਸੀਂ ਉਹਦੇ ਲੌਜਿਕ 'ਚ ਤੁਸੀਂ ਜਾਣਾ ਚਾਹੋ ਉਹਦੀ ਤਹਿ ਤੱਕ। ਅੱਜ ਮੇਰੇ ਘਰ ਦੇ ਵਿੱਚ ਮੈਨੂੰ ਪਤਾ ਲੱਗੇ ਮੇਰੇ ਬੱਚਿਆਂ ਦੀ ਫੀਸ ਨਹੀਂ ਹੈਗੀ, ਮੇਰੇ ਮਾਂ-ਬਾਪ ਬਿਮਾਰ ਨੇ, ਮੇਰੇ ਕੋਲ ਦਵਾਈ ਲਈ ਪੈਸੇ ਨਹੀਂ ਹੈਗੇ। ਮੈਂ ਕੋਸ਼ਿਸ਼ ਕਰੂੰਗਾ ਕਿ ਮਿਹਨਤ ਕਰਾਂ ਤੇ ਮੈਂ ਆਪਣੇ ਘਰ ਦਾ ਗੁਜ਼ਾਰਾ ਕਰਾਂ। ਜਦੋਂ ਸਾਰੇ ਪਾਸਿਓਂ ਮੈਂ ਥੱਕ ਘਰ ਜਾਊਂਗਾ ਤੇ ਫਿਰ ਮੈਂ ਕਿਤੇ ਨਾ ਕਿਤੇ ਟੋਪੀ ਕਮਾਉਣੀ ਸ਼ੁਰੂ ਕਰੂੰਗਾ। ਜਦੋਂ ਉਹ ਵੀ ਮੇਰਾ ਕੋਲ ਨਹੀਂ ਵੱਸ ਚੱਲੂਗਾ ਤੇ ਅਖੀਰ ਮੈਂ ਕਿਸੇ ਕੋਲੋਂ ਖੋ ਕੇ ਆਪਣੇ ਮਾਂ-ਬਾਪ ਥੋੜ੍ਹੀ ਮਰ ਦਊਂਗਾ। ਇਹ ਕ੍ਰਾਈਮ ਜਿਹੜਾ ਇੱਥੋਂ ਸ਼ੁਰੂ ਹੁੰਦਾ, ਭੁੱਖਮਰੀ ਤੋਂ, ਤੁਹਾਡੀ ਗਰੀਬੀ ਤੋਂ, ਤੁਹਾਡੀਆਂ ਲੋੜਾਂ ਤੋਂ। ਤੇ ਜੇ ਤੁਸੀਂ ਉਹ ਸਾਡੀਆਂ ਪੂਰੀਆਂ ਕਰ ਦਿਓ ਤੇ ਅਸੀਂ ਸਾਡੇ ਲੋਕਾਂ ਪਾਕਿਸਤਾਨ ਮਤਲਬ ਉਹਦੇ ਹੱਥਾਂ 'ਚ ਕਿਉਂ ਖੇਡਣਗੇ? ਲੋਕਾਂ ਨੂੰ ਰੁਜ਼ਗਾਰ ਚਾਹੀਦਾ। ਤੁਸੀਂ ਨਸ਼ਾ ਵੀ ਦੇਖੋ, ਮੈਂ ਅੱਗੇ ਕਈ ਵਾਰੀ ਕਿਹਾ ਸੀਗਾ ਕਿ ਨਸ਼ਾ ਜਿਹੜਾ ਕੋ ਮਾਂ ਦੇ ਪੇਟ 'ਚੋਂ ਕਰਕੇ ਨਹੀਂ ਆਉਂਦਾ। ਨਸ਼ਾ ਜਦੋਂ ਬੱਚਾ +2 ਕਰ ਜਾਂਦਾ ਹੈ, ਮਾਂ-ਬਾਪ ਦੇ ਪੈਸੇ ਖਰਚ ਹੁੰਦੇ ਨੇ, ਉਹਦੇ ਉੱਤੇ ਪੈਸਾ ਖਰਚ ਹੁੰਦਾ, ਉਹਨੇ ਆਪਣੀ ਜ਼ਿੰਦਗੀ ਦਾ ਬਿਹਤਰੀਨ ਟਾਈਮ ਜਿਹੜਾ ਆਪਣੀ ਪੜ੍ਹਾਈ ਦੇ ਉੱਤੇ ਲਾਇਆ ਹੁੰਦਾ। ਪੜ੍ਹਨ ਤੋਂ ਬਾਅਦ ਉਹਨੂੰ ਕੋਈ ਕੰਮ ਨਹੀਂ ਮਿਲਦਾ, ਉਹ ਬੰਦਾ ਥੋੜਾ ਮੈਂਟਲੀ ਅਪਸੈਟ ਹੁੰਦਾ, ਦਿਮਾਗ ਦੇ ਉੱਤੇ ਬੋਝ ਹੁੰਦਾ। ਤੇ ਸਾਡੇ ਪੰਜਾਬੀਆਂ ਦੀ ਇੱਕ ਖਾਸ ਆਦਤ ਹੈ ਕਿ ਜਦੋਂ ਬੱਚਾ ਕੋਈ ਵਿਹਲਾ ਹੈ, ਉਹਦਾ ਕੰਮ ਦੇ ਵਿੱਚ ਜਦੋਂ ਧਿਆਨ ਨਹੀਂ ਲੱਗਦਾ ਤੇ ਉਹ ਸ਼ਰਾਬ ਤੋਂ ਆਪਣੀ ਜਿਹੜਾ ਉਹ ਨਸ਼ਾ ਸ਼ੁਰੂ ਕਰਦਾ ਹੈ। ਸ਼ਰਾਬ ਬੀਅਰ ਤੋਂ ਵੀ ਸਾਥੀ ਕਹਿ ਦਿੰਦੇ ਯਾਰ ਬੜਾ ਪਰੇਸ਼ਾਨ ਆ, ਇੱਕ ਪੈਗ ਲਾ, ਕੋਈ ਗੱਲ ਨਹੀਂ। ਉੱਥੋਂ ਸ਼ੁਰੂ ਕਰਦਾ ਤੇ ਪਹੁੰਚਦਾ ਉਹ ਸਮੈਕ ਤੇ ਪਹੁੰਚ ਜਾਂਦਾ। ਤੁਸੀਂ ਦੇਖੋ, ਜਦੋਂ ਬੱਚੇ ਨੂੰ ਪੜ੍ਹਾਈ ਕਰ ਲਈ, ਕੋਈ ਕਾਰੋਬਾਰ ਨਹੀਂ ਮਿਲਣਾ, ਕੁਛ ਨਹੀਂ ਮਿਲਣਾ ਉਹਨੂੰ, ਤੇ ਉਸ ਤੋਂ ਬਾਅਦ ਸਾਡੇ ਪੰਜਾਬੀਆਂ ਦੀ ਆਦਤ ਆ ਤੇ ਇਹ ਕਹਿੰਦੇ ਨੇ ਇਹਦਾ ਵਿਆਹ ਕਰ ਦਿਓ ਯਾਰ ਸ਼ਾਇਦ ਸੁਧਰ ਜਾਏਗਾ। ਵਿਆਹ ਤੋਂ ਬਾਅਦ ਬੱਚਿਆਂ ਦਾ ਬੋਝ, ਪਰਿਵਾਰ ਦਾ ਬੋਝ, ਉਸ ਤੋਂ ਬਾਅਦ ਉਹਦੇ ਦਿਮਾਗ ਤੇ ਇੰਨੀ ਜ਼ਿਆਦਾ ਟੈਨਸ਼ਨ ਹੈ। ਨਸ਼ਾ ਇੱਥੋਂ ਸ਼ੁਰੂ ਹੁੰਦਾ। ਲੋਕਾਂ ਕੋਲ ਰੁਜ਼ਗਾਰ ਹੋਵੇ, ਲੋਕਾਂ ਕੋਲ ਕੰਮਕਾਰ ਹੋਵੇ, ਲੋਕਾਂ ਕੋਲ ਕੋਈ ਨੌਕਰੀ ਹੋਵੇ, ਉਹਨਾਂ ਨੂੰ ਮੈਨੂੰ ਦੱਸੋ ਕਿਹੜਾ ਬੱਚਾ ਕੋਈ ਨਸ਼ਾ ਕਰੂਗਾ? ਉਹਨੂੰ ਕੀ ਨਸ਼ਾ ਕਰਨ ਦੀ ਲੋੜ ਹੈ? ਇਹ ਮੁੱਢਲੀਆਂ ਜੜ੍ਹਾਂ ਤੱਕ ਜਾਣ ਦੀ ਲੋੜ ਹੈ, ਨਾ ਕਿ ਤੁਸੀਂ ਕਹੋ ਵੀ ਇਹਨੇ ਨਸ਼ਾ ਲਿਆਂਦਾ, ਇਹਨੂੰ ਨਸ਼ਾ ਫੜ ਕੇ ਖਤਮ ਕਰ ਦਈਏ। ਕਦੀ ਵੀ ਤੁਹਾਡਾ ਨਸ਼ਾ ਬਾਰ-ਬਾਰ ਫੜ ਕੇ ਨਹੀਂ ਖਤਮ। ਅੱਜ ਵੀ ਮੇਰੇ ਖਿਆਲ ਬੜੀ ਵੱਡੀ ਖੇਪ ਫੜੀ ਹੈ ਤੇ ਕੀ ਪੰਜਾਬ ਦੇ ਬੱਚੇ ਨਸ਼ਾ ਕਰਨ? 1 ਅਰਬ 65 ਕਰੋੜ ਦੀ, 1 ਅਰਬ 65 ਕਰੋੜ ਦੀ। ਉਹ ਸਾਡੇ ਬੱਚਿਆਂ ਦੇ ਉੱਤੇ ਹੀ ਖਪਤ ਹੋਣਾ ਸੀ ਨਾ ਕਿਤੇ ਨਾ ਕਿਤੇ। ਤੁਸੀਂ ਇਹਦੀ ਮੁੱਢਲੀ ਜੜ੍ਹ ਤੱਕ, ਮੁੱਢਲੀ ਤਹਿ ਤੱਕ ਕਿਉਂ ਨਹੀਂ ਜਾਂਦੇ ਕਿ ਇਹਨੂੰ ਖਤਮ ਕਰਨ ਦਾ ਤਰੀਕਾ ਕੀ? ਤੁਸੀਂ ਦੱਸੋ ਖਤਮ ਕਿਵੇਂ ਹੋਊਗਾ? ਤੁਸੀਂ ਸਾਰਿਆਂ ਦੇ ਵਿੱਚ ਰਹੇ ਹੋ। ਅਕਾਲੀ ਦਲ ਦੀ ਸਰਕਾਰ ਵੇਲੇ ਵੀ ਕਿਹਾ, ਵੱਡੇ ਵੱਡੇ ਲੀਡਰਾਂ ਤੇ ਇਲਜ਼ਾਮ ਲੱਗੇ, ਤੇ ਕਾਂਗਰਸ ਆਈ ਆ, ਹੁਣ ਉਹ ਕਹਿ ਰਹੀ ਆ ਜਦੋਂ ਚੰਨੀ ਸਾਹਿਬ ਕਹਿੰਦੇ ਜਦੋਂ ਸਾਨੂੰ ਮੌਕਾ ਮਿਲਿਆ, ਸਿੱਧੂ ਸਾਹਿਬ ਕਹਿੰਦੇ ਆ ਚੱਕੋ ਅਸੀਂ ਮਜੀਠੀ ਤੇ ਪਰਚਾ ਦਿੱਤਾ ਤੇ ਮਜੀਠੀਆ ਫਰਾਰ ਆ।
ਜ਼ਮਾਨਤ ਵੀ ਨਹੀਂ ਮਿਲੀ, ਇਸ ਤਾਂ ਕਾਰਵਾਈ ਕਰਤੀ, ਉਹ ਕਹਿੰਦੇ ਕੈਪਟਨ ਨੇ ਕਾਰਵਾਈ ਨਹੀਂ ਕੀਤੀ। ਮੈਨੂੰ ਅੱਜ ਮਜੀਠੀਆ ਤੁਸੀਂ ਫੜ ਕੇ ਅੰਦਰ ਦੇ ਦਿਓ ਜੀ, ਫਿਰ ਪੰਜਾਬ ਦੇ ਬੱਚੇ ਕੀ ਗਰੰਟੀ ਹੈ ਜੀ ਨਸ਼ਾ ਕਰਨੋਂ ਹਟ ਜਾਣਗੇ। ਅੱਜ ਜੇ ਮਜੀਠੀਏ ਦੇ ਮੇਰੇ ਖਿਆਲ ਉਹ ਭਗੌੜਾ ਹੈ, ਉਹ ਭੱਜਿਆ ਹੋਇਆ, ਤੇ ਕੀ ਪੰਜਾਬ ਦੇ ਵਿੱਚ ਨਸ਼ਾ ਨਹੀਂ ਆ ਰਿਹਾ? ਅੱਜ ਤੁਸੀਂ ਦੱਸ ਰਹੇ ਹੋ ਕਿ 1 ਕਰੋੜ 65 ਲੱਖ ਦੀ ਜਿਹੜੀ ਉਹ ਖੇਪ ਆਈ ਆ। ਮੈਂ ਫਿਰ ਤੁਹਾਨੂੰ ਕਹਿੰਦਾ ਕਿ ਇਹਦਾ ਮੁੱਢਲਾ ਕਾਰਨ ਕੀ ਹੈ? ਬੱਚੇ ਰੁਜ਼ਗਾਰ ਮੰਗਦੇ ਨੇ। ਨਸ਼ਾ ਜਿਹੜਾ ਤੁਹਾਡੇ ਸਟ੍ਰੈਸ ਤੋਂ ਸ਼ੁਰੂ ਹੁੰਦਾ, ਤੁਹਾਡੀ ਟੈਨਸ਼ਨ ਤੋਂ ਸ਼ੁਰੂ ਹੁੰਦਾ, ਤੇ ਜਦੋਂ ਪਹਿਲਾਂ ਬੱਚੇ ਦਵਾਈਆਂ ਖਾ ਲੈਂਦੇ ਨੇ ਕਿ ਹਾਂ ਦਿਮਾਗ ਤੇ ਬੜਾ ਬੋਝ ਹੈ ਯਾਰ, ਸਿਰ ਪੀੜ ਕਰ ਰਿਹਾ, ਦਵਾਈ ਤੋਂ ਸ਼ੁਰੂ ਹੁੰਦਾ ਸ਼ਰਾਬ, ਸਮੈਕ ਤੱਕ, ਫੀਮ ਤੱਕ ਪਹੁੰਚ ਜਾਂਦਾ। ਮੁੱਢਲੀ ਜ਼ਰੂਰਤ ਕੀ ਹੈ? ਬੱਚਿਆਂ ਨੂੰ ਕਾਰੋਬਾਰ ਚਾਹੀਦਾ ਹੈ। ਜੋ ਬੱਚੇ ਇੱਥੇ ਹਾਲਾਤ ਕੀ ਨੇ, ਤੁਸੀਂ BA ਕੀਤੀ, ਤੁਸੀਂ MA ਕੀਤੀ, ਤੁਸੀਂ PhD ਕੀਤੀ ਹੈ, ਤੇ ਇੱਥੇ ਕਈ ਲੋਕ ਰੇਹੜੀਆਂ ਲਾਉਂਦੇ ਫਿਰਦੇ ਨੇ। ਇੱਕ ਮੈਨੂੰ ਹੁਣ ਪਤਾ ਲੱਗਾ, ਇੱਕ ਦਿਨ ਮੈਂ ਲਾਕਡਾਊਨ ਦੇ ਵਿੱਚ ਇੱਕ ਬੰਦੇ ਦਾ ਕੰਮ ਬੰਦ ਹੋਇਆ, ਤੇ ਉਹ ਮਰੂਤੀ ਕਾਰ ਪੁਰਾਣੀ ਲੈ ਕੇ ਤੇ ਉਹਦੇ ਵਿੱਚ ਬਿਸਕਿਟਸ ਵੇਚ ਰਿਹਾ ਸੀਗਾ, ਆਪ ਮਤਲਬ ਬਣਾ ਕੇ। ਮੈਂ ਕਿਹਾ ਭਾਈ ਸਾਹਿਬ ਕਿੱਦਾਂ, ਬਹੁਤ ਵਧੀਆ ਨੇ। ਕਹਿੰਦਾ ਜੀ ਲਾਕਡਾਊਨ ਦੇ ਵਿੱਚ ਮੈਂ IT ਦਾ ਕੰਮ ਕਰਦਾ ਸੀਗਾ, ਉਸ ਤੋਂ ਬਾਅਦ ਆ ਖਤਮ ਹੋਇਆ, ਮੇਰੇ ਤੇ ਕੋਈ ਕਰਜ਼ਾ ਚੜਿਆ ਤੇ ਮੈਂ ਆਹ ਕੰਮ ਕਰਨ ਲਿਆ। ਜਦੋਂ ਕਈ ਲੋਕ ਤੇ ਮਤਲਬ ਇਸ ਚੀਜ਼ ਨੂੰ ਚੈਲੰਜ ਐਕਸੈਪਟ ਕਰ ਲੈਂਦੇ ਨੇ, ਤੇ ਕਈ ਜਿਹੜੇ ਬੱਚੇ ਨੇ ਉਹਨਾਂ ਦਾ ਸਟੈਂਡਰਡ ਇੰਨਾ ਪੜ੍ਹਨ ਤੋਂ ਬਾਅਦ ਉਹਨੇ ਸੋਚਿਆ ਹੁੰਦਾ ਯਾਰ ਮੈਂ DC ਲੱਗਣਾ, ਮੈਂ ਮਤਲਬ SSP ਲੱਗਣਾ, ਮੈਂ ਤਹਿਸੀਲਦਾਰ ਲੱਗਣਾ। ਜਦੋਂ ਉੱਥੋਂ ਤੱਕ ਪਹੁੰਚਦੇ ਨਹੀਂ, ਉਹ ਚੀਜ਼ ਨਹੀਂ ਮਤਲਬ ਉਹਨਾਂ ਨੂੰ ਮਿਲਦੀ। ਜੋ ਨਹੀਂ ਸੋਚਦਾ ਤੇ ਸੋਚਦਾ ਮੈਂ ਆਹ ਕਾਰੋਬਾਰ ਕਰੂੰਗਾ ਪੜ੍ਹ ਕੇ, ਨਹੀਂ ਉਹਨਾਂ ਨੂੰ ਮਿਲ ਰਿਹਾ ਤੇ ਉਹਨਾਂ ਦਾ ਧਿਆਨ ਨਸ਼ੇ ਵੱਲ ਜਾਂਦਾ। ਮਤਲਬ ਲੋਕਾਂ ਨੂੰ ਕਾਰੋਬਾਰ ਤੇ ਰੁਜ਼ਗਾਰ ਦਿਓ, ਨਸ਼ਾ ਇਦਾਂ ਖਤਮ ਹੋਣਾ। ਜਿਹੜੀ ਮਰਜ਼ੀ ਸਰਕਾਰ ਲਿਆਓ, ਜਿੰਨੂੰ ਮਰਜ਼ੀ ਬਦਲ ਲਓ, ਤੁਹਾਡਾ ਨਸ਼ਾ ਨਹੀਂ ਖਤਮ ਹੋ ਸਕਦਾ। ਮਜੀਠੀਆ ਤੇ ਹੋਈ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਆਮ ਆਦਮੀ ਪਾਰਟੀ BJP ਆਖ ਰਹੀ ਹੈ ਕਿ ਕਾਂਗਰਸ ਨੇ ਸਿਆਸੀ ਲਾਹਾ ਲੈਣ ਦੇ ਲਈ ਵੋਟਾਂ ਦੇ ਕੋਲ ਆ ਕੇ ਪਹਿਲਾਂ ਰਲ ਮਿਲੀ ਗੇਮ ਖੇਡਦੇ ਰਹੇ, ਤੇ ਹੁਣ ਵੋਟਾਂ ਦੇ ਨੇੜੇ ਆ ਕੇ ਕਾਰਵਾਈ ਕੀਤੀ ਹੈ। ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਮੇਰਾ ਇੱਕ ਮੰਨਣਾ ਹੈ ਕਿ ਜਿਹੜਾ ਬੰਦਾ ਦੋਸ਼ੀ ਹੈ, ਮੈਂ ਅੱਜ ਤੋਂ ਮਤਲਬ ਕਈ ਸਾਲਾਂ ਤੋਂ ਬੋਲਦਾ ਵਾਂ, ਜਦੋਂ ਇਹ ਇਨਕੁਆਇਰੀ ਚੱਲ ਰਹੀ ਸੀ, ਜਦੋਂ ਮਤਲਬ ਨਰਿੰਜਨ ਸਿੰਘ ਹੋਣਾ ਨੇ ਆਪਣੀ ਰਿਪੋਰਟ ਦਿੱਤੀ, ਜਦੋਂ ਸਿੱਟ ਨੇ ਆਪਣੀ ਰਿਪੋਰਟ ਤਿਆਰ ਕੀਤੀ, ਤੇ ਮੈਂ ਇੱਕ ਗੱਲ ਕਹੀ ਸੀ ਕਿ ਮਜੀਠੀਏ ਨੇ ਕੋਈ ਗਲੀ ਸਮੈਕ ਨਹੀਂ ਵੇਚੀ, ਮਜੀਠੀਏ ਨੇ ਕੋਈ ਆਪਣੀ ਗੱਡੀ ਦੇ ਵਿੱਚ ਸਮੈਕ ਨਹੀਂ ਢੋਈ। ਪਰ ਉਹਦਾ ਦੋਸ਼ ਕੀ ਹੈ? ਅੱਜ ਪਰਚਾ ਵੀ ਉਹਨਾਂ ਧਰਾਵਾਂ ਦੇ ਹੇਠ ਹੀ ਦਿੱਤਾ ਗਿਆ। ਉਹਦਾ ਦੋਸ਼ ਇੰਨਾ ਹੈ ਕਿ ਜਿਹੜੇ ਬੰਦੇ ਉਹਦੇ ਕੋਲ ਆਉਂਦੇ ਰਹੇ, ਉਹਨੂੰ ਹੋ ਸਕਦਾ ਨਾ ਪਤਾ ਹੋਵੇ ਉਹ ਮਤਲਬ ਡਰੱਗ ਦਾ ਕਾਰੋਬਾਰ ਕਰਦੇ ਨੇ। ਜਦੋਂ ਰੈਲੀ ਹੋਣੀ ਤੇ ਉਹ ਕਹਿਣ ਮਜੀਠੀਆ ਸਾਹਿਬ ਵੱਲੋਂ 50 ਲੱਖ, ਜਦੋਂ ਚੋਣ ਹੈ ਤੇ ਉਹ ਕਹਿਣ ਵੱਲੋਂ 50 ਲੱਖ ਰੁਪਈਆ। ਜਦੋਂ ਉਹਨਾਂ ਕੋਲੋਂ ਤੁਸੀਂ ਪੈਸੇ ਲਏ, ਤੁਸੀਂ ਬੰਦੇ ਦਾ ਪਿਛੋਕੜ ਵੀ ਨਹੀਂ ਦੇਖਿਆ ਕਿ ਇਹ ਕੌਣ ਹੈ। ਮੈਂ ਕਹਿੰਦਾ ਮਜੀਠੀਆ ਇਕੱਲਾ ਨਹੀਂ, ਇਹ 100% ਪੋਲੀਟੀਸ਼ੀਅਨ ਦੀ ਆਦਤ ਆ ਕਿ ਜਿਹੜਾ ਆਵੇ ਫੰਡ ਚੁੱਪ ਚਪੀਤੇ ਰੱਖ ਲੈਂਦੇ ਨੇ। ਉਹਨੂੰ ਨਹੀਂ ਪਤਾ ਲੱਗਦਾ ਇਹ ਕਾਲਾ ਚੋਰ ਹੈ, ਠੱਗ ਹੈ, ਕਿੱਥੋਂ ਲਿਆਇਆ, ਪੈਸੇ ਲੈ ਲੈਂਦੇ ਨੇ। ਉੱਥੋਂ ਤੱਕ ਵੀ ਤੇਰਾ ਕੋਈ ਦੋਸ਼ ਨਹੀਂ। ਉਸ ਤੋਂ ਬਾਅਦ ਤੂੰ ਉਹਨਾਂ ਨੂੰ ਸਿਕਿਉਰਿਟੀ ਦਿੱਤੀ, ਤੂੰ ਆਪਣੀਆਂ ਗੱਡੀਆਂ ਵਰਤਣ ਲਈ ਦਿੱਤੀਆਂ, ਤੂੰ ਉਹਨਾਂ ਨੂੰ ਮਤਲਬ ਸਰਕਾਰੀ ਰਿਹਾਇਸ਼ ਤੇ ਵੀ ਉਹ ਤੇਰੀ ਤੇ ਰਹਿੰਦੇ ਰਹੇ। ਇੱਕ ਤੰਤਰ ਨਾਲ ਤੇ ਖਿਲਵਾੜ ਕੀਤਾ ਗਿਆ ਨਾ। ਜਿਹੜਾ ਕੰਮ ਤੇਰੇ ਲਈ ਸੀਗਾ, ਮਤਲਬ ਜੋ ਸੁਵਿਧਾਵਾਂ ਤੈਨੂੰ ਮਿਲੀਆਂ ਸੀਗੀਆਂ, ਫੈਸਿਲਿਟੀਜ਼, ਉਹ ਉਹਨਾਂ ਲੋਕਾਂ ਨੇ ਵਰਤੀਆਂ ਔਰ ਉਹਦੀ ਆੜ ਦੇ ਵਿੱਚ ਧੰਦਾ ਕੀਤਾ, ਤੇ ਤੇਰਾ ਦੋਸ਼ ਬਣਦਾ। ਕਿਉਂਕਿ ਤੁਸੀਂ ਤੰਤਰ ਨੂੰ, ਜਿਹੜਾ ਸਾਡਾ ਇਹ ਸਰਕਾਰੀ ਤੰਤਰ ਹੈ ਜਾਂ ਫੈਸਿਲਿਟੀਆਂ, ਇਹਨਾਂ ਨੂੰ ਸਮਝਿਆ ਹੀ ਨਹੀਂ। ਇਹਨਾਂ ਨੂੰ ਤੁਸੀਂ ਸਮਝਿਆ ਫॉर ਗ੍ਰਾਂਟਡ ਲਿਆ। ਉਹਨੂੰ ਜ਼ਿੰਮੇਵਾਰੀ ਦੇ ਤਹਿਤ ਜੋ ਤੁਹਾਨੂੰ ਵਰਤਣਾ ਚਾਹੀਦਾ ਸੀ ਤੁਸੀਂ ਵਰਤਿਆ ਨਹੀਂ, ਤੁਸੀਂ ਉਹਨੂੰ ਖੁੱਲ੍ਹੇਆਮ ਵਰਤਿਆ। ਇਹ ਤੁਸੀਂ ਆਖ ਰਹੇ ਹੋ ਅਕਾਲੀ ਦਲ ਤਾਂ ਆਖ ਰਿਹਾ ਨਿਰੋਲ ਸਿਆਸੀ ਜਿਹੜੀ ਕਾਰਵਾਈ ਕੀਤੀ ਗਈ ਹੈ, ਇਹ ਤੁਸੀਂ ਆਖ ਰਹੇ ਹੋ ਅਕਾਲੀ ਦਲ ਸਾਰੀ ਚੀਜ਼ਾਂ ਨੂੰ ਡਿਨਾਈ ਕਰ ਰਿਹਾ। ਕਿਸੇ ਬੰਦੇ ਦੇ ਉੱਤੇ ਵੀ ਅੱਜ ਮੇਰੇ ਉੱਤੇ ਕੋਈ ਦੋਸ਼ ਲੱਗ ਜਾਣਗੇ, ਮਤਲਬ ਤੇ ਮੈਂ ਵੀ ਇਹੋ ਕਹੂੰਗਾ ਨਾ ਕਿ ਇਹ ਨਿਰੋਲ ਸਿਆਸੀ ਹੈ। ਇਹਨਾਂ ਚੀਜ਼ਾਂ 'ਚ ਨਹੀਂ ਪੈਣਾ ਚਾਹੀਦਾ। ਤੁਸੀਂ ਤਹਿ ਤੱਕ ਤੇ ਜਾਓ। ਉਹਦੀਆਂ ਜੇ ਫੋਟੋਜ਼ ਆਉਂਦੀਆਂ ਨੇ ਤੇ ਕੱਲਾ ਮਜੀਠੀਆ ਦੋਸ਼ੀ ਹੈ। ਆਹ ਸਾਡੇ ਸ਼ਹਿਰ ਦੇ ਵਿੱਚ ਇੱਕ MLA ਆ ਇੰਦਰਬੀਰ ਬੁਲਾਰੀਆ, ਜੋ ਮਜੀਠੀਏ ਨੇ ਕੀਤਾ ਸੇਮ ਉਹਦੇ ਨਾਲ ਸੀਗਾ। ਉਹੋ ਹੀ ਜਿਹੜੇ ਸਮਗਲਰ ਨੇ, ਉਹ ਸੱਤਾ ਪਿੰਦੀ, ਇਹਦੇ ਨਾਲ ਫੋਟੋਆਂ ਸੀਗੀਆਂ। ਉਹ ਸ਼ਰਾਬ ਵੀ ਪੀਂਦੇ ਸੀਗੇ, ਉਹ ਸਾਰਾ ਕੁਝ ਮਤਲਬ ਕਰਦੇ ਸੀਗੇ। ਮਜੀਠੀਆ ਮੇਰਾ ਖਿਆਲ ਨਾਨ ਵੈਜੀਟੇਰੀਅਨ ਬੰਦਾ, ਜਿੰਨਾ ਕੁ ਮੈਂ ਉਹਨੂੰ ਜਾਣਦਾ, ਉਹ ਸ਼ਰਾਬ ਨਹੀਂ ਪੀਂਦਾ। ਸ਼ਰਾਬ ਇਹਦੇ ਨਾਲ ਉਹ ਪੀਂਦੇ ਰਹੇ, ਫੋਟੋਆਂ ਉਹਨਾਂ ਨਾਲ ਵੀ ਹੈਗੀਆਂ ਨੇ। ਫਿਰ ਉਹਨਾਂ ਦੇ ਉੱਤੇ ਪਰਚੇ ਕਿਉਂ ਨਹੀਂ ਦਿੱਤੇ ਜਾ ਰਹੇ? ਮਤਲਬ ਰੋਜ਼ ਹੀ ਜਾਗਰ ਹੁੰਦੀਆਂ ਨੇ ਨਾ। ਇੱਥੇ ਜਿਹਦਾ ਜ਼ੋਰ ਚੱਲਦਾ ਉਹ ਦੂਜੇ ਨੂੰ ਠੋਕ ਦਿੰਦਾ, ਉਹ ਆਉਣਗੇ ਉਹਨੂੰ ਠੋਕ ਦੇਣਗੇ। ਤੁਸੀਂ ਬੁਲਾਰੀਏ ਤੇ ਵੀ ਗੰਭੀਰ ਇਲਜ਼ਾਮ ਲਾ ਰਹੇ ਹੋ। ਤੁਹਾਡੇ ਤੇ ਮਾਮਲਾ ਦਰਜ ਕਰਾ ਸਕਦੇ ਮਾਨਹਾਨੀ ਦਾ? ਮੈਂ ਕਿਹਾ ਜੀ ਸਦਕੇ ਕਰਾਉਣ। ਮੈਂ ਤੇ ਇਹ ਕਿਹਾ ਕਿ ਉਹਨਾਂ ਲੋਕਾਂ ਦੀਆਂ ਫੋਟੋਜ਼ ਉਹਦੇ ਨਾਲ ਵੀ ਹੈਗੀਆਂ ਨੇ, ਠੀਕ ਹੈ ਜੀ। ਉਹ ਦੋਸ਼ ਦੇ ਤਹਿਤ ਉਹ ਉਹਦੇ ਘਰ ਵੀ ਰਹਿੰਦਾ ਰਿਹਾ, ਉਹ ਉਹਦੇ ਨਾਲ ਵੀ ਫਿਰਦਾ ਤੁਰਦਾ ਰਿਹਾ। ਫਿਰ ਮਜੀਠੀਆ ਇਕੱਲਾ ਕਿਉਂ? ਉਹਦੇ ਉੱਤੇ ਵੀ ਨਾਲ ਪਰਚਾ ਦਰਜ ਹੋਣਾ ਚਾਹੀਦਾ। ਚਲੋ, ਇਹ ਤਾਂ ਰਿਹਾ ਡਰੱਗ ਦਾ ਇਸ਼ੂ। ਤੇ ਦੂਜੇ ਪਾਸੇ ਮਸਲਾ ਪੰਜਾਬ ਦੇ ਵਿੱਚ ਅੱਜ ਜੋ ਪੰਜਾਬ ਦੀ ਫਿਜ਼ਾ ਉਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ 'ਚ ਘਟਨਾਵਾਂ ਹੁੰਦੀਆਂ ਨੇ, ਅੰਮ੍ਰਿਤਸਰ 'ਚ ਬੇਅਦਬੀ ਦਾ ਮਸਲਾ, ਤੇ ਕਪੂਰਥਲਾ ਦੇ ਵਿੱਚ ਬੇਅਦਬੀ ਦਾ ਮਸਲਾ, ਜਿੱਥੇ ਇੱਕ ਵਿਅਕਤੀ ਤੇ ਇਲਜ਼ਾਮ ਲਗਾ ਕੇ ਉਹਦਾ ਮਰਡਰ ਕੀਤਾ ਜਾਂਦਾ। ਸਰਕਾਰ ਵੀ ਆਖਦੀ ਹੈ ਮਰਡਰ ਕੀਤਾ ਗਿਆ, ਉਹ ਵਿਅਕਤੀ ਨੇ ਜਿਹੜਾ ਹੈਗਾ ਬੇਅਦਬੀ ਕੀਤੀ ਨਹੀਂ। ਤੇ ਉਸ ਤੋਂ ਬਾਅਦ ਲੁਧਿਆਣਾ ਬੰਬ ਬਲਾਸਟ, ਇਹ ਕਾਰਵਾਈਆਂ ਕਿੱਧਰ ਨੂੰ ਇਸ਼ਾਰਾ ਕਰਦੀਆਂ? ਦੇਖੋ, ਮੈਂ ਲੋਕਾਂ ਨੂੰ ਇੱਕ ਗੱਲ ਉਸ ਦਿਨ ਵੀ ਅਪੀਲ ਕੀਤੀ ਸੀ, ਤੇ ਬੜੇ ਮਤਲਬ ਕਈ ਕੱਟੜ ਲੋਕ ਵੀ ਨੇ, ਉਹਨਾਂ ਮੈਨੂੰ ਗਾਲਾਂ ਵੀ ਕੱਢੀਆਂ ਮਾਵਾਂ ਭੈਣਾਂ ਦੀਆਂ। ਪਰ ਮੈਂ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦਾ। ਮੈਨੂੰ ਮੇਰੇ ਯਾਰਾਂ ਦੋਸਤਾਂ ਵੀ ਰੋਕਿਆ। ਬੇਅਦਬੀ ਦੇ ਉੱਤੇ ਮੈਂ ਬੋਲਿਆ ਸੀਗਾ ਕਿ ਕਿਸੇ ਬੰਦੇ ਨੂੰ ਜੇ ਮਾਰਿਆ ਗਿਆ ਤੇ ਮਾਰਨਾ ਨਹੀਂ ਚਾਹੀਦਾ, ਉਹਦੀ ਇਨਵੈਸਟੀਗੇਸ਼ਨ ਪੂਰੀ ਹੋਣੀ ਚਾਹੀਦੀ ਸੀਗੀ। ਔਰ ਲੋਕ ਥੱਲੇ ਆਪਣਾ ਹੀ ਤਰਕ ਦਿੰਦੇ ਨੇ, ਪਹਿਲਾਂ ਇਨਵੈਸਟੀਗੇਸ਼ਨ ਦਾ ਕੀ ਬਣਿਆ, ਪਹਿਲੇ ਫੜੇ ਤੇ ਉਹ ਕੀ ਕੀਤਾ। ਫਿਰ ਵੀ ਕਿਸੇ ਦੀ ਜਾਨ ਨੂੰ ਜਾਨ ਸਮਝਣਾ ਚਾਹੀਦਾ। ਮੇਰੇ ਸੰਗੀ ਸਾਥੀਆਂ ਨੇ ਵੀ ਰੋਕਿਆ, ਮੇਰੇ ਪਰਿਵਾਰ ਤੱਕ ਨੇ ਰੋਕਿਆ। ਪਰ ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਜ਼ਰੂਰੀ ਨਹੀਂ
ਕਿ ਤੁਸੀਂ ਫੇਸਬੁੱਕ ਤੇ ਮਤਲਬ ਜਾਂ ਸੋਸ਼ਲ ਮੀਡੀਆ ਤੇ ਮੇਰੀ ਕੋਈ ਬਾਈਟ ਚਲਾਓਗੇ, ਮੇਰੀ ਕੋਈ ਇੰਟਰਵਿਊ ਚਲਾਓਗੇ ਤੇ ਮੈਂ ਵੈਰੀ ਗੁੱਡ ਹੀ ਸੁਣਨਾ। ਕਿਤੇ ਨਾ ਇਹ ਨਹੀਂ ਮੈਂ ਦੇਖੂੰਗਾ ਕਿ ਦੁਨੀਆ ਕੀ ਪਸੰਦ ਕਰ ਰਹੀ ਹੈ, ਜੋ ਮੈਨੂੰ ਠੀਕ ਲੱਗੂਗਾ ਮੈਂ ਉਹਨੂੰ ਬੋਲਣ ਦੀ ਕੋਸ਼ਿਸ਼ ਕਰਦਾ। ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ, ਤੁਸੀਂ ਕਪੂਰਥਲੇ ਦੀ ਇੱਕ ਘਟਨਾ ਦੱਸੀ ਹੈ, ਉਹਦੇ ਵਿੱਚ ਉਹ ਬੰਦੇ ਨੂੰ ਮਾਰ ਦਿੱਤਾ ਗਿਆ, ਔਰ ਉਹਦੀ ਉਹ ਤੁਸੀਂ ਕੱਲ ਮੇਰੇ ਖਿਆਲ ਵੀਡੀਓ ਵੀ ਦੀ ਵਾਇਰਲ ਹੋ ਰਹੀ ਹੈ ਕਿ ਉਹਨੂੰ ਬਿਠਾ ਕੇ ਬੈਠੇ ਨੇ, ਉਹ ਗ੍ਰੰਥੀ ਅੱਗੋਂ ਕਹਿ ਰਿਹਾ ਕਿ ਨਹੀਂ ਉੱਧਰ ਤੇ ਗਿਆ ਹੀ ਨਹੀਂ, ਉੱਧਰ ਤੇ ਆਇਆ ਨਹੀਂ। ਤੁਸੀਂ ਕਿਸੇ ਦੀ ਜਾਨ ਲੈ ਲਈ, ਉਹਦਾ ਜ਼ਿੰਮੇਵਾਰ ਕੌਣ ਹੈ? ਔਰ ਸਰਕਾਰਾਂ ਹਜੂਮ ਤੋਂ ਡਰਦੀਆਂ ਨੇ, ਸਰਕਾਰਾਂ ਧਰਮ ਤੋਂ ਡਰਦੀਆਂ ਨੇ। ਬੜੇ ਦਬਾਅ ਹੇਠ ਮੇਰਾ ਖਿਆਲ ਉਹ ਵੀ ਪਰਚਾ ਜਦੋਂ ਇੰਨੀ ਨਮੋਸ਼ੀ ਹੋਈ ਆ ਤੇ ਫਿਰ ਉਹ ਦਰਜ ਕੀਤਾ ਗਿਆ। ਇਹ ਕੁਝ ਘਟਨਾਵਾਂ ਨੇ ਜਿਹੜੀਆਂ ਤੁਹਾਡੇ ਸਾਹਮਣੇ ਆ ਰਹੀਆਂ ਨੇ। ਇਸ ਤੋਂ ਲਹਿਦਾ ਸਾਡੇ ਇੱਥੇ ਸ਼ਹਿਰ ਦੇ ਵਿੱਚ 100 ਫੁੱਟੀ ਸੜਕ ਹੈ ਜੀ, ਉੱਥੇ ਗੁਰਦੁਆਰਾ ਸਾਹਿਬ ਹੈ ਸੁਦਰਸ਼ਨ ਨਗਰ ਦੇ ਵਿੱਚ। ਉੱਥੇ ਰਾਤ ਨੂੰ ਹੁਣ ਸ਼ਰਾਬੀ ਜਾਂ ਨਸ਼ੇੜੀ ਬੰਦੇ ਨੂੰ ਨਹੀਂ ਪਤਾ ਲੱਗਦਾ, ਉਹ ਗੁਰਦੁਆਰੇ ਦੇ ਬਾਹਰ ਬਹਿ ਗਿਆ ਰਾਤ ਠੰਡ ਦੇ ਵਿੱਚ ਕਿਤੇ, ਉੱਥੇ ਉਹ ਸੁੱਤਾ ਰਿਹਾ ਜਾਂ ਉੱਥੇ ਉਹ ਬੈਠਾ ਰਿਹਾ। ਸਵੇਰੇ ਕੋਈ ਬੰਦਾ ਆਇਆ ਸੰਗਤ ਵਾਲਾ ਜਾਂ ਜਿਹੜਾ ਵੀ ਉਧਰੋਂ ਦੀ ਲੰਘਿਆ ਤੇ ਬੱਸ ਉਹਦੇ ਉੱਤੇ ਵੀ ਤੂੰ ਗੁਰਦੁਆਰੇ ਦੇ ਬਾਹਰ ਕੀ ਕਰਦਾ, ਤੂੰ ਕਿਸੇ ਪਲਾਨ ਨਾਲ ਆਇਆ, ਤੇ ਕੁੱਟ ਉਹਨੂੰ ਵੀ ਧਮੋਇਆ ਕਰ ਦਿੱਤਾ ਤੇ ਮੁੜ ਕੇ ਥਾਣੇ ਦੇ ਦਿੱਤਾ। ਪੁਲਿਸ ਨੂੰ ਮੈਂ ਫੋਨ ਕੀਤਾ ਵੀ ਯਾਰ ਇਹ ਮਸਲਾ ਕੀ? ਉਹਨੇ ਨਹੀਂ ਕੁਝ ਨਹੀਂ ਹੋਇਆ। ਵੀ ਇੰਨਾ ਡਰ ਤੇ ਇੰਨਾ ਮਾਹੌਲ ਹੈ। ਮੈਂ ਇੰਨੀ ਬੇਨਤੀ ਕੀਤੀ ਕਿ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਬੰਦਾ ਬੇਅਦਬੀ ਕਰਨ ਗਿਆ ਜਾਂ ਉਹਨੇ ਅਟੈਂਪਟ ਕੀਤਾ, ਕੀ ਉਹਦੇ ਮਨ 'ਚ ਸੀਗਾ ਕਿ ਇਹ ਤੇ ਹੁਣ ਗਰਭ 'ਚ ਹੀ ਰਹਿ ਗਿਆ ਨਾ, ਇਹਨੂੰ ਤੁਸੀਂ ਹੁਣ ਖੋਲ ਹੀ ਨਹੀਂ ਸਕਦੇ, ਉਹ ਤੇ ਨਾਲ ਹੀ ਦਫਨ ਹੋ ਗਿਆ ਤੇ ਜਦੋਂ ਬੰਦਾ ਮਰ ਗਿਆ। ਤੇ ਮੈਂ ਇੱਕ ਗੱਲ ਕਹੀ ਸੀਗੀ ਕਿ ਯਾਰ ਉਹਨੂੰ ਮਤਲਬ ਤੁਸੀਂ ਬੇਅਦਬੀ ਤੋਂ ਰੋਕ ਲਿਆ। ਗੁਰਦੁਆਰਾ ਸਾਹਿਬ ਦੇ ਕੰਪਲੈਕਸ 'ਚ ਬੰਦਾ ਮਾਰ ਦੇਣਾ ਇਹ ਬੇਅਦਬੀ ਨਹੀਂ ਸੀ। ਤੁਸੀਂ ਜੇ ਮਰ ਗਿਆ, ਤੁਸੀਂ ਇਹ ਤੇ ਸਟੇਟਮੈਂਟ ਦਿਓ ਨਾ ਯਾਰ ਵੱਡੇ ਆਗੂ ਕਿ ਯਾਰ ਹਜੂਮ ਉਹਨੂੰ ਪੈ ਗਿਆ, ਲੋਕਾਂ ਦਾ ਕੰਟਰੋਲ ਨਹੀਂ ਸੀ। ਮਤਲਬ ਗੁਰੂ ਗ੍ਰੰਥ ਸਾਹਿਬ ਨਾਲ ਉਹਨਾਂ ਦੀਆਂ ਫੀਲਿੰਗਸ ਇੰਨੀਆਂ ਜ਼ਿਆਦਾ ਮਤਲਬ ਜੁੜੀਆਂ ਸੀ, ਮਤਲਬ ਇੱਜ਼ਤ ਇੰਨੀ ਸੀਗੀ ਕਿ ਉਸ ਬੰਦੇ ਨੂੰ ਗੁੱਸੇ ਨਾਲ ਮਾਰ ਦਿੱਤਾ ਗਿਆ। ਸਾਰੇ ਆਗੂ ਸਟੇਟਮੈਂਟ ਦੇ ਰਹੇ ਨੇ, ਅਕਾਲ ਤਖਤ ਦੇ ਜਥੇਦਾਰ ਸਾਹਿਬ ਵੀ, ਕਿ ਅੱਗੋਂ ਵੀ ਇਦਾਂ ਸੋਧਾ ਲਾਇਆ ਜਾਊਗਾ। ਮਤਲਬ ਇਹ ਤੁਸੀਂ ਤੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕਰੋ ਨਾ। ਤੇ ਉਸ ਦਿਨ ਮੈਂ ਉੱਥੇ ਗਿਆ ਸੀਗਾ, ਮੈਂ ਕਿਹਾ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨੋਂ ਗਿਆ, ਮੈਂ ਮੰਨ ਲਈ ਤੁਹਾਡੀ ਗੱਲ। 328 ਸਰੂਪ ਜਿਨ੍ਹਾਂ ਦੀ ਇਨਕੁਆਇਰੀ ਤੁਸੀਂ ਕੀਤੀ ਜਥੇਦਾਰ ਸਾਹਿਬ, ਤੁਸੀਂ ਪ੍ਰੈਸ ਨੂੰ ਸਟੇਟਮੈਂਟ ਤੱਕ ਦਿੱਤੀਆਂ, ਬਾਈਟ ਦਿੱਤੀਆਂ ਤੁਹਾਡੀਆਂ ਔਨ ਰਿਕਾਰਡ ਨੇ ਕਿ ਜੇ ਬੰਦੇ ਜੇਲ੍ਹਾਂ 'ਚ ਨਾ ਗਏ ਤੇ ਮੈਂ ਇੱਥੋਂ ਸਾਈਡ ਤੇ ਹੋ ਜਾਊਂਗਾ। ਨਾ ਤੁਸੀਂ ਸਾਈਡ ਤੇ ਹੋਏ ਤੇ ਨਾ ਉਹ 328 ਜਿਹੜੇ ਗੁਰੂ ਮਹਾਰਾਜ ਦੇ ਸਰੂਪ ਨੇ ਅੱਜ ਤੱਕ ਤੇ ਤੁਸੀਂ ਉਹਨਾਂ ਨੂੰ ਔਨ ਰਿਕਾਰਡ ਵੀ ਨਹੀਂ ਲੈ ਕੇ ਆ ਸਕੇ ਕਿ ਉਹ ਕਿੱਥੇ ਪਏ ਨੇ। ਮੈਂ ਨਾ ਦੋਸ਼ੀਆਂ ਨੂੰ ਨਾ ਸਜ਼ਾ ਦਿਓ, ਤੁਸੀਂ ਸੰਗਤ ਨੂੰ ਇਹ ਦੱਸ ਦਿੰਦੇ ਕਿ ਉਹ 328 ਦੇ 28 ਸਰੂਪ ਮਰਿਆਦਾ ਦੇ ਅਨੁਸਾਰ ਰੱਖੇ ਨੇ। ਤੁਹਾਡੇ ਕੋਲ ਤੇ ਅੱਜ ਤੱਕ ਉਹ ਨਹੀਂ ਪਤਾ ਲੱਗਾ, ਤੇ ਕੱਲ ਨੂੰ ਉਹਨਾਂ ਦੇ ਵਿੱਚੋਂ ਮਤਲਬ ਕੋਈ ਮਿਸ ਹੈਪਨਿੰਗ ਹੋ ਜਾਊਗੀ, ਕੁਛ ਹੋ ਜਾਊਗਾ, ਤੇ ਫਿਰ ਆਪਾਂ ਮਤਲਬ ਸਾਰਾ ਪੰਜਾਬ ਨੂੰ ਅੱਗ ਲਾਵਾਂਗੇ, ਬੰਦ ਕਰਾਂਗੇ। ਸੋ ਇਹਨਾਂ ਚੀਜ਼ਾਂ ਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ। ਔਰ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਦੇਖੋ ਸੰਯਮ ਤੋਂ ਕੰਮ ਲਓ। ਸਾਰੇ ਧਰਮਾਂ ਦਾ ਮਤਲਬ ਇੱਕ ਧਰਮ ਦੇ ਨਾਲ ਸੂਬਾ ਜਾਂ ਦੇਸ਼ ਨਹੀਂ ਚੱਲ ਸਕਦਾ। ਇੱਥੇ ਕਾਰੋਬਾਰ ਵੀ ਚਾਹੀਦੇ ਨੇ, ਇੱਥੇ ਸਾਰਾ ਕੁਝ ਚਾਹੀਦਾ। ਮਤਲਬ ਜੋ ਪੰਜਾਬ ਦੇ ਹਾਲਾਤ ਹੋ ਗਏ, ਕਿਤੇ ਬਲਾਸਟ ਹੋ ਰਿਹਾ, ਕਿਤੇ ਮਤਲਬ ਬੇਅਦਬੀ ਹੋ ਰਹੀ ਹੈ, ਬਾਹਰੋਂ ਜਿਹੜਾ ਟੂਰਿਸਟ ਆਉਂਦਾ, ਤੁਹਾਨੂੰ ਪਤਾ ਜੀ 6 ਜੂਨ ਨੂੰ ਜਦੋਂ ਘੱਲੂਘਾਰਾ ਮਨਾਇਆ ਜਾਂਦਾ, ਇੱਕ ਹਫ਼ਤਾ ਪਹਿਲਾਂ ਨਾ ਕੋਈ ਟੂਰਿਸਟ ਆਉਂਦਾ, ਹੋਟਲ ਸਾਰੇ ਖਾਲੀ ਹੁੰਦੇ ਨੇ, ਤੇ ਇੱਕ ਹਫ਼ਤਾ ਬਾਅਦ ਵੀ ਪਤਾ ਨਹੀਂ ਯਾਰ ਇੱਥੇ ਜਾ ਕੇ ਫਸ ਜਾਣਾ। ਸਾਡੇ ਕੋਲ ਬੇਸ ਕੀ ਹੈ, ਸਾਡੇ ਕੋਲ ਰੁਜ਼ਗਾਰ ਦਾ ਸਾਧਨ ਕੀ ਹੈ? ਅੰਮ੍ਰਿਤਸਰ ਵਾਲਿਆਂ ਕੋਲ ਟੂਰਿਸਟ ਦੇ ਸਿਰ ਤੇ ਲੋਕ ਪਲਦੇ ਨੇ ਸਾਰਾ ਕੁਝ। ਮਤਲਬ ਹੋਟਲ ਤੁਹਾਡੇ ਖਾਲੀ ਹੋ ਜਾਂਦੇ ਨੇ, ਕੋਈ ਟੂਰਿਸਟ ਆਉਣ ਨੂੰ ਤਿਆਰ ਨਹੀਂ। ਤੁਹਾਡੇ ਬੰਬ ਬਲਾਸਟ ਤੋਂ ਬਾਅਦ ਤੁਹਾਡੇ ਸਿਆਸੀ ਤੁਸੀਂ ਕੀ ਲਾਹੇ ਲੈਣੇ ਨੇ, ਕਿਸ ਚੱਕਰ ਦੇ ਵਿੱਚ ਹੋ ਰਹੇ ਨੇ, ਤੁਹਾਡੀਆਂ ਇੰਟੈਲੀਜੈਂਸ ਫੇਲ ਨੇ, ਭੁਗਤਣਾ ਤੇ ਜਨਤਾ ਨੂੰ ਪੈ ਰਿਹਾ ਨਾ ਕਿਤੇ ਤੁਹਾਡੀ ਰਾਜਨੀਤੀ ਇਹਦੇ ਵਿੱਚ ਜੁੜੀ ਆ। ਮੈਂ ਲੋਕਾਂ ਨੂੰ ਕਹਿੰਦਾ ਕਿ ਸੰਯਮ ਤੋਂ ਤੇ ਸਬਰ ਤੋਂ ਕੰਮ ਲੈਣਾ ਚਾਹੀਦਾ। ਐਵੇਂ ਤੈਸ਼ ਚ ਆ ਕੇ ਨਹੀਂ, ਗਾਲਾਂ ਤੁਸੀਂ ਮੈਨੂੰ ਜਿੰਨੀਆਂ ਮਰਜ਼ੀ ਕੱਢੀ ਜਾਓ, ਪਰ ਮੈਂ ਆਪਣੀ ਗੱਲ ਦੇ ਉੱਤੇ ਅਟੱਲ। ਤੇ ਮੈਂ ਮਤਲਬ ਇਹ ਨਹੀਂ ਸੋਚਣ ਵਾਲਾ ਕਿ ਮੈਨੂੰ ਮਤਲਬ ਕੀ ਲੋਕ ਪਸੰਦ ਕਰ ਰਹੇ ਨੇ। ਜੋ ਮੇਰੇ ਦਿਲ ਨੂੰ ਠੀਕ ਲੱਗਦਾ ਹੈ, ਆਜ਼ਾਦੀ ਆ ਯਾਰ ਸਾਰਿਆਂ ਨੂੰ ਬੋਲਣ ਦੀ। ਔਰ ਲੋਕ ਕਮੈਂਟ ਕੀ ਕਰਦੇ ਨੇ, ਮੈਂ ਤੁਹਾਨੂੰ ਮਤਲਬ ਦੱਸਣ ਲੱਗਿਆ ਵੀ ਸ਼ਰਮ ਆਉਂਦੀ ਹੈ। ਮੇਰੇ ਬੱਚੇ ਤੱਕ ਉਹਨਾਂ ਨੂੰ ਮਤਲਬ ਅਸੈਪਟ ਕਰਦੇ ਨੇ ਵੀ ਪਾਪਾ ਕੋਈ ਗੱਲ ਨਹੀਂ, ਤੁਸੀਂ ਚੱਲਣ ਦਿਓ, ਤੁਸੀਂ ਬਿਲਕੁਲ ਠੀਕ ਹੋ। ਇੱਕ ਬੰਦਾ ਮੈਨੂੰ ਲਿਖਦਾ ਕਿ ਬਾਰ-ਬਾਰ ਕੋਈ ਬੇਅਦਬੀ ਕਰਨ ਜਾਊਗਾ ਤੇ ਉਹਨੂੰ ਕੀ ਕੀਤਾ ਜਾਊਗਾ। ਮਤਲਬ ਉਹ ਬੰਦੇ ਨੇ ਬਾਰ-ਬਾਰ ਬੇਅਦਬੀ ਕੀਤੀ। ਤੁਹਾਡੇ ਘਰ ਦੇ ਵਿੱਚ ਆ ਕੇ ਮੈਨੂੰ ਕਹਿੰਦੇ ਜੀ ਕੋਈ ਰੇਪ ਕਰੂਗਾ ਤੇ ਫਿਰ ਕੱਲ ਨੂੰ ਉਹਨੂੰ ਆਪਣਾ ਪ੍ਰਾਹੁਣਾ ਬਣਾ ਲਓਗੇ, ਆਹ ਕਰੋਗੇ। ਤੇ ਮੈਂ ਕਿਹਾ ਯਾਰ ਮਨਸ਼ਾ ਹੈ ਤੁਹਾਡੀ, ਜੋ ਮਰਜ਼ੀ ਲਿਖੀ ਜਾਓ, ਇਹਨਾਂ ਚੀਜ਼ਾਂ ਨਾਲ ਮੈਂ ਡਰਨਾ ਥੋੜ੍ਹੀ ਹੈ। ਤੇ ਕਦੀ ਜਦੋਂ ਕੋਈ ਕਮੈਂਟ ਗਲਤ ਆਉਂਦੇ ਨੇ ਤੇ ਮੇਰੇ ਬੱਚੇ ਵੀ ਦੇਖਦੇ ਨੇ, ਤੇ ਉਹ ਮੈਨੂੰ ਮਤਲਬ ਕਹਿਣਗੇ ਪਾਪਾ ਮਨ ਤੇ ਬੋਝ ਨਹੀਂ ਪਾਉਣਾ ਕਿਸੇ ਗੱਲ ਦਾ, ਤੁਸੀਂ ਜੋ ਕਰ ਰਹੇ ਹੋ ਠੀਕ ਕਰ ਰਹੇ ਹੋ। ਬੱਚੇ ਵੀ ਆਦੀ ਹੋ ਗਏ। ਆਦੀ ਮੈਂ ਤੁਹਾਨੂੰ ਦੱਸ ਰਿਹਾ ਕਿ ਆਦੀ ਮੈਨੂੰ ਇਹ ਸਬਕ ਮਿਲਿਆ ਜ਼ਿੰਦਗੀ ਦੇ ਵਿੱਚ ਇੱਕ, ਕਿ ਜਦੋਂ ਮੈਂ ਕਿਤੇ ਜਾਣਾ, ਜਿੱਦਾਂ ਤੁਸੀਂ ਸੱਜਣ ਮਿਲੇ ਹੋ, ਮੈਂ ਨੈਗੇਟਿਵ ਪੋਜ਼ਿਟਿਵ ਵੇਖਣਾ ਸ਼ੁਰੂ ਕਰ ਦਿੱਤਾ ਕਿ ਬਹੁਤਾਤ ਲੋਕ ਮੈਨੂੰ ਮਤਲਬ ਜਦੋਂ ਮੇਰੇ ਬੱਚੇ ਨਾਲ ਆਉਂਦੇ ਨੇ ਤੇ ਉਹ ਲੋਕ ਮੈਨੂੰ ਮਿਲਦੇ ਨੇ, ਮੈਨੂੰ ਕਹਿਣਗੇ ਵਧੀਆ ਬੋਲਦੇ ਹੋ, ਤੇ 2-4 ਲੋਕ ਆਦੀ ਕੋ ਕਹਿ ਵੀ ਦਿੰਦੇ ਨੇ ਮਾੜਾ, ਤੇ ਫਿਰ ਮੈਂ ਉਹਨਾਂ ਚੀਜ਼ਾਂ ਕਰਕੇ ਆਪਣਾ ਸਫ਼ਰ ਤਾਂ ਨਹੀਂ ਨਾ ਰੋਕ ਸਕਦਾ। ਉਹਨਾਂ ਚੀਜ਼ਾਂ ਕਰਕੇ ਮੈਂ ਆਪਣਾ ਜੋ ਟੀਚਾ, ਜੋ ਮਤਲਬ ਮੇਰੀ ਸੋਚ ਹੈ ਆਪਣੇ ਸੂਬੇ ਲਈ, ਜਾਂ ਮੈਂ ਵੀ ਆਪਣੇ ਧਰਮ ਦਾ ਬੜਾ ਸਤਿਕਾਰ ਕਰਦਾ। ਮੈਂ ਵੀ ਸਵੇਰੇ ਗੁਰਦੁਆਰਾ ਸਾਹਿਬ ਜਾਂਦਾ ਵਾਂ, ਮਤਲਬ ਡੇਲੀ, ਮਤਲਬ ਇੱਕ ਦਿਨ ਮੈਂ ਨਾਗਾ ਨਹੀਂ ਪਾਉਂਦਾ। ਤੇ ਇਹਦਾ ਮਤਲਬ ਇਹ ਤਾਂ ਨਹੀਂ ਯਾਰ ਕਿ ਬਾਕੀ ਦੁਨੀਆ ਨੂੰ ਸਾਰਾ ਮੈਂ ਲੋਕਾਂ ਦੇ ਅਨੁਸਾਰ ਹੀ ਬੋਲਣਾ ਸ਼ੁਰੂ ਕਰਨਾ। ਜੋ ਮੈਨੂੰ ਠੀਕ ਲੱਗਦਾ, ਜੋ ਮੇਰਾ ਦਿਲ ਕਹਿੰਦਾ, ਜੋ ਮੇਰੇ ਸੂਬੇ ਲਈ ਠੀਕ ਆ, ਮੈਂ ਬੋਲਦਾ। ਮੰਨਾ ਜੀ ਕਿਤੇ ਨਾ ਕਿਤੇ ਬਹੁਤ ਸਾਰਾ ਜਿਹੜਾ ਇਹਦਾ ਉਹ ਸਿਹਰਾ ਕਈ ਵਾਰ ਮਾਹੌਲ ਭੜਕਾਉਣ ਦਾ, ਹਨਾ, ਬਹੁਤ ਸਾਰੇ ਮੀਡੀਆਦਾਰਾਂ ਦੇ ਸਿਰ ਵੀ ਆ ਜਾਂਦਾ
ਹੁਣ ਜਿਸ ਤਰ੍ਹਾਂ ਲੁਧਿਆਣਾ ਬੰਬ ਧਮਾਕੇ ਦੀ ਸ਼ਨਾਖਤ ਹੋਈ, ਬਹੁਤ ਸਾਰੇ ਕਈ ਨੇ ਲਿਖਿਆ, ਕਈ ਸਾਰੇ ਮੀਡੀਆਦਾਰਾਂ ਨੇ ਲਿਖਿਆ, ਪਹਿਲਾਂ ਉਸ ਨੂੰ ਜੋੜਿਆ ਗੈਂਗਸਟਰ, ਡਰੱਗ ਸਮਗਲਰ ਤੇ ਖਾਲਿਸਤਾਨ। ਪਹਿਲਾਂ ਇਹਨਾਂ ਦਾ ਤਿੰਨ ਦਾ ਕਨੈਕਸ਼ਨ ਬਣਾਇਆ, ਬਾਅਦ ਦੇ ਵਿੱਚ ਖਾਲਿਸਤਾਨ ਸ਼ਬਦ ਹਟ ਗਿਆ ਤੇ ਫਿਰ ਉਹ ਰਹਿ ਗਿਆ ਸੀ ਡਰੱਗ ਤੇ ਗੈਂਗਸਟਰ ਦਾ ਜਿਹੜਾ ਬੰਬ ਬਲਾਸਟ ਹੋਇਆ। ਜੀ ਜੀ ਮੈਂ ਦੇਖੋ ਮੀਡੀਆ ਨੇ ਕੀ ਚਲਾਉਣਾ, ਤੁਹਾਨੂੰ ਜੋ ਨਾਲ ਦੀ ਨਾਲ ਫੈਕਟ ਨਜ਼ਰ ਆਉਂਦੇ ਨੇ ਤੁਸੀਂ ਉਹ ਚਲਾਉਣਾ ਸ਼ੁਰੂ ਕਰ ਦੇਣਾ। ਜੋ ਉਹਦੇ ਵਿੱਚ ਕੱਲ ਨੂੰ ਸੁਧਾਰ ਹੋਣੇ ਨੇ ਤੁਸੀਂ ਬਿਲਕੁਲ ਨਿਰਪੱਖ ਉਹਨੂੰ ਫਿਰ ਤਹਿ ਤੱਕ ਲੈ ਕੇ ਜਾਓ ਨਾ। ਮੇਰੀ ਸਾਰੇ ਮੀਡੀਆ ਵਾਲਿਆਂ ਨੂੰ ਬੇਨਤੀ ਆ ਕਿ ਮੈਂ ਤੁਹਾਡੇ ਤੇ ਇਹ ਰੋਸ ਨਹੀਂ ਕਰਦਾ ਕਿ ਤੁਹਾਨੂੰ ਜੋ ਫੈਕਟ ਐਟ ਏ ਟਾਈਮ ਨਜ਼ਰ ਆਏ ਤੁਸੀਂ ਲੋਕਾਂ ਦੇ ਸਾਹਮਣੇ ਉਹ ਰੱਖ ਦਿੱਤੇ। ਉਸ ਤੋਂ ਬਾਅਦ ਜੋ ਚ ਦਰੁਸਤੀ ਹੁੰਦੀ ਆ, ਲੋਕਾਂ ਦੇ ਮਨ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਜਾਂਦਾ ਕਿ ਖਾਲਿਸਤਾਨੀ ਆ ਗਏ, ਇਹ ਹੋ ਗਿਆ ਪੰਜਾਬ ਦੇ ਵਿੱਚ। ਹਰ ਚੀਜ਼ ਨੂੰ ਅੰਜਾਮ ਤੱਕ ਲੋਕਾਂ ਦੇ ਵਿੱਚ ਸ਼ਾਂਤੀ ਬਣਾਉਣ ਲਈ, ਲੋਕਾਂ ਦੇ ਮਨ ਚੋਂ ਡਰ ਕੱਢਣ ਲਈ ਵੀ ਮੀਡੀਆ ਦਾ ਬੜਾ ਵੱਡਾ ਯੋਗਦਾਨ ਹੋਣਾ ਚਾਹੀਦਾ। ਤੇ ਤੁਸੀਂ ਮੈਂ ਦੇਖੋ ਇੱਥੇ ਮੀਡੀਆ ਕਰ ਕੀ ਰਿਹਾ। ਮੈਂ ਅੱਜ ਸਵੇਰੇ ਇੱਕ ਅਖਬਾਰ ਦੇ ਵਿੱਚ ਪੜ੍ਹਦਾ ਸੀਗਾ, ਉਹ 'ਚ ਅਖਬਾਰ 'ਚ ਖਬਰ ਲੱਗੀ ਆ ਜੀ ਡਿਪਟੀ ਸੀਐਮ ਰੇਹੜੀ ਤੇ ਗੋਲ ਗੱਪੇ ਖਾ ਰਹੇ ਨੇ। ਇਹ ਖਬਰ ਹੈ ਯਾਰ ਪੰਜਾਬ ਦੀ? ਮਤਲਬ ਤੁਹਾਡੇ ਕੋਲ ਇੰਨੀ ਸਪੇਸ ਹੈ ਕਿ ਡਿਪਟੀ ਸੀਐਮ ਸਲਾਦ ਖਾ ਰਿਹਾ, ਡਿਪਟੀ ਸੀਐਮ ਮਤਲਬ ਮੁੱਖ ਮੰਤਰੀ ਭੰਗੜਾ ਪਾ ਰਿਹਾ, ਮੁੱਖ ਮੰਤਰੀ ਆ ਮੂਲੀਆਂ ਖਾ ਰਿਹਾ, ਗਾਜਰਾਂ ਖਾ ਰਿਹਾ। ਇਹਨਾਂ ਚੀਜ਼ਾਂ ਨਾਲੋਂ ਜੋ ਲੋਕਾਂ ਦੇ ਕੰਮ ਦੀਆਂ ਖਬਰਾਂ ਨੇ, ਜੋ ਉਸਾਰੂ ਖਬਰਾਂ ਨੇ, ਜਿਹਦੇ ਨਾਲ ਲੋਕਾਂ ਦਾ ਭਲਾ ਹੋ ਸਕਦਾ, ਉਹ ਗੋਲ ਗੱਪੇ ਖਾਵੇ, ਉਹ ਖਰਬੂਜੇ ਖਾਵੇ, ਇਹਦੇ ਨਾਲ ਅਸੀਂ ਕੀ ਲੈਣਾ ਉਸ ਖਬਰ ਦੇ ਨਾਲ। ਮਤਲਬ ਇਹੋ ਜਿਹੀਆਂ ਚੀਜ਼ਾਂ ਤੋਂ ਬਚ ਕੇ ਜੋ ਤੁਹਾਡੇ ਉੱਤੇ ਲੋਕ ਮਾਣ ਕਰਦੇ ਨੇ, ਜੋ ਸਵੇਰੇ ਅੱਜ ਤੁਸੀਂ ਦੇਖੋ ਸੋਸ਼ਲ ਮੀਡੀਆ ਹਰ ਬੰਦੇ ਕੋਲ ਹੈਗਾ, ਪਰ ਫਿਰ ਵੀ ਬੰਦਾ ਸਵੇਰੇ ਅਖਬਾਰ ਦੇਖਦਾ ਆਪਣੇ ਘਰ ਦੇ ਵਿੱਚ ਵੀ ਯਾਰ ਅਖਬਾਰ ਆਉਣੀ ਆ, ਮੈਂ ਇਹਦੇ ਵਿੱਚ ਵੇਖਦਾ। ਕਿਉਂਕਿ ਸੋਸ਼ਲ ਮੀਡੀਆ ਤੇ ਕਈ ਫੇਕ ਖਬਰਾਂ ਚੱਲ ਜਾਂਦੀਆਂ ਨੇ, ਕਈ ਬਣਾ ਕੇ ਚਲਾ ਦਿੰਦੇ ਨੇ ਸ਼ੈਤਾਨ ਬੰਦੇ, ਔਰ ਸਵੇਰੇ ਦੀ ਅਖਬਾਰ ਦੇ ਵਿੱਚ ਪੁਸ਼ਟੀ ਹੋ ਜੂਗੀ। ਸੋ ਮੇਰੀ ਅਖਬਾਰਾਂ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਜੋ ਤਰਕ ਵਾਲੀਆਂ ਖਬਰਾਂ ਨੇ, ਜਿਹਦੇ ਨਾਲ ਕੋਈ ਪੰਜਾਬ ਦਾ ਭਲਾ ਹੁੰਦਾ, ਲੋਕਾਂ ਦੇ ਮਨ ਚੋਂ ਡਰ ਕੱਢੋ, ਲੋਕਾਂ ਦਾ ਆਪਸੀ ਭਾਈਚਾਰਾ ਬਣਾ ਕੇ ਰੱਖਿਆ ਜਾਵੇ। ਪਰ ਇੱਥੇ ਹੈ ਸਿਸਟਮ ਇਹ ਹੈ ਕਿ ਮੈਂ ਕੁਝ ਵੀ ਬੋਲਾਂ, ਉਹ ਹੈਡਿੰਗ ਜਾਂਦਿਆਂ ਹੀ ਉਹ ਲੱਗਣਾ ਵੀ ਯਾਰ ਲੋਕਾਂ ਦੀ ਨਿਗਾਹ ਇੱਕਦਮ ਪਵੇ ਤੇ ਨਾਲ ਹੀ ਥੱਲੇ ਗਾਲਮੰਦਾ ਤੇ ਸਾਰਾ ਕੁਝ ਸ਼ੁਰੂ ਹੋ ਜੇ। ਸੋ ਇਹਨਾਂ ਚੀਜ਼ਾਂ ਨੂੰ ਜੋ ਫੈਕਟ ਹੈਗੇ ਉਹ ਵਿਖਾਉਣੇ ਚਾਹੀਦੇ ਨੇ। ਜੀ ਜੀ ਤੁਸੀਂ ਹੁਣੀ ਗੱਲ ਕੀਤੀ ਕਿ ਅਜਿਹਾ ਮਾਹੌਲ ਬਣਾਇਆ ਜਾ ਰਿਹਾ ਕਿ ਇੱਥੇ ਖਾਲਿਸਤਾਨ ਬਣ ਜੂ, ਆਹ ਹੋ ਜੂ, ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤੁਹਾਨੂੰ ਯਾਦ ਹੋਏਗਾ 2017 ਚੋਣਾਂ ਤੋਂ ਪਹਿਲਾਂ ਵੀ ਮੌੜ ਦੇ ਵਿੱਚ ਬੰਬ ਬਲਾਸਟ ਹੁੰਦਾ ਤੇ ਹੁਣ ਲੁਧਿਆਣੇ ਬੰਬ ਬਲਾਸਟ ਹੁੰਦਾ। ਇਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ, ਕੀ ਕਨੈਕਸ਼ਨ ਆਪਸ ਦੇ ਵਿੱਚ ਹੈ ਤਾਂ ਕਿਵੇਂ? ਮੈਂ ਸਾਰਿਆਂ ਦੀ ਜੇਕਰ ਤੁਹਾਨੂੰ ਗੱਲ ਕਰਾਂ ਕਿ ਹਰ ਬੰਦਾ ਆਪਣਾ ਇੱਕ ਵੋਟ ਬੈਂਕ ਲੈ ਕੇ ਚੱਲਦਾ। ਹਰ ਬੰਦਾ ਕੰਮ ਕਿਸੇ ਨੇ ਨਹੀਂ ਕੀਤਾ, ਚਾਹੇ ਕੋਈ ਅਕਾਲੀ ਆ, ਚਾਹੇ ਕਾਂਗਰਸੀ ਆ, ਚਾਹੇ ਮਤਲਬ ਕੋਈ ਝਾੜੂ ਵਾਲੇ ਨੇ, ਚਾਹੇ ਬੀਜੇਪੀ ਵਾਲੇ ਨੇ। ਪੰਜਾਬ ਦਾ ਫਾਇਦਾ ਅਜੇ ਤੱਕ ਕਿਸੇ ਨੂੰ ਨਹੀਂ ਹੋਇਆ ਤੇ ਹਰ ਬੰਦਾ ਵੋਟਾਂ ਲੈਣ ਦੀ ਕੋਸ਼ਿਸ਼ ਕਰ ਰਿਹਾ। ਬੰਬ ਬਲਾਸਟ ਹੋ ਗਏ, ਕਿਤੇ ਨਾ ਕਿਤੇ ਜਿਹੜੇ ਮਤਲਬ ਹਿੰਦੂ ਭਾਈਚਾਰੇ ਦੇ ਲੋਕ ਨੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ ਤੇ ਉਹ ਕਹਿਣਗੇ ਕਿ ਯਾਰ ਬੀਜੇਪੀ ਦੇ ਹੱਥਾਂ 'ਚ ਹੀ ਪੰਜਾਬ ਜਿਹੜਾ ਉਹ ਸੇਫ ਹੋਣਾ ਚਾਹੀਦਾ। ਇਹ ਮਤਲਬ ਸਿਰਫ ਵੋਟ ਬੈਂਕ ਦੀਆਂ ਖਬਰਾਂ। ਅੱਜ ਤੁਸੀਂ ਦਿੱਲੀ ਦੇ ਉੱਤੇ ਚੰਡੀਗੜ੍ਹ 'ਚ ਦੇਖਿਆ ਕਿ ਮਤਲਬ 14 ਸੀਟਾਂ ਮੇਰੇ ਖਿਆਲ ਆਮ ਆਦਮੀ ਨੂੰ ਆਈਆਂ ਨੇ, 12 ਸੀਟਾਂ ਜਿਹੜੀਆਂ ਉਹ ਬੀਜੇਪੀ ਨੂੰ ਆਈਆਂ ਨੇ, ਔਰ ਅਕਾਲੀ ਦਲ ਦਾ ਸ਼ਾਇਦ ਮਹਾ ਖਾਤਾ ਹੀ ਖੁੱਲਿਆ ਤੇ ਕਾਂਗਰਸ ਵੀ 7-8 ਤੇ ਸਿਮਟ ਕੇ ਰਹਿ ਗਈ। ਮੈਂ ਤੁਹਾਨੂੰ ਅੱਗੇ ਬੋਲ ਕੇ ਹਟਿਆ ਕਿ ਮੈਂ 3 ਸਾਲ ਪਹਿਲਾਂ ਗਿਆ ਸੀਗਾ ਕਿ ਪੰਜਾਬ ਦੇ ਵਿੱਚ ਮੁਕਾਬਲਾ ਝਾੜੂ ਦਾ ਤੇ ਬੀਜੇਪੀ ਦਾ ਹੋਊਗਾ, ਕਿਤੇ ਦਿਸਣਗੇ ਵੀ ਨਹੀਂ। ਤੁਸੀਂ ਦੇਖੋ ਚੰਡੀਗੜ੍ਹ ਦੀ ਇਲੈਕਸ਼ਨ ਹੈ, ਸੋਸ਼ਲ ਮੀਡੀਆ ਦੇ ਉੱਤੇ ਨਤਾਰਾ ਕੀਤਾ ਜਾਂਦਾ ਸਾਰਾ ਕੁਝ। 1 ਮਹੀਨੇ ਤੋਂ 15 ਦਿਨ ਤੋਂ ਲਗਾਤਾਰ ਖਬਰ ਚੱਲ ਰਹੀ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾ ਰਿਹਾ, ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾ ਰਿਹਾ। ਅਸੀਂ ਪੰਜਾਬ ਦੇ ਲੋਕ ਤੇ ਖੁਸ਼ ਹੋਵਾਂਗੇ ਕਿ ਚੰਡੀਗੜ੍ਹ ਸਾਨੂੰ ਮਿਲ ਰਿਹਾ। ਤੁਸੀਂ ਚੰਡੀਗੜ੍ਹ ਵਾਲਿਆਂ ਨੂੰ ਪੁੱਛਿਆ, ਉਹ ਤੇ ਕਹਿਣਗੇ ਅਸੀਂ ਮਹਾਂ ਬੰਦੇ ਦੇ ਪੁੱਤ ਬਣਦੇ ਆ ਜਦੋਂ ਮੋਹਾਲੀ ਟੱਪਦੇ ਆ ਜਾ ਕੇ ਵੀ ਬੈਲਟਾਂ ਵੀ ਲਾ ਲਾਂਗੇ, ਗੱਡੀ ਦੇ ਕਾਲੇ ਸ਼ੀਸ਼ੇ ਵੀ ਲਾ ਦਾਂਗੇ, ਜੇ ਮੇਰੀ ਗੱਡੀ ਤੇ ਸਿੰਗਲ 1 ਲਿਖਿਆ ਤੇ ਮੈਂ ਪੁੱਠੀ ਕਰਕੇ ਜੀਰੋ ਵਾਲੀ ਪਲੇਟ ਵੀ ਲਾ ਦੂੰਗਾ। ਤੇ ਉਹ ਲੋਕ ਸੋਚਣਗੇ ਵੀ ਸ਼ਾਇਦ ਯਾਰ ਇਹ ਸਾਡਾ ਵੀ ਨਾ ਬੇੜਾ ਗਰਕ ਹੋ ਜੇ। ਤੇ ਤੁਸੀਂ ਅੱਜ ਰਿਜ਼ਲਟ ਦੇਖੋ, ਉਹ ਫਿਰ ਆਏ ਕਿਤੇ ਨਾ ਕਿਤੇ ਝਾੜੂ ਵਾਲਿਆ ਬੁਲਾ ਦਿੱਤਾ। ਪਤਾ ਨਹੀਂ ਪੰਜਾਬ ਨੂੰ ਜਿਹੜਾ ਉਹ ਚੰਡੀਗੜ੍ਹ ਮਿਲਣਾ ਕਿ ਨਹੀਂ ਮਿਲਣਾ। ਹਰ ਬੰਦਾ ਇਹਨਾਂ ਚੀਜ਼ਾਂ ਦੇ ਨਾਲ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਿਹਾ। ਇਹ ਨਹੀਂ ਕਰ ਰਿਹਾ ਕਿ ਅਸੀਂ ਪੰਜਾਬ ਲਈ ਆਹ ਕੀਤਾ, ਪੰਜਾਬ ਲਈ ਆਹ ਸਿੱਖਿਆ ਦਾ ਪੱਧਰ ਚੁੱਕ ਦਿੱਤਾ, ਪੰਜਾਬ ਦੇ ਬੱਚਿਆਂ ਨੂੰ ਰੁਜ਼ਗਾਰ ਦੇ ਦਿੱਤਾ, ਪੰਜਾਬ ਦੀਆਂ ਬੱਸਾਂ ਠੀਕ ਕਰ ਦਿੱਤੀਆਂ, ਪੰਜਾਬ ਦੇ ਹਸਪਤਾਲ ਠੀਕ ਕਰ ਦਿੱਤੇ ਆ। ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਨਹੀਂ, ਸਿਰਫ ਵੋਟ ਬੈਂਕ ਕਰਕੇ ਕਿ ਪਬਲਿਕ ਕਿਹਦੇ ਨਾਲ ਕੀ ਸੁਣ ਕੇ ਖੁਸ਼ ਹੋ ਸਕਦੀ ਹੈ ਔਰ ਕਿਹਦੇ ਨਾਲ ਸਾਡੀ ਇੱਕ ਧਿਰ ਨਾਲ ਮਤਲਬ ਜੋੜ ਸਕਦੀ ਹੈ। ਸਿਰਫ ਇਹ ਗੇਮ ਸਾਡੇ ਨਾਲ ਹਮੇਸ਼ਾ ਹੀ ਖੇਡੀ ਜਾਂਦੀ ਔਰ ਇਹ ਵੀ ਖੇਡੀ ਜਾ ਰਹੀ ਹੈ। 2017 'ਚ ਵੀ ਬਲਾਸਟ ਹੋਏ ਸੀਗੇ ਔਰ 1 ਸਾਈਡਡ ਜਿਹੜੀ ਉਹ ਵੋਟ ਕੈਪਟਨ ਅਮਰਿੰਦਰ ਸਿੰਘ ਨੂੰ ਪੈ ਗਈ ਸੀਗੀ ਜਦੋਂ ਉਹਨਾਂ ਗੁਟਕਾ ਸਾਹਿਬ ਦੀ ਸਹੁੰ ਖੇਡੀ। ਦੇਖੋ ਇਹ ਲੀਡਰ ਨੇ, ਉਹਨਾਂ ਨੂੰ ਪਤਾ ਸੀਗਾ ਕਿ ਇਸ ਵੇਲੇ ਲੋਕਾਂ ਦੇ ਜਿਹੜੇ ਸੈਂਟੀਮੈਂਟ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਨੇ। ਉਹਨਾਂ ਸਭ ਤੋਂ ਵੱਡਾ ਜਿਹੜਾ ਤੁਰਪ ਦਾ ਪੱਤਾ ਕੱਢਿਆ ਹੱਥ 'ਚ, ਮਤਲਬ ਗੁਰੂ ਸਾਹਿਬ ਨੂੰ ਦਾ ਗੁਟਕਾ ਫੜ ਲਿਆ ਤੇ ਸਹੁੰ ਖਾ ਲਈ। ਤੇ ਲੋਕਾਂ ਦਾ ਇੱਕ ਵਿਸ਼ਵਾਸ ਸੀਗਾ ਕਿ ਯਾਰ ਇਹ ਬੜਾ ਗੁਰੂ ਘਰ ਦੀ ਇੱਜ਼ਤ ਕਰਦਾ, ਇਹਨੂੰ ਵੋਟਾਂ 1 ਸਾਈਡਡ ਹੀ ਪਾ ਦਿੱਤੀਆਂ ਜਾਣ। ਹੋਣਾ ਤੁਹਾਡਾ ਇੱਥੇ ਹੁਣ ਵੀ ਹੈ, ਕੱਢਣ ਪਾਉਣ ਨੂੰ ਕੁਝ ਵੀ ਨਹੀਂ ਨਿਕਲਣਾ ਸਾਡੇ ਕੋਲ ਤੇ ਕਿਸੇ ਨਾ ਕਿਸੇ ਨੇ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਉਲਝਾ ਲੈਣਾ। ਅੱਜ ਇਸ਼ੂ ਇਹ ਨਹੀਂ ਸੀ ਹੈਗੇ ਕਿ ਇੱਥੇ ਬਲਾਸਟ ਹੋਣਾ ਚਾਹੀਦਾ ਸੀਗਾ, ਉੱਥੇ ਬੇਅਦਬੀ ਹੋਣੀ ਚਾਹੀਦੀ ਸੀ। ਇਹ ਇਲੈਕਸ਼ਨ ਦੇ ਦਿਨ ਸੀਗੇ, ਲੋਕਾਂ ਹਿਸਾਬ ਮੰਗਣਾ ਸੀਗਾ ਕਿ ਯਾਰ ਸਾਡੇ ਲਈ ਕੀ ਕੀਤਾ, ਸਾਡੇ ਬੱਚਿਆਂ ਕੋਲ ਪੜ੍ਹਨ ਲਈ ਸਕੂਲ ਨਹੀਂ ਹੈਗੇ, ਸਾਡਾ ਬਜ਼ੁਰਗ ਬਿਮਾਰ ਹੋ ਜਾਏ ਤੇ ਹਸਪਤਾਲ ਦੇ ਵਿੱਚ ਮਤਲਬ ਦਵਾਈ ਨਹੀਂ ਹੈਗੀ, ਸਰਕਾਰੀ ਇਲਾਜ ਨਹੀਂ ਹੈਗਾ, ਅਸੀਂ ਕਿਤੇ ਜਾਣਾ ਹੋਵੇ ਤਾਂ ਤੁਹਾਡੀਆਂ ਬੱਸਾਂ ਦੀ ਹਾਲਤ ਖਸਤਾ ਹੈ। ਮਤਲਬ
ਇਸ਼ੂ ਤੇ ਇਹ ਸੀਗੇ ਤੇ ਸਾਨੂੰ ਇਹਨਾਂ ਇਸ਼ੂਜ਼ ਦੇ ਵਿੱਚ ਦੇਖੋ ਇਲੈਕਸ਼ਨ ਦੇ ਦਿਨ ਆ ਗਏ ਨੇ ਤੇ ਇਹਨਾਂ ਚੁਲਝ ਗਏ ਆ ਵੀ ਕਿਤੇ ਬੇਅਦਬੀ ਹੋ ਰਹੀ ਹੈ, ਕਿਤੇ ਬਲਾਸਟ ਹੋ ਰਿਹਾ, ਤੇ ਇਹੋ ਜਿਹੀਆਂ ਘਟਨਾਵਾਂ ਮੈਨੂੰ ਤਾਂ ਲੱਗਦਾ ਪੰਜਾਬ ਦੇ ਵਿੱਚ ਹੋਰ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਤੇ ਤੁਸੀਂ ਗੱਲ ਕੀਤੀ ਕਿ ਮੁੱਦੇ ਸੀ ਆ ਠੀਕ ਕਰਨੇ ਸੀ, ਸਵਾਰਨੇ ਸੀ, ਪਰ ਤੁਸੀਂ ਟਰਾਂਸਪੋਰਟ ਦਾ ਜ਼ਿਕਰ ਕੀਤਾ। ਰਾਜਾ ਵੜਿੰਗ ਤੇ ਕਹਿ ਰਹੇ ਮੈਂ ਬਹੁਤ ਸ਼ਾਨਦਾਰ ਕੰਮ ਕਰ ਰਿਹਾ, ਮੈਂ ਜਿਹੜੀਆਂ ਬਿਨਾਂ ਟੈਕਸ ਤੋਂ ਆਉਣ ਵਾਲੀਆਂ ਬੱਸਾਂ ਮੈਂ ਉਹ ਬਾਉਂਡ ਕਰ ਦਿੰਦਾ, ਮੈਂ ਬਾਦਲਾਂ ਦੀਆਂ ਬੱਸਾਂ ਨਜਾਇਜ਼ ਚੱਲ ਰਹੀਆਂ ਸੀ ਉਹ ਬਾਉਂਡ ਕਰਤੀ। ਉਹ ਤਾਂ ਕਹਿੰਦੇ ਮੈਂ ਬੜਾ ਸ਼ਾਨਦਾਰ ਕੰਮ ਕਰ ਰਿਹਾ ਰਾਜਾ ਵੜਿੰਗ ਦਾ। ਕਹਿੰਦੇ ਤੁਸੀਂ ਮੈਨੂੰ ਇੱਕ ਚੀਜ਼ ਦੱਸਣਾ, ਮੈਂ ਰਾਜਾ ਵੜਿੰਗ ਜੀ ਨੂੰ ਵੀ ਇੱਕ ਸਵਾਲ ਕਰਦਾ ਕਿ ਬਹੁਤ ਸਾਰੇ ਕਾਂਗਰਸੀਆਂ ਦੀਆਂ ਬੱਸਾਂ ਚੱਲਦੀਆਂ ਸੀਗੀਆਂ, ਬਾਦਲਾਂ ਦੀਆਂ ਬੱਸਾਂ ਬੰਦ ਕੀਤੀਆਂ ਗਈਆਂ, ਜਿਹੜੇ ਅਕਾਲੀ ਦਲ ਨਾਲ ਸੰਬੰਧਿਤ ਸੀਗੇ। ਹਾਂ ਠੀਕ ਆ, ਤੁਹਾਨੂੰ ਬੋਲਦੇ ਰਹੇ ਨੇ ਬੜਾ ਮਾੜਾ ਚੰਗਾ, ਤੁਸੀਂ ਵੀ ਉਹਨਾਂ ਨੂੰ ਬੋਲਦੇ ਰਹੇ ਹੋ, ਉਹਨਾਂ ਨੂੰ ਤੇ ਤੁਸੀਂ ਟਾਰਗੇਟ ਕੀਤਾ। ਅੱਜ ਤੁਹਾਨੂੰ ਸੜਕ ਦੇ ਉੱਤੇ ਪ੍ਰਾਈਵੇਟ ਬੱਸਾਂ, ਕੰਪਨੀ ਬਦਲ ਗਈ ਆ, ਅੱਜ ਕਾਂਗਰਸੀਆਂ ਦੀਆਂ ਚੱਲ ਰਹੀਆਂ ਨੇ। ਕੀ ਕੰਟਰੋਲ ਹੈ? ਅੱਜ ਸਾਡੇ ਟ੍ਰੇਨਸ ਬੰਦ ਨੇ। ਮੈਂ ਹੁਣ ਸਟੇਸ਼ਨ ਦੇ ਉੱਤੇ ਬੋਲ ਕੇ ਆਇਆ, ਮੈਂ ਕਿਸਾਨਾਂ ਨੂੰ ਬੇਨਤੀ ਕਰਕੇ ਆਇਆ ਕਿ ਤੁਸੀਂ 117 ਸੀਟਾਂ ਤੇ ਚੋਣਾਂ ਲੜਨ ਦੀ ਐਲਾਨ ਕੀਤਾ ਤੇ ਉਹਦੇ ਵਿੱਚ 35-40 ਸੀਟਾਂ ਕਸਬਿਆਂ ਦੀਆਂ, ਸ਼ਹਿਰਾਂ ਦੀਆਂ ਆਉਂਦੀਆਂ ਨੇ, ਸਾਡਾ ਵੀ ਬਰਾਬਰ ਦਾ ਧਿਆਨ ਰੱਖਿਆ ਜਾਵੇ। ਸਟੇਸ਼ਨ ਬੰਦ ਨੇ, ਮਤਲਬ ਜੇ ਦਿੱਲੀ ਦਾ ਕਿਰਾਇਆ 500 ਸੀਗਾ ਤੇ ਅੱਜ ਪ੍ਰਾਈਵੇਟ ਬੱਸ ਵਾਲਾ 1200 ਲੈ ਰਿਹਾ। ਜੇ ਸਮਾਨ ਢੋਣ ਦੀ ਗੱਲ ਸੀਗੀ, ਕਿਸੇ ਚੀਜ਼ ਦਾ ਕਿਰਾਇਆ 1000 ਰੁਪਈਆ ਤੇ ਅੱਜ ਟਰੱਕ ਵਾਲਾ 1500 ਰੁਪਈਆ ਲੈ ਰਿਹਾ। ਕਿਤੇ ਵੀ ਕੋਈ ਕੰਟਰੋਲ ਨਹੀਂ ਹੈਗਾ, ਕਿਤੇ ਵੀ ਕੋਈ ਮਤਲਬ ਸਰਕਾਰ ਦਾ ਕੰਟਰੋਲ ਨਹੀਂ। ਉਹਨਾਂ ਨੂੰ ਕਿਹਾ ਜਾਵੇ ਕਿ ਤੁਹਾਡੇ ਆਹ ਰੇਟ ਸੀਗੇ, ਇਸ ਤੋਂ ਬਾਅਦ ਤੁਸੀਂ ਪਬਲਿਕ ਨੂੰ ਕਿਉਂ ਲੁੱਟ ਰਹੇ ਹੋ? ਜੇ ਟ੍ਰੇਨ ਵੀ ਬੰਦ ਨੇ ਤੇ ਵੱਧ ਪੈਸੇ ਦਿਓ, ਟਿਕਟ ਖਰਚੋ ਤੇ ਚਲੇ ਜਾਓ। ਮੈਂ ਰਾਜਾ ਵੜਿੰਗ ਜੀ ਦੀ ਗੱਲ ਤੇ ਆਉਣਾ। ਰਾਜਾ ਵੜਿੰਗ ਜੀ ਕਹਿੰਦੇ ਨੇ ਕਿ ਉਹ ਬੱਸਾਂ ਦੇ ਵਿੱਚ ਮੈਂ ਪ੍ਰੋਫਿਟ ਬੜਾ ਲੈਂਦਾ। ਹੁਣ ਮੈਂ ਇੱਕ ਦਿਨ, ਉਹ ਮੇਰੇ ਖਿਆਲ ਡਿੰਪੀ ਸੀਗਾ ਢਿੱਲੋਂ ਇਹਨਾਂ ਦੀ, ਮੈਨੂੰ ਤੇ ਇੰਨੀ ਨੌਲੇਜ ਨਹੀਂ ਟਰਾਂਸਪੋਰਟ ਦੀ, ਮਤਲਬ ਮੈਂ ਕੋਈ ਬੱਸ ਤੇ ਚਲਾਉਂਦਾ ਨਹੀਂ। ਉਹਨੇ ਵੀ ਇੱਕ ਦਿਨ ਦੱਸਿਆ ਕਿ ਹਾਂ ਯਾਰ, ਜੇ ਮੰਨ ਲਓ ਇੱਥੋਂ ਸਵਾਰੀ ਬਿਆਸ ਤੱਕ ਬੈਠੀ ਹੈ, ਉਹਦੀ ਟਿਕਟ ਜਲੰਧਰ ਤੱਕ ਕਰ ਦਿੱਤੀ ਜਾਂਦੀ ਹੈ, ਔਰ ਉਹ ਜਿਹੜੇ ਪੈਸੇ ਸਰਕਾਰ ਕੋਲੋਂ ਆਉਂਦੇ ਨੇ, ਕਿਤੇ ਇਹ ਤਾਂ ਨਹੀਂ ਹੋ ਰਿਹਾ ਵਿੱਚ ਅਸੀਂ ਸਿਰਫ ਇੱਕ ਤਰਫਾ ਵਿਖਾ ਰਹੇ ਹਾਂ ਕਿ ਆਹ 50 ਲੱਖ ਡੇਲੀ ਆ ਰਿਹਾ, ਆਹ ਕਰੋੜ ਰੁਪਈਆ ਡੇਲੀ ਆ ਰਿਹਾ। ਸਾਨੂੰ ਇਹ ਵੀ ਪਤਾ ਲੱਗਣਾ ਚਾਹੀਦਾ ਕਿਤੇ ਸਾਡੀ ਤਾਂ ਨਹੀਂ ਟੋਪੀ ਘੁੰਮ ਰਹੀ ਵੀ ਇੱਧਰ ਦੀ ਇੱਧਰ। ਸੋ ਇਹਨਾਂ ਚੀਜ਼ਾਂ ਦੇ ਉੱਤੇ ਵੀ ਕੋਈ ਵਾਈਟ ਪੇਪਰ ਰਾਜਾ ਜੀ ਜਾਰੀ ਕਰਨਾ। ਇਹ ਵੀ ਕਹਿਣ ਕਿ ਕਿਸੇ ਵੀ ਕਾਂਗਰਸੀ ਦੀ, ਚਾਹੇ ਉਹ ਜਲੰਧਰ ਦਾ ਮੰਤਰੀ ਆ, ਚਾਹੇ ਉਹ ਕਿਤੋਂ ਦਾ MP ਆ, ਚਾਹੇ ਕਿਤੋਂ ਦਾ MLA ਆ, ਮੈਂ ਬਸ ਉਹਦੀ ਵੀ ਨਹੀਂ ਚੱਲਣ ਦਊਂਗਾ। ਤੇ ਮੇਰਾ ਚੈਲੰਜ ਹੈ ਉਹਨਾਂ ਨੂੰ ਕਿ ਉਹੋ ਹੀ ਆ ਜਾਣ, ਜਿਹੜੇ ਮਰਜ਼ੀ ਅੱਡੇ ਦੇ ਵਿੱਚ ਆ ਜਾਣ, ਦੱਸ ਕੇ ਆ ਜਾਣ ਕਿ ਰਾਜਾ ਵੜਿੰਗ ਜੀ ਦੱਸ ਕੇ ਆ ਜਾਣ। ਉਹਨਾਂ ਦੱਸਣ ਲੱਗਿਆ ਤੇ ਸਾਰਾ ਕੁਝ ਕੰਟਰੋਲ ਹੋ ਜਾਊਗਾ ਨਾ ਉਹਨਾਂ ਦੇ। ਮੈਂ ਤਾਂ ਵੀ ਉਹਨਾਂ ਨੂੰ ਲੈਣ ਲਾ ਕੇ ਦੱਸ ਦੂੰਗਾ ਵੀ ਕੱਲ ਆਹ ਬੱਸਾਂ ਨਜਾਇਜ਼ ਗਈਆਂ ਨੇ ਇੱਥੋਂ, ਤੇ ਫਿਰ ਕੌਣ ਜ਼ਿੰਮੇਵਾਰ ਹੈ? ਉਹ ਤਾਂ ਘੁੰਮਦੇ ਫਿਰਦੇ ਨੇ ਰਾਜਾ ਵੜਿੰਗ ਚ, ਕਦੇ ਅੰਮ੍ਰਿਤਸਰ ਆਏ ਨਹੀਂ? ਅੰਮ੍ਰਿਤਸਰ ਆਏ ਨੇ ਜੀ, ਕੂੜਾ ਚੁੱਕਿਆ ਉਹਨਾਂ ਥੋੜਾ ਜਿਹਾ ਤੇ ਉੱਥੋਂ ਵੀ ਚਲੇ ਗਏ, ਲੁਧਿਆਣੇ ਵੀ ਚੁੱਕਿਆ। ਮੈਂ ਤੇ ਇੱਕ ਦਿਨ ਇਹ ਕਿਹਾ ਸੀਗਾ ਕਿ ਰਾਜਾ ਵੜਿੰਗ ਜਦੋਂ ਅੰਮ੍ਰਿਤਸਰ ਆ ਰਹੇ ਆ, ਜਦੋਂ GM ਬੱਸਾਂ ਵਾਲੇ ਨੂੰ ਪਤਾ ਹੋਵੇ ਵੀ ਮੇਰਾ ਜਿਹੜਾ ਮੰਤਰੀ ਉਹ ਬੜਾ ਸਫਾਈ ਪਸੰਦ ਹੈ ਯਾਰ, ਫਿਰ ਤੇ ਉਹਨੂੰ ਉੱਥੇ ਲਿਫਾਫਾ ਕੋਈ ਛੱਡਣਾ ਹੀ ਨਹੀਂ ਚਾਹੀਦਾ। ਜੇ ਤੁਹਾਡੀ ਇੰਨੀ ਦਹਿਸ਼ਤ ਹੀ ਨਹੀਂ ਕਿ ਮੰਤਰੀ ਨੂੰ ਤੁਹਾਡਾ ਇੰਨਾ ਰੋਹ ਵੀ ਨਹੀਂ, ਤੁਹਾਡਾ ਇੰਨਾ ਕੰਟਰੋਲ ਹੀ ਨਹੀਂ, ਤੁਹਾਨੂੰ ਆ ਕੇ ਆਪ ਕੂੜਾ ਚੁੱਕਣਾ ਪੈ ਰਿਹਾ। ਕੈਮਰੇ ਨਾਲ ਲੈ ਕੇ ਆਉਂਦੇ ਨੇ, ਕੱਲ ਕੇਜਰੀਵਾਲ ਕੋ ਗਏ ਨੇ, ਉਹਨੇ ਵੀ ਕਿਹਾ ਹੁੰਦਾ ਕੈਮਰਾ ਤੂੰ ਭਰਾਵਾ ਨਾਲ ਲੈ ਕੇ ਆਇਆ। ਮਤਲਬ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਬਣਨੀਆਂ, ਲੋਕਾਂ ਨੂੰ ਕੀ ਪਸੰਦ ਹੈ ਇਹ ਵੇਖਣਾ, ਇਹਦੇ ਨਾਲ ਰਿਜ਼ਲਟ ਨਹੀਂ ਮਿਲ ਰਿਹਾ। ਲੋਕਾਂ ਨੂੰ ਮੈਂ ਬੇਨਤੀ ਕਰਦਾ ਕਿ ਕੇਵਲ ਗੱਲਾਂ ਤੋਂ ਮੈਂ ਵੀ ਕੁਝ ਬੋਲਦਾ ਤੇ ਉਹਦੇ ਉੱਤੇ ਨਾ ਖੁਸ਼ ਹੋ ਜਾਇਆ ਕਰੋ। ਮੇਰੇ ਬੋਲਣ ਦੇ ਨਾਲ ਕੋਈ ਮਸਲਾ ਹੱਲ ਹੋਇਆ, ਮੇਰੇ ਬੋਲਣ ਦੇ ਨਾਲ ਕਿਸੇ ਨੂੰ ਕੋਈ ਫਾਇਦਾ ਹੋਇਆ, ਇਹਨਾਂ ਚੀਜ਼ਾਂ ਦੇ ਉੱਤੇ ਜ਼ਰੂਰ ਵਿਚਾਰ ਕਰਿਆ ਕਰੋ। ਹਾਂ ਠੀਕ ਹੈ, ਬੋਲਣਾ ਉਹਨਾਂ ਨੂੰ ਬੜਾ ਵਧੀਆ ਆਉਂਦਾ, ਬਹੁਤ ਵਧੀਆ ਬੋਲਦੇ ਨੇ ਤੇ ਥੱਲੇ ਤਾੜੀਆਂ ਵੱਜਦੀਆਂ ਨੇ ਜਿੰਨਾ ਜਦੋਂ ਕਿਸੇ ਨੂੰ ਗਾਲਾਂ ਕੱਢਦੇ ਨੇ ਬਾਦਲਾਂ ਵਗੈਰਾ ਨੂੰ, ਪਰ ਉਹਦੇ ਨਾਲ ਰਿਜ਼ਲਟ ਆਉਣੇ ਬਹੁਤ ਜ਼ਿਆਦਾ ਜ਼ਰੂਰੀ ਨੇ। ਮੈਂ ਤੇ ਕਹਿੰਦਾ ਰਾਜਾ ਵੜਿੰਗ ਇੱਥੋਂ ਹੋ ਕੇ ਗਏ ਨੇ ਅੰਮ੍ਰਿਤਸਰ ਤੋਂ, ਕਿ ਅੱਜ ਰਾਜਾ ਵੜਿੰਗ ਆਪਣੇ ਦਿਲ ਤੇ ਹੱਥ ਰੱਖ ਕੇ ਕਹਿ ਦੇਣ ਕਿ ਅੰਮ੍ਰਿਤਸਰ ਦੇ ਵਿੱਚੋਂ ਕਿਸੇ MP ਕਿਸੇ MLA ਦੀ ਬੱਸ ਨਜਾਇਜ਼ ਨਹੀਂ ਚੱਲਦੀ, ਕਾਂਗਰਸੀ ਦੀ ਅੱਜ ਵੀ ਚੱਲਦੀਆਂ। ਉਹ ਕਹਿੰਦੇ ਮਨਪ੍ਰੀਤ ਬਾਦਲ ਦੀਆਂ ਵੀ ਬੱਸਾਂ ਚੱਲਦੀਆਂ। ਹਾਂ ਠੀਕ ਆ, ਬਹੁਤ ਸਾਰੇ ਕਾਂਗਰਸੀਆਂ ਨੇ ਵੀ ਟੈਕਸ ਨਹੀਂ ਦਿੱਤਾ, ਪਰ ਕਹਿੰਦੇ ਜਿਹੜਾ ਟੈਕਸ ਨਹੀਂ ਭਰੂਗਾ, ਸਮਾਂ ਦਿੱਤਾ, ਜਿਹੜਾ ਟੈਕਸ ਨਹੀਂ ਭਰੂਗਾ, ਮਨਪ੍ਰੀਤ ਬਾਦਲ ਟੈਕਸ ਨਹੀਂ ਦੇਣਗੇ, ਉਹਨਾਂ ਦੀਆਂ ਬੱਸਾਂ ਵੀ ਅਸੀਂ ਅੰਦਰ ਕਰ ਦਾਂਗੇ। ਕਿਉਂ ਤਾਂ ਸ਼ਰਮ ਕਹਿੰਦੇ ਨੇ। ਮਨਪ੍ਰੀਤ ਬਾਦਲ ਦੀ ਉਹਨੇ ਦੱਸਿਆ ਸੀ ਜੀ, ਮੇਰੇ ਖਿਆਲ ਰਘੂ ਰਾਜ ਕੋ ਕੰਪਨੀ ਆ 13-14 ਲੱਖ। ਤੇ ਇਸ ਤੋਂ ਵੱਡੀ ਬਦਕਿਸਮਤੀ ਸੂਬੇ ਦੀ ਕੀ ਹੋ ਸਕਦੀ ਹੈ ਕਿ ਇੱਕ ਸੂਬੇ ਦਾ ਵਿੱਤ ਮੰਤਰੀ ਜਿੰਨੇ ਸਾਰਾ ਵਿੱਤ ਕੰਟਰੋਲ ਕਰਕੇ ਰੱਖਣਾ, ਫਾਈਨਾਂਸ ਕੰਟਰੋਲ ਕਰਕੇ ਰੱਖਣਾ, ਤੇ ਉਹ ਕਵੇ ਮੈਂ ਟੈਕਸ ਨਹੀਂ ਦਿੱਤਾ ਯਾਰ, ਮੈਂ ਬਾਅਦ ਚ ਦਊਂਗਾ। ਇਸ ਤੋਂ ਵੱਡੀ ਲਾਹਨਤ ਕੀ ਹੋ ਸਕਦੀ ਹੈ? ਦੂਜੀ ਚੀਜ਼ ਮੈਂ ਵੀ ਭੁਲੇਖਾ ਕੱਢਦੇ ਹਾਂ ਕਿ ਸਾਰੇ ਟਰਾਂਸਪੋਰਟਰ, ਮਤਲਬ ਜਿਨ੍ਹਾਂ ਨੇ ਵੀ ਇਹ ਸਟੇ ਲਏ ਸੀਗੇ ਕੋਰਟ ਦੇ ਵਿੱਚ, ਕਿ ਸਾਡੀਆਂ ਸਵਾਰੀਆਂ ਅੱਧੀਆਂ ਸੀਗੀਆਂ ਤੇ ਸਾਡੇ ਕੋਲ ਟੈਕਸ ਪੂਰਾ ਕੀਤਾ ਜਾਂਦਾ ਸੀ। ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਕਹਿ ਦਿਓ ਕਿ ਜਦੋਂ ਵੀ ਸਵਾਰੀਆਂ ਅੱਧੀਆਂ ਸੀਗੀਆਂ, ਕਦੀ ਬੱਸ 'ਚ ਅੱਧੀਆਂ ਸਵਾਰੀਆਂ ਬੈਠੀਆਂ ਵੇਖੀਆਂ, ਕਦੀ ਸੋਸ਼ਲ ਡਿਸਟੈਂਸ ਤੁਸੀਂ ਚੱਲਦਾ ਵੇਖਿਆ ਸੀਗਾ? ਸਵਾਰੀਆਂ ਉਦੋਂ ਵੀ ਪੂਰੀਆਂ ਜਾਂਦੀਆਂ ਰਹੀਆਂ, ਬੱਸਾਂ ਭਾਵੇਂ ਘੱਟ ਚੱਲਦੀਆਂ ਸਗੋਂ ਭਰ ਕੇ ਜਾਂਦੀਆਂ ਰਹੀਆਂ। ਤੇ ਜਦੋਂ ਟੈਕਸ ਦੇਣ ਦੀ ਵਾਰੀ ਆਈ ਤੇ ਇਹ ਬਹਾਨਾ ਬਣਾ ਲਿਆ। ਕੈਪਟਨ ਅਮਰਿੰਦਰ ਸਿੰਘ ਰਲੇ ਸੀਗੇ, ਮਤਲਬ ਠੋਕ ਵਜਾ ਕੇ ਰਲੇ ਸੀਗੇ ਜਦੋਂ ਵਿੱਤ ਮੰਤਰੀ ਦੀਆਂ ਆਪਣੀਆਂ ਬੱਸਾਂ ਸੀਗੀਆਂ। ਇੱਥੇ ਹੋਣਾ ਕੀ ਚਾਹੀਦਾ? ਕੋਈ ਟਰਸਟ ਚੱਲਦਾ। ਤੁਸੀਂ ਦੇਖੋ ਪੁਰਾਣੇ ਜਿੱਦਾਂ ਅੱਜ ਚੀਫ ਖਾਲਸਾ ਦੀਵਾਨ ਹੈ, ਹੋਰ ਜਿਹੜੀਆਂ ਆਰਗੇਨਾਈਜੇਸ਼ਨ ਨੇ, ਜਦੋਂ ਉਹਦੇ ਮੈਂਬਰਸ ਬਣਾਏ ਜਾਂਦੇ ਸੀ ਨਾ, ਉਹਨਾਂ ਦੇ ਵਿੱਚ ਇੱਕ ਸ਼ਰਤ ਰੱਖੀ ਜਾਂਦੀ ਸੀ ਕਿ ਤੇਰਾ ਕੋਈ ਕਾਰੋਬਾਰ
ਇਸ ਸੰਬੰਧ ਦੇ ਵਿੱਚ ਰਿਲੇਟਡ ਨਾ ਹੋਵੇ, ਤੂੰ ਕੋਈ ਕਾਰੋਬਾਰ ਨਾ ਕਰਦਾ ਹੋਵੇ, ਫਿਰ ਤੂੰ ਪੂਰੀ ਤਰ੍ਹਾਂ ਸੇਵਾ ਕਰ ਸਕਦਾ। ਫਿਰ ਤੂੰ ਇੱਥੇ ਹਰ ਟਰਾਂਸਪੋਰਟ ਜਿਹੜਾ ਮੰਤਰੀ ਹੈ ਉਹਦੀਆਂ ਬੱਸਾਂ ਨੇ ਹੈ ਨਾ। ਜੇ ਕੋਈ ਮਤਲਬ ਹੈਲਥ ਦਾ ਮਿਨਿਸਟਰ ਹੈ ਤੇ ਉਹਦਾ ਕਿਤੇ ਪ੍ਰਾਈਵੇਟ ਹਸਪਤਾਲ ਚੱਲਦਾ, ਜੇ ਕੋਈ ਐਜੂਕੇਸ਼ਨ ਮਿਨਿਸਟਰ ਹੈ ਤੇ ਉਹਦੇ ਆਪਣੇ ਪ੍ਰਾਈਵੇਟ ਸਕੂਲ ਚੱਲਦੇ ਨੇ। ਇੱਥੇ ਤੇ ਇਹ ਹਾਲਾਤ ਬਣੇ ਨੇ ਯਾਰ, ਮਤਲਬ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਚਾਹੀਦਾ। ਜਦੋਂ ਤੁਸੀਂ ਆਪਣਾ ਹੀ ਸਾਰਾ ਕੁਝ ਵੇਖਣਾ, ਇਸ ਤੋਂ ਵੱਡੀ ਮਿਸਾਲ ਹੁਣ ਤੁਸੀਂ ਕੀ ਲਓਗੇ? ਮਤਲਬ ਵਿੱਤ ਮੰਤਰੀ ਨੂੰ ਇਹਦੇ ਬਦਲੇ ਅਸਤੀਫਾ ਨਹੀਂ ਦੇਣਾ ਚਾਹੀਦਾ ਕਿ ਯਾਰ ਤੂੰ ਫਾਈਨਾਂਸ ਮਿਨਿਸਟਰ ਹੈ, ਤੂੰ ਲੋਕਾਂ ਦੇ ਉੱਤੇ ਕੰਟਰੋਲ ਕਰਨਾ, ਤੂੰ ਫਾਈਨਾਂਸ ਦੇ ਮਤਲਬ ਫਾਰਮੂਲੇ ਜਿਹੜੇ ਲੈ ਕੇ ਆਉਣੇ ਨੇ ਉਹ ਲਾਗੂ ਕਰਾਉਣੇ ਨੇ, ਤੇ ਤੁਸੀਂ ਆਪ ਹੀ ਨਹੀਂ ਟੈਕਸ ਦੇ ਰਹੇ, ਤੇ ਫਿਰ ਸਾਡੇ ਲੋਕਾਂ ਕੋਲ ਕਾਹਦਾ ਟੈਕਸ ਮੰਗਦੇ? ਮੈਂ ਤਾਂ ਲੋਕਾਂ ਨੂੰ ਕਹਿੰਦਾ ਕਿ ਜਦੋਂ ਵੀ ਸ਼ਹਿਰ ਦਾ ਕੋਈ ਮੇਅਰ, ਕੋਈ ਲੋਕਲ ਬੋਡੀ ਮਿਨਿਸਟਰ, ਉਹ ਸਰਕ ਦੀ ਤੁਹਾਨੂੰ ਕੋਈ ਗਲਤ ਬਿਲਡਿੰਗ ਕਿਸੇ ਨਾ ਕਿਸੇ ਦੀ ਮਿਲ ਜੂਗੀ, ਕਿਸੇ ਸ਼ਹਿਰ ਦੀ ਵੀ, ਮੈਂ ਇੱਕ ਸ਼ਹਿਰ ਦੀ ਨਹੀਂ ਗੱਲ ਕਰਦਾ। ਤੇ ਤੁਸੀਂ ਲੋਕ ਵੀ ਜਦੋਂ ਸਾਰੀ ਕਰਦੇ ਹੋ ਤੇ ਉਹਨਾਂ ਲਾ ਕੇ ਤੇ ਉਹਨਾਂ ਦੇ ਅੱਗੇ ਗਲ ਪਿਆ ਕਰੋ ਵੀ ਪਹਿਲਾਂ ਐਮਐਲਏ ਵਾਲੀ, ਪਹਿਲਾਂ ਮੰਤਰੀ ਵਾਲੀ ਢਾਹ ਕੇ ਆਓ। ਪਰ ਲੋਕ ਜਾਗਰੂਕ ਨਹੀਂ। ਇੱਥੇ ਹਰ ਬੰਦਾ ਆਪਣਾ ਫਾਇਦਾ ਲੈਣਾ ਚਾਹੁੰਦਾ, ਚਾਹੇ ਉਹ ਮੰਤਰੀ ਆ, ਚਾਹੇ ਪਬਲਿਕ ਦਾ। ਮੈਂ ਵੀ ਹੋਵਾਂ ਪਬਲਿਕ ਦਾ ਬੰਦਾ, ਮੈਂ ਕਹਾਂ ਯਾਰ ਮੇਰਾ ਸਰ ਗਿਆ, ਗੋਲੀ ਮਾਰੋ, ਮੈਂ ਕਿਸੇ ਤੋਂ ਕੀ ਲੈਣਾ। ਇਹਨਾਂ ਚੀਜ਼ਾਂ ਨੇ ਸਾਨੂੰ ਮਾਰ ਦਿੱਤਾ, ਇਹਨਾਂ ਚੀਜ਼ਾਂ ਨੇ ਸਾਨੂੰ ਮਤਲਬ ਉਜਾੜ ਕੇ ਰੱਖ ਦਿੱਤਾ ਪੰਜਾਬ ਨੂੰ। ਕੋਈ ਸੁਹਿਰਦ ਹੋ ਕੇ ਪੰਜਾਬ ਲਈ ਲੜਨਾ ਹੀ ਨਹੀਂ ਚਾਹੁੰਦਾ। ਮੈਂ ਤਾਂ ਕਹਿੰਦਾ ਵਿੱਤ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ। ਤੇ ਮਤਲਬ ਸਾਰਿਆਂ ਦੀ ਗੱਲ ਕਰ ਲਈ, ਸਾਰੇ ਮਾੜੇ ਨੇ। ਤੁਸੀਂ ਕਿਸੇ ਦਾ ਅਸਤੀਫਾ ਮੰਗ ਲਿਆ, ਕਿਸੇ ਤੇ ਕੋਈ ਇਲਜ਼ਾਮ, ਕਿਸੇ ਤੇ ਕੋਈ ਇਲਜ਼ਾਮ। ਤੁਹਾਨੂੰ ਪੰਜਾਬ ਦੀ ਸਿਆਸਤ 'ਚ ਕੋਈ ਐਸਾ ਲੀਡਰ ਨਜ਼ਰ ਆਉਂਦਾ ਤੁਹਾਨੂੰ ਲੱਗਦਾ ਜਿਹੜਾ ਪੰਜਾਬ ਨੂੰ ਲੀਡ ਕਰ ਸਕਦਾ? ਮੇਰੀ ਇੱਕ ਸੋਚ ਹੈ ਜੀ, ਮਤਲਬ ਹੋ ਸਕਦਾ ਕੋਈ ਲੋਕ ਉਹਦੇ ਨਾਲ ਸਹਿਮਤ ਹੋਣ ਜਾਂ ਨਾ ਹੋਣ। ਪੋਲੀਟੀਸ਼ੀਅਨ ਤਾਂ ਨਹੀਂ ਸਹਿਮਤ ਹੋ ਸਕਦੇ, 2 ਨੰਬਰ ਵਾਲੇ ਤਾਂ ਨਹੀਂ ਸਹਿਮਤ ਹੋ ਸਕਦੇ। ਮੇਰੀ ਇੱਕ ਸੋਚ ਹੈ ਜੀ, ਜਿਹੜਾ ਵੀ ਕੋਈ ਐਮਐਲਏ ਮੰਤਰੀ ਬਣਦਾ, ਉਹ ਕੋ ਮਾਂ ਦੇ ਪੇਟ 'ਚੋਂ ਕੋਈ ਡਿਗਰੀ ਲੈ ਕੇ ਆਉਂਦਾ, ਕੋਈ ਉੱਥੋਂ ਫਾਰਮ ਲੈ ਕੇ ਆਉਂਦਾ ਵੀ ਮੈਂ ਆਹ ਪੇਪਰ ਭਰ ਦੇਣੇ ਨੇ ਐਮਐਲਏ ਦੇ। ਆਮ ਲੋਕਾਂ ਦੇ ਵਿੱਚੋਂ ਤੁਹਾਨੂੰ ਕਈ, ਜੇ ਕੋਈ ਐਜੂਕੇਸ਼ਨ ਮਿਨਿਸਟਰ ਬਣਨਾ ਤੇ ਇੱਕ ਚੰਗਾ, ਕਿਸੇ ਵੀ ਪਾਰਟੀ ਨੇ ਤੁਸੀਂ ਦੇਖੋ, ਕਿਸੇ ਸਿੰਗਰ ਨੂੰ ਲੈ ਰਹੀ ਹੈ, ਕੋਈ ਸੈਲੀਬ੍ਰਿਟੀ ਨੂੰ ਲੈ ਰਹੀ ਹੈ, ਕੋਈ ਪਾਰਟੀ ਇਹ ਐਲਾਨ ਕਰ ਰਹੀ ਹੈ ਯਾਰ ਕਿ ਅਸੀਂ ਐਜੂਕੇਸ਼ਨ ਮਿਨਿਸਟਰ ਬਣਾਉਣਾ, ਆਹ ਬੰਦਾ ਸਰਕਾਰੀ ਸਕੂਲ 'ਚ ਟੀਚਰ ਰਿਹਾ, ਆਪਣੀ ਅੱਧੀ ਤਨਖਾਹ ਵੀ ਸਕੂਲ ਦੇ ਉੱਤੇ ਲਾਉਂਦਾ ਰਿਹਾ, ਤੇ ਇਹਨੂੰ ਅਸੀਂ ਟਿਕਟ ਦੇ ਕੇ ਜਿਤਾ ਕੇ ਤੇ ਐਮਐਲਏ ਬਣਾਉਣਾ। ਕੋਈ ਪਾਰਟੀ ਇਹ ਕਹਿ ਰਹੀ ਹੈ ਵੀ ਆਹ ਸਰਕਾਰੀ ਡਾਕਟਰ ਰਿਹਾ, ਇਹਨੇ ਇੰਨੀ ਸੇਵਾ ਕੀਤੀ ਹੈ, ਔਰ ਇਸ ਤੋਂ ਬਾਅਦ ਜੇ ਸਾਡੀ ਚੋਣ ਹੁੰਦੀ ਅਸੀਂ ਇਹਨੂੰ ਐਮਐਲਏ ਲੜਾ ਕੇ ਤੇ ਇਹਨੂੰ ਅਸੀਂ ਹੈਲਥ ਮਿਨਿਸਟਰ ਬਣਾਉਣਾ। ਇਹੋ ਜੀ ਤਰਜ਼ ਦੇ ਉੱਤੇ ਕੋਈ ਕੰਮ ਹੀ ਨਹੀਂ ਕਰ ਰਿਹਾ। ਆਮ ਪਬਲਿਕ ਨੂੰ ਕਿਉਂ ਨਹੀਂ ਇਹ ਸਿਆਸਤ ਦੇ ਵਿੱਚ ਆਉਂਦੇ? ਇਹਨਾਂ ਲੋਕਾਂ 'ਚ ਅੱਜ ਵੀ ਤੁਸੀਂ ਦੇਖੋ, ਝਾੜੂ ਵਾਲੇ ਕਿਸੇ ਨੂੰ ਸ਼ਾਮਲ ਕਰ ਰਹੇ ਆ, ਬੀਜੇਪੀ ਵਾਲੇ ਕਿਸੇ ਨੂੰ ਮਤਲਬ ਸ਼ਾਮਲ ਕਰ ਰਹੇ ਆ। ਕੀ ਉਹੋ ਹੀ 234 ਬੰਦੇ ਰਹਿ ਗਏ ਨੇ ਅਕਾਲੀ ਕਾਂਗਰਸੀਆਂ ਦੇ, ਜੋ ਸਿਰਫ ਉਹਨਾਂ ਦੇ ਉੱਤੇ ਹੀ ਫੋਕਸ ਕੀਤਾ ਜਾ ਰਿਹਾ? ਆ ਸੋਸ਼ਲ ਮੀਡੀਆ ਤੇ ਪਿਛਲੇ ਦਿਨੀ ਮੈਸੇਜ ਸੀਗਾ ਕਿ ਸੁੱਖ ਸਰਕਾਰੀਆ, ਬ੍ਰਹਮ ਮਹਿੰਦਰਾ, ਵਿਜੇ ਇੰਦਰ ਸਿੰਗਲਾ ਤੇ ਹੋਰ ਇਹੋ ਜਿਹੇ ਕਈ ਜਿਹੜੇ ਮੰਤਰੀ ਨੇ ਉਹ ਬੀਜੇਪੀ ਦਾ ਮਿਲਾ ਕੇ ਮੈਸੇਜ ਘੁੰਮ ਰਿਹਾ ਸੀ। ਹਾਂਜੀ, ਬੀਜੇਪੀ ਦੇ ਵਿੱਚ ਉਹ ਜਾ ਰਹੇ ਨੇ ਕਿ ਅਮਿਤ ਸ਼ਾਹ ਨੇ ਉਹਨਾਂ ਨੂੰ ਕਿਹਾ ਕਿ ਜਾਂ ਬੀਜੇਪੀ ਤੇ ਜਾਂ ਜੇਲ੍ਹ। ਮੈਂ ਇੱਕ ਦਿਨ ਇਹਨਾਂ ਦੇ ਕਿਸੇ ਬੰਦੇ ਨੂੰ ਫੋਨ ਕੀਤਾ, ਮਤਲਬ ਹਾਈ ਅਥਾਰਟੀ ਸੀਗਾ। ਮੈਂ ਕਿਹਾ ਯਾਰ ਤੁਸੀਂ ਇਹਨਾਂ ਨੂੰ ਲੈਣ ਦੀਆਂ ਖਬਰਾਂ ਦੇ ਰਹੇ ਹੋ। ਪੰਜਾਬ ਇੱਕ ਨਵਾਂ ਪੰਜਾਬ ਤੇ ਨਵੇਂ ਆਗੂ ਚਾਹੁੰਦਾ ਹੋ, ਕਿਸੇ ਵੀ ਪਾਰਟੀ 'ਚ ਹੋਣ। ਮੈਂ ਪਾਰਟੀ ਨੂੰ ਨਹੀਂ ਮਾੜੇ ਕਹਿੰਦਾ, ਇਹਨਾਂ ਲੋਕਾਂ ਨੂੰ ਮਾੜੇ ਕਹਿੰਦਾ ਕਿ ਤੁਸੀਂ ਇਹ ਬੰਦਿਆਂ ਦੀਆਂ ਖਬਰਾਂ ਲੱਗ ਰਹੀਆਂ ਨੇ ਕਿ ਬੰਦੇ ਤੁਹਾਡੀ ਪਾਰਟੀ 'ਚ ਆ ਰਹੇ ਨੇ। ਮੈਂ ਤੁਹਾਨੂੰ ਇਹ ਸਪਸ਼ਟ ਕਰਨਾ ਚਾਹੁੰਦਾ ਕਿ ਬੰਦੇ ਕਰਪਟ ਨਹੀਂ ਹੈਗੇ, ਇਹ ਕਰਪਸ਼ਨ ਦੀਆਂ ਫੈਕਟਰੀਜ਼ ਨੇ। ਮਤਲਬ ਇਹਨਾਂ ਨੇ ਮਸ਼ੀਨਾਂ 'ਚ ਜਿੱਦਾਂ ਕਰਪਸ਼ਨ ਹੁੰਦੀ ਹੈ ਨਾ, ਵੀ ਨੋਟ ਛਪ ਕੇ ਉਸ ਤਰੀਕੇ ਦੀ ਕਰਪਸ਼ਨ ਕੀਤੀ ਹੈ। ਇਹਨਾਂ ਚੀਜ਼ਾਂ ਦੇ ਉੱਤੇ ਵਿਚਾਰ ਕਰੋ। ਪਰ ਇੱਥੇ ਹੈ ਕੀ ਆ, ਹਰ ਬੰਦਾ ਜਿੱਤਣਾ ਚਾਹੁੰਦਾ, ਚਾਹੇ ਉਹ ਕਾਲੇ ਚੋਰ ਨੂੰ ਖੜਾ ਕਰ ਲਓ, ਚਾਹੇ ਕਿਸੇ ਨੂੰ ਵੀ ਕਰ ਲਓ। ਇਹ ਜਿਹੜੇ ਪ੍ਰੋਫੈਸ਼ਨਲ ਮਤਲਬ ਲੀਡਰ ਨੇ, ਇਹਨਾਂ ਤੋਂ ਸਾਨੂੰ ਛੁਟਕਾਰਾ ਚਾਹੀਦਾ। ਤੁਸੀਂ ਕਿਉਂ ਨਹੀਂ ਮਤਲਬ ਜੇ ਆ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦਾ ਮੰਤਰੀ ਬਣਨਾ, ਤੇ ਕਿਉਂ ਨਹੀਂ ਕੋਈ ਇਮਾਨਦਾਰ ਪੱਤਰਕਾਰ ਜਿਹਨੇ ਸੇਵਾ ਕੀਤੀ ਹੋਵੇ ਪੰਜਾਬ ਦੀ, ਉਹਨੂੰ ਬਣਾਇਆ ਜਾਵੇ। ਮਤਲਬ ਇਹ ਆਗੂ ਆਉਣ ਨਾ। ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦਾ, ਮੈਨੂੰ ਕੋਈ ਚੰਗਾ ਪਲੇਟਫਾਰਮ ਮਿਲੇ ਮੈਂ ਵੀ ਉਹਦੀ ਮਦਦ ਕਰਨ ਨੂੰ ਤਿਆਰ ਹਾਂ। ਕੋਈ ਪੰਜਾਬ ਲਈ ਲੱਗੇ ਤੇ ਸਹੀ, ਕਿਹਦੇ ਮਗਰ ਲੱਗੀ ਹੈ? ਤੁਸੀਂ ਮੈਨੂੰ ਦੱਸ ਦਿਓ ਕਿ ਕਿਹੜੇ ਬੰਦੇ ਤੋਂ ਤੁਹਾਨੂੰ ਆਸ ਹੈ ਕਿ ਪੰਜਾਬ ਦੇ ਉੱਤੇ ਇੰਨੇ ਵਾਅਦਿਆਂ ਦਾ ਬੋਝ ਪਾਇਆ ਜਾ ਰਿਹਾ, ਉਹ ਬੰਦਾ ਪੂਰੇ ਕਰ ਦੂਗਾ। ਮੈਂ ਤੁਹਾਨੂੰ ਗਰੰਟੀ ਨਾ ਕਹਿੰਦਾ, ਮੈਂ ਤੁਹਾਡੇ ਨਾਲ ਜਾ ਕੇ ਉਸ ਬੰਦੇ ਦਾ ਮਤਲਬ ਗੁੱਟ ਫੜਨ ਨੂੰ ਤਿਆਰ ਹਾਂ। ਤੇ ਸਿਰਫ ਲੋਕਾਂ ਨੂੰ ਖੁਸ਼ ਕਰਨ ਲਈ ਗੱਲਾਂ ਕੀਤੀਆਂ ਜਾਂਦੀਆਂ। ਤੁਸੀਂ ਆ ਦੇਖੋ, ਅੱਜ ਮੇਰੇ ਖਿਆਲ ਸੁਖਬੀਰ ਬਾਦਲ ਅੰਮ੍ਰਿਤਸਰ ਆਏ ਨੇ। 3 ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਪੁਲਿਸ ਵਾਲਿਆਂ ਨੂੰ ਕਹਿ ਰਹੇ ਤੇਰੀ ਪੈਂਟ ਗਿੱਲੀ ਕਰ ਦੂੰਗਾ, ਮੈਂ ਫਲਾਣਾ ਕਰ ਦੂੰਗਾ ਮੇਰਾ ਬੰਦਾ। ਇਹ ਗੱਲਾਂ ਨੇ ਯਾਰ ਕਰ। ਤੁਸੀਂ ਇਹ ਦੇਖਦੇ ਹੋ ਕਿ ਪਬਲਿਕ ਕਾਹਦੇ ਨਾਲ ਖੁਸ਼ ਹੁੰਦੀ ਹੈ? ਪੁਲਿਸ ਵਾਲੇ ਕਿਸੇ ਦੇ ਚਲਾਨ ਕਰਦੇ ਨੇ, ਬਹੁਤ ਪੁਲਿਸ ਵਾਲੇ ਕਿਸੇ ਨਾਲ ਧੱਕਾ ਵੀ ਕਰਦੇ ਨੇ, ਤੇ ਤੁਸੀਂ ਥੱਲੇ ਬੋਲੇ ਸੋਨੇਵਾਲ ਦੇ ਨਾਅਰੇ ਲਵਾਉਣੇ ਨੇ। ਅੱਜ ਸੁਖਬੀਰ ਬਾਦਲ ਆਏ ਨੇ, ਉਹ ਵੀ ਪੁਲਿਸ ਨੂੰ ਗਾਲਾਂ ਕੱਢ ਰਹੇ ਨੇ। ਮਤਲਬ ਮੈਂ ਉਹਨਾਂ ਪੁਲਿਸ ਵਾਲਿਆਂ ਨੂੰ ਕਹਿੰਦਾ, ਲਾਹਣਤ ਹੈ ਯਾਰ ਤੁਹਾਡੇ ਤੇ, ਜਿਹੜੇ ਇਹਨਾਂ ਨਾਲ ਤੁਸੀਂ ਰਫਲਾਂ ਚੁੱਕ ਕੇ ਤੁਰੇ ਫਿਰਦੇ ਹੋ। ਕਿਉਂ ਨਹੀਂ ਇਹਨਾਂ ਦਾ ਬਾਈਕਾਟ ਕਰਦੇ ਵੀ ਭਾਈ ਅਸੀਂ ਤੁਹਾਡੀ ਨੌਕਰੀ ਨਹੀਂ ਕਰਨੀ? ਕੋਈ ਜ਼ਮੀਰ ਤੇ ਜਗਾਓ ਯਾਰ ਤੁਸੀਂ ਆਪਣਾ। ਇਹੋ ਹੀ ਲੋਕ ਤੁਹਾਨੂੰ ਗਾਲਾਂ ਕੱਢਦੇ ਨੇ, ਇਹਨਾਂ ਦੀ ਤੁਸੀਂ ਚਾਕਰੀ ਕਰ ਰਹੇ ਹੋ, ਇਹਨਾਂ ਨੂੰ ਤੁਸੀਂ ਲੋਕਾਂ ਦੇ ਰੋਹ ਤੋਂ ਬਚਾ ਰਹੇ ਹੋ, ਇਹਨਾਂ ਨੂੰ ਲੋਕਾਂ ਦੇ ਛਿੱਤਰਾਂ ਤੋਂ ਬਚਾ ਰਹੇ ਹੋ। ਇਹਨਾਂ ਨੂੰ ਮਾਨ ਮਰਿਆਦਾ ਤੇ ਸਿਖਾਓ ਨਾ ਬੋਲਣ ਦੀ। ਮੈਂ ਵੀ ਬੜਾ ਗਰਮ ਬੋਲਦਾ, ਪਰ ਤੁਸੀਂ ਕਿਸੇ ਦਾ ਮਤਲਬ ਪਰਿਵਾਰਕ ਜਾਂ ਉਹਦੀ ਡਿਗਨਿਟੀ ਨੂੰ, ਉਹਦੀ ਇਮੇਜ ਨੂੰ ਤੁਸੀਂ ਲੈ ਕੇ ਤੁਸੀਂ ਇਹਨਾਂ ਨਾ ਤੁਸੀਂ ਕਿਸੇ ਨੂੰ ਮਤਲਬ ਡਿਮੋਰਲਾਈਜ਼ ਕਰੋ। ਕਿ ਤੁਸੀਂ ਤੁਹਾਨੂੰ ਸੋਚ ਸਮਝ ਕੇ ਪੋਲੀਟੀਸ਼ੀਅਨ ਨੂੰ ਬੋਲਣਾ ਚਾਹੀਦਾ। ਇਹ ਪੋਲੀਟੀਸ਼ੀਅਨ ਬੋਲਦੇ ਹੀ ਉਹ ਨੇ ਕਿ ਜਿਹਦੇ ਨਾਲ ਬਸ ਥੱਲਿਓਂ ਬੋਲੇ ਸੋਨੇਵਾਲ ਸੁਣਨਾ ਹੈ ਵੀ ਉਹਦੇ ਵਿੱਚ ਕੋਈ ਗੰਦ ਬੋਲ ਦਿਓ, ਉਹਦੇ ਵਿੱਚ ਕੋਈ ਮਾੜਾ ਬੋਲ ਦਿਓ। ਕਦ ਸਿੱਧੂ ਸਾਹਿਬ ਦੀ ਇੱਕ ਪੀਸੀ ਚੱਲਦੀ ਸੀ, ਪ੍ਰੈਸ ਦੇ ਵਿੱਚ ਉਹ ਮਤਲਬ ਗਾਲ ਕੱਢ ਰਹੇ ਨੇ ਭੈਣ ਦੀ।
ਮਤਲਬ ਇਹ ਤਾਂ ਇਦਾਂ ਹੋਣਾ ਚਾਹੀਦਾ ਹੈ। ਤੁਹਾਡੀ ਜ਼ੁਬਾਨ ਦੇ ਉੱਤੇ ਕੋਈ ਕੰਟਰੋਲ ਹੀ ਨਹੀਂ ਯਾਰ ਤੁਹਾਡਾ। ਤੁਸੀਂ ਜੇ ਆਪਣੀ ਜ਼ੁਬਾਨ ਤੇ ਕੰਟਰੋਲ ਨਹੀਂ ਕਰ ਸਕਦੇ ਤਾਂ ਤੁਸੀਂ ਪੰਜਾਬ ਦੇ ਉੱਤੇ ਕੀ ਕੰਟਰੋਲ ਕਰੋਗੇ? ਥੋੜੀ ਸੱਭਿਅਤਾ ਮੁੱਕ ਗਈ, ਤੁਹਾਡਾ ਆਪਸੀ ਸੱਭਿਆਚਾਰ ਹੀ, ਆਪਸੀ ਭਾਈਚਾਰਾ ਹੀ ਮੁੱਕਦਾ ਜਾਂਦਾ। ਠੀਕ ਆ, ਜਿਹੜਾ ਦੋਸ਼ੀ ਉਹਨੂੰ ਠੋਕ ਕੇ ਸਜ਼ਾ ਦਿਓ, ਪਰ ਉਹਦੇ ਨਾਲ ਭਾਸ਼ਾ ਤੇ ਠੀਕ ਰੱਖੋ ਨਾ। ਸਾਰਾ ਕੁਝ ਮਤਲਬ ਕੁਝ ਵੀ ਨਹੀਂ ਇੱਥੇ, ਸਿਰਫ ਲੋਕਾਂ ਨੂੰ ਖੁਸ਼ ਕਰਨ ਲਈ ਬੋਲਿਆ ਜਾਂਦਾ। ਔਰ ਜੋ ਲੋਕਾਂ ਦੇ ਮਤਲਬ ਤੁਸੀਂ ਇੱਕ, ਮੈਂ ਨਾ ਇੱਕ ਦਿਨ ਕਹਾਵਤ ਸੁਣਾਈ ਸੀ ਇੱਕ, ਕਿ ਕਿਤੋਂ ਗਵਈਏ ਗਾ ਕੇ ਜਾਂਦੇ ਨੇ, ਰਸਤੇ ਦੇ ਵਿੱਚ ਉਹਨਾਂ ਨੂੰ ਡਾਕੂ ਪੈ ਜਾਂਦੇ ਨੇ। ਉਹਨਾਂ ਨੂੰ ਕਹਿੰਦੇ ਵੀ ਲਿਆਓ ਕੀ ਹੈਗਾ ਤੁਹਾਡੇ ਕੋਲ? ਉਹ ਕਹਿੰਦੇ ਮਹਾਰਾਜ ਅਸੀਂ ਰਾਜੇ ਦੇ ਦਰਬਾਰ 'ਚ ਗਾ ਕੇ ਆਏ ਹਾਂ, ਅਤੇ ਉਹ ਰਾਜੇ ਨੇ ਸਾਨੂੰ ਕਿਹਾ, ਨਹੀਂ ਸੌਰੀ ਮੈਂ ਤੁਹਾਨੂੰ ਦੱਸਣ ਲੱਗਾ ਕਿ ਉਹ ਰਾਜੇ ਦੇ ਦਰਬਾਰ 'ਚ ਗਾਉਂਦੇ ਨੇ, ਰਾਜਾ ਬੜਾ ਖੁਸ਼ ਹੁੰਦਾ। ਉਹ ਉਹਨਾਂ ਨੂੰ ਕੀ ਕਹਿੰਦਾ ਕਿ ਤੁਹਾਨੂੰ ਹੀਰੇ ਜਵਾਹਰਾਤ ਦਿੱਤੇ, ਆ ਫਲਾਣੀ ਚੀਜ਼ ਦਿੱਤੀ, ਟਮਕਾਣੀ ਚੀਜ਼ ਦਿੱਤੀ, ਮਤਲਬ ਅੱਜ ਜਿੱਦਾਂ ਇਹ ਲਾਰੇ ਲਾ ਰਹੇ ਨੇ, ਇੰਨੀਆਂ ਚੀਜ਼ਾਂ ਗਿਣਾ ਦਿੱਤੀਆਂ ਜਾਂਦੀਆਂ, ਤੁਹਾਨੂੰ ਦਿੱਤੀਆਂ ਤੇ ਤੁਹਾਨੂੰ ਪਹੁੰਚ ਜਾਣਗੀਆਂ। ਉਹ 15 ਦਿਨ ਵੇਟ ਕਰਦੇ ਨੇ, ਜਿਤਨਾ ਅਸੀਂ ਪੰਜਾਬ ਦੀ ਜਨਤਾ ਕਰਦੇ ਹਾਂ। ਉਹ 20 ਦਿਨ ਵੇਟ ਕਰਦੇ ਨੇ, ਮਹੀਨਾ ਕਰਦੇ ਨੇ, ਅਖੀਰ ਉਹ ਰਾਜੇ ਦੇ ਦਰਬਾਰ 'ਚ ਜਾਂਦੇ ਨੇ ਵੀ ਮਹਾਰਾਜ ਤੁਸੀਂ ਤੇ ਸਮਾਨ ਕਿਹਾ ਸੀਗਾ ਤੇ ਆਇਆ ਕੁਛ ਵੀ ਨਹੀਂ। ਕਹਿੰਦਾ ਕਿਹੜਾ ਸਮਾਨ ਹੋਏ? ਉਦੋਂ ਚੋਣਾਂ ਹੋ ਜਾਂਦੀਆਂ ਨਾ, ਇਹ ਜਿੱਤ ਜਾਂਦੇ। ਉਹ ਕਹਿੰਦਾ ਕਿਹੜਾ ਸਮਾਨ? ਕਹਿੰਦਾ ਤੁਸੀਂ ਕਿਹਾ ਜੀ ਹੀਰੇ ਜਵਾਹਰਾਤ ਤੁਹਾਨੂੰ ਦੇਵਾਂਗੇ, ਤੁਸੀਂ ਖੁਸ਼ ਹੋ ਗਏ ਗੱਲ ਕਹੀ ਸੀ। ਕਹਿੰਦਾ ਯਾਰ ਜੋ ਤੁਸੀਂ ਬੋਲਿਆ ਉਹ ਮੇਰੇ ਕੰਨਾਂ ਨੂੰ ਚੰਗਾ ਲੱਗਾ, ਮੈਂ ਉਹ ਕਹਿਤਾ ਜੋ ਤੁਹਾਡੇ ਕੰਨਾਂ ਨੂੰ ਚੰਗਾ ਲੱਗਾ, ਲੈਣ ਦੇਣ ਨੂੰ ਕੀ ਰਹਿ ਗਿਆ ਆਪਣੇ ਵਿੱਚ? ਮਤਲਬ ਉਹ ਹਾਲਾਤ ਸਾਡੇ ਚੋਣਾਂ ਤੋਂ ਬਾਅਦ ਨਾ ਹੋ ਜਾਣ ਵੀ ਦਿੱਤਾ ਕੁਛ ਵੀ ਨਾ ਜਾਵੇ ਤੇ ਗਣਾ ਇੰਨਾ ਕੁਝ ਦਿੱਤਾ। ਬੰਦੇ ਪਲੈਨਿੰਗ ਕਰ ਲੈਂਦੇ ਨੇ ਯਾਰ ਕਿ 1000 ਰੁਪਈਆ ਇਹਨਾਂ ਦੇਣਾ, 2000 ਰੁਪਈਆ ਸੁਖਬੀਰ ਨੇ ਦੇਣਾ, ਇਸ ਬਦਲੇ ਅਸੀਂ ਇਹਨੂੰ ਵੋਟਾਂ ਪਾਉਣੇ ਆ। ਕੋਈ ਜਨਾਨੀ ਸੋਚ ਲੈਂਦੀ ਕਿ ਮੈਂ 500 ਦੀ ਛੋਟੀ ਕਮੇਟੀ ਪਾ ਲੂੰਗੀ, ਆਹ ਕਰ ਲੂੰਗੀ, ਇਹਨਾਂ ਦੀ ਸਰਕਾਰ ਆ ਜੇ। ਮਤਲਬ ਇਹਨਾਂ ਚੀਜ਼ਾਂ 'ਚ ਨਾਲ ਜਾਓ ਯਾਰ, ਸਾਨੂੰ ਮਤਲਬ ਸਾਡੇ ਤੇ ਰਹਿਮ ਕਰੋ, ਸਾਡੇ ਬੱਚਿਆਂ ਨੂੰ ਕਾਰੋਬਾਰ ਦਿਓ, ਸਾਡੀਆਂ ਮਤਲਬ ਲੇਡੀਜ਼ ਨੂੰ ਤੁਸੀਂ ਮਤਲਬ ਇੰਨਾ ਜ਼ਿਆਦਾ ਕਰੋ ਨਾ ਪ੍ਰਮੋਟ ਕਿ ਉਹ ਕਾਰੋਬਾਰ ਕਰ ਸਕਣ। ਇੱਥੇ ਹਾਲਾਤ ਕੀ ਹੈ? ਬੱਚੀ ਵਿਚਾਰੀ ਕੋਈ ਬਾਹਰ ਜਾਣ ਨੂੰ ਤਿਆਰ ਨਹੀਂ। ਤੁਸੀਂ ਕਿਤੇ ਵੀ ਕ੍ਰਾਈਮ ਹੁੰਦਾ, ਕੋਈ ਕਿਸੇ ਨੂੰ ਤੰਗ ਕਰਦਾ, ਤੇ ਹਾਲਾਤ ਪਤਾ ਕੀ ਨੇ ਸੂਬੇ ਦੇ ਲਾ ਐਂਡ ਆਰਡਰ ਦੇ? ਤੁਸੀਂ ਆ ਸਾਡੇ ਸ਼ਹਿਰ 'ਚ ਇੱਕ ਕਤਲ ਹੋ ਗਿਆ ਪਿੱਛੇ ਜੇ, ਕਿਸੇ ਦੀ ਕਿਸੇ ਨਾਲ ਅੰਗੇਜਮੈਂਟ ਹੋਈ, ਉਹਨੇ ਸਪਾਰੀ ਦੇ ਕੇ ਮੁੰਡਾ ਮਰਵਾ ਦਿੱਤਾ ਔਰ ਬੰਦੇ ਨਹੀਂ ਫੜੇ ਜਾ ਰਹੇ। ਐਡੀ ਭਲੀ ਮਾਨਸ ਤੇ ਐਡੀ ਵੱਡੀ ਕਾਰੋਬਾਰੀ ਫੈਮਿਲੀ, ਉਹ ਅੰਮ੍ਰਿਤਸਰ 'ਚ ਰਹਿਣਾ ਚਾਹੂਗੀ ਕੱਲ੍ਹ ਨੂੰ? ਮਤਲਬ ਇੱਥੇ ਹੁੰਦਾ ਕੀ ਆ, ਕਿਸੇ ਦੀ ਕੋਈ ਧੀ ਭੈਣ ਨੂੰ ਛੇੜ ਦੇਵੇ ਨਾ, ਤੇ ਮੇਰਾ ਖਿਆਲ ਉਹ ਥਾਣੇ ਜਾ ਕੇ ਬੰਦਾ ਨਹੀਂ ਸੈਟਿਸਫਾਈ ਹੁੰਦਾ ਕਿ ਉੱਥੇ ਯਾਰ ਪੈਸੇ ਚੱਲ ਜਾਣੇ ਨੇ, ਉੱਥੇ ਕੋਈ ਅਪਰੋਚ ਆ ਜਾਣੀ ਐਮਐਲਏ ਦੀ, ਤੇ ਉਹ ਵੱਡਾ ਕੋਈ ਗੁੰਡਾ ਲੱਭਦਾ ਹੈ ਕਿ ਯਾਰ ਇਹਨੂੰ ਦਬਕਾ ਮਾਰ, ਤੇ ਲੋਕਾਂ ਦਾ ਮਸਲਾ ਉੱਥੋਂ ਹੱਲ ਹੁੰਦਾ। ਇਹ ਪੰਜਾਬ ਦੇ ਹਾਲਾਤ ਨੇ ਸਾਰੇ ਮਾੜੇ। ਤੁਸੀਂ ਸਾਰਿਆਂ ਨੂੰ ਡਿਨਾਈ ਕਰਤਾ ਜੀ, ਤੁਸੀਂ ਅੱਗੇ ਲੱਗੋ, ਲੀਡ ਕਰੋ ਪੰਜਾਬ ਨੂੰ। ਨਹੀਂ ਮੈਂ ਕਰ ਨਹੀਂ ਸਕਦਾ ਜੀ, ਮੈਂ ਆਪਣੀ ਜ਼ਿੰਮੇਵਾਰੀ ਆਪ ਲੈ ਸਕਦਾ। ਮੈਂ ਤੁਹਾਨੂੰ ਇਹ ਵੀ ਸਪਸ਼ਟ ਕਰ ਦਿਆਂ ਕਿ ਮੈਂ ਕੋਈ ਚੰਗਾ ਨਹੀਂ। ਮਤਲਬ ਮੈਂ ਕਹਾਂ ਜੀ ਅੱਜ ਮੈਂ ਦੁੱਧ ਧੋਤਾ ਵਾਂ, ਮੈਨੂੰ ਤੁਸੀਂ ਪੰਜਾਬ ਦਾ ਮੁੱਖ ਮੰਤਰੀ ਬਣਾ ਦਿਓ, ਮੈਨੂੰ ਤੁਸੀਂ ਕੋਈ ਮਤਲਬ ਲੋਕਲ ਬਾਡੀ ਮਿਨਿਸਟਰ ਬਣਾ ਦਿਓ, ਮੈਨੂੰ ਕੋਈ ਰੈਵਨਿਊ ਮਿਨਿਸਟਰ ਬਣਾ ਦਿਓ, ਤੇ ਮੈਂ ਨਹੀਂ ਫਿਰੂੰਗਾ, ਮੈਂ ਵੀ ਕੈਪਟਨ ਵਾਂਗੂ ਗੁਟਕਾ ਫੜ ਕੇ ਤੇ ਸਹੁੰ ਖਾ ਲੈਣਾ। ਨਹੀਂ, ਇਸ ਤਰ੍ਹਾਂ ਨਹੀਂ ਹੈ। ਹੋ ਸਕਦਾ ਮੇਰੇ ਅੱਗੇ ਕਿੰਨੇ ਕੁ ਢੇਰ ਲੱਗਣੇ ਨੇ, ਮਤਲਬ ਇੱਥੇ ਹਰ ਬੰਦੇ ਦਾ ਮੁੱਲ ਲੱਗ ਜਾਂਦਾ, ਕਿੰਨੇ ਡੋਲ ਜਾਣਾ। ਮਤਲਬ ਇਹਦੇ ਉੱਤੇ ਸਖਤੀ ਹੋਣੀ ਚਾਹੀਦੀ। ਇਹ ਕਿਸ ਤਰ੍ਹਾਂ ਰੁਕ ਸਕਦਾ? ਤੁਸੀਂ ਕਹਿਣ ਨਾਲ ਨਹੀਂ ਰੋਕ ਸਕਦੇ। ਇਹ ਰੋਕ ਕਿਸ ਤਰ੍ਹਾਂ ਸਕਦਾ ਕਿ ਜਿੱਦਾਂ ਪਿਛਲੀ ਸਰਕਾਰ ਨੇ ਕੋਈ ਕਰਪਸ਼ਨ ਕੀਤੀ ਸੀ, ਥੋੜ੍ਹੇ ਇਸ਼ੂ ਸੀਗੇ ਇਹਨਾਂ ਕੋਲ ਸਵਾਏ ਡਰੱਗ ਤੋਂ, ਬੇਅਦਬੀ ਤੋਂ, ਜਿਹਦੇ 'ਚ ਮਰਜ਼ੀ ਫੜ ਕੇ ਉਹਨਾਂ ਨੂੰ ਅੰਦਰ ਦੇ ਦਿੰਦੇ, ਚਾਹੇ ਉਹ ਬੱਸਾਂ ਚੱਲਦੀਆਂ ਰਹੀਆਂ, ਚਾਹੇ ਉਹ ਕੁਝ ਵੀ ਚੱਲਦਾ ਰਿਹਾ। ਇੱਥੇ ਹਾਲਾਤ ਇਹ ਨੇ ਕਿ ਜਿਹੜੇ ਪਿਛਲੇ ਨੇ ਉਹਨਾਂ ਨੂੰ ਜਿਹੜੇ ਆ ਜਾਂਦੇ ਨੇ ਉਹ ਕੁਝ ਨਹੀਂ ਕਹਿੰਦੇ, ਇਹਨਾਂ ਚਲੇ ਜਾਣਾ ਉਹ ਆ ਜਾਣੇ, ਉਹਨਾਂ ਨੇ ਇਹਨੂੰ ਕੁਝ ਨਹੀਂ ਕਹਿਣਾ। 2-4 ਮਿਸਾਲਾਂ ਜਿੱਦਾਂ ਚੰਨੀ ਸਾਹਿਬ ਕਹਿੰਦੇ ਸੀ ਕਾਂ ਟੰਗਣੇ ਨੇ, ਕਾਂ ਤੁਸੀਂ ਕਰਪਸ਼ਨ 'ਚ ਕਿਹੜੇ ਕਾਂ ਟੰਗੇ ਯਾਰ? 5-7 ਕਿਹੜੇ ਪੋਲੀਟੀਸ਼ੀਅਨ ਟੰਗੇ? ਕੀ ਪਿਛਲੀ ਸਰਕਾਰ 10 ਸਾਲ ਬੜੀ ਸਾਫ਼ ਸੁਥਰੀ ਰਹੀ ਆ, ਉਹਨਾਂ ਕੋਈ ਕਰਪਸ਼ਨ ਨਹੀਂ ਕੀਤੀ? ਤੁਸੀਂ ਕਿਸੇ ਤੇ 420 ਦਾ ਪਰਚਾ, ਕਿਸੇ ਤੇ ਕੋਈ ਮਤਲਬ ਇਹੋ ਜਿਹੇ ਪਰਚੇ ਦੇਣ ਦੀ ਕੋਸ਼ਿਸ਼ ਕੀਤੀ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ, ਆਉਣ ਵਾਲੀ ਨਸਲ ਨੂੰ ਇਹ ਕੰਨ ਹੋ ਜਾਣ ਕਿ ਨਹੀਂ ਯਾਰ ਇਹ ਕਿਤੇ ਪੈਸੇ ਨਿਕਲ ਆਉਣੇ ਨੇ ਤੇ ਜੇਲ੍ਹ ਵੀ ਜਾਣਾ ਪੈਣਾ, ਜਦੋਂ ਸਾਡੇ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਦੇ ਉੱਤੇ ਕਾਨੂੰਨ ਹੀ ਨਹੀਂ ਹੈਗਾ। ਮੈਂ ਤੇ ਇੱਕ ਦਿਨ ਇਹ ਵੀ ਗੱਲ ਕਹੀ ਸੀ ਕਿ ਚੋਣ ਮੈਨੀਫੈਸਟੋ ਜਿਹੜਾ ਆਉਂਦਾ, ਚਾਹੇ ਉਹ ਤੁਸੀਂ ਲੈ ਕੇ ਆਓ ਚਾਹੇ ਮੈਂ ਲੈ ਕੇ ਆਵਾਂ। ਮੈਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੀਗਾ ਤੇ ਉਦੋਂ ਉਹਨਾਂ ਨੂੰ ਸਲਾਹ ਦਿੱਤੀ ਤੇ ਕਹਿੰਦੇ ਨਹੀਂ ਇਹ ਪੋਸੀਬਲ ਨਹੀਂ ਹੈਗਾ। ਮੈਂ ਕਿਹਾ ਸੀ ਜਿਹੜੀ ਪਾਰਟੀ ਚੋਣ ਮੈਨੀਫੈਸਟੋ ਲੈ ਕੇ ਆਉਂਦੀ, ਜਿਵੇਂ ਇਹ ਲੈ ਕੇ ਆਉਂਦੇ ਨੇ, ਜੇ ਉਹਨੂੰ ਪੂਰਾ ਨਹੀਂ ਕਰਦੀ ਤੇ ਪਬਲਿਕ ਦੀਆਂ ਫੀਲਿੰਗਸ ਦੇ ਨਾਲ ਖਿਲਵਾੜ ਹੈ, ਇਹਨਾਂ ਦੇ ਉੱਤੇ ਕੋਈ 295 ਜਾਂ ਜਿਹੜਾ ਧਾਰਾ ਬਣਦੀ ਉਹਦੇ ਉੱਤੇ 420 ਦਾ ਪਰਚਾ ਦਰਜ ਹੋਣਾ ਚਾਹੀਦਾ ਔਰ ਉਸ ਤੋਂ ਬਾਅਦ ਉਹਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਹੈ ਕਿ ਤੂੰ ਚੋਣ ਨਹੀਂ ਲੜ ਸਕਦਾ। ਤੇ ਜੇ ਉਹ ਆਪਣੇ 5 ਸਾਲਾਂ 'ਚ ਉਹਨੂੰ ਨਾ ਪੂਰਾ ਕਰੇ ਤਾਂ ਉੱਤੇ ਪਾਬੰਦੀ ਲਾਓ। ਪਰ ਕੋਈ ਲੈ ਕੇ ਕਾਨੂੰਨ ਆਉਣ ਨੂੰ ਤਿਆਰ ਨਹੀਂ। ਜਿਹੜਾ ਮਰਜ਼ੀ ਜੋ ਮਰਜ਼ੀ ਝੂਠ ਕੈਲੰਡਰ ਤੇ ਛਾਪ ਕੇ ਦੇ ਦਿੰਦਾ, ਮੈਂ ਆਹ ਦੇਵਾਂਗਾ ਉਹਦੇ ਉੱਤੇ ਉਹਦੀ ਕੋਈ ਜਵਾਬਦੇਹੀ ਨਹੀਂ ਹੈਗੀ। ਮੈਂ ਵੀ ਇਕੱਲਾ ਜਾਂ ਤੁਸੀਂ ਵੀ ਇਕੱਲੇ, ਇਹ ਨਹੀਂ ਕਿ ਅਸੀਂ ਕੋਈ ਗਰੰਟੀ ਨਹੀਂ ਕਰ ਸਕਦੇ ਕਿ ਤੁਹਾਡੇ ਮਨ 'ਚ ਕੱਲ੍ਹ ਨੂੰ ਕਰਪਸ਼ਨ ਨਹੀਂ ਆ ਸਕਦੀ ਜਾਂ ਤੁਸੀਂ ਭ੍ਰਿਸ਼ਟ ਨਹੀਂ ਹੋ ਸਕਦੇ ਜਾਂ ਮੈਂ ਨਹੀਂ ਹੋ ਸਕਦਾ। ਇਹਦੇ ਉੱਤੇ ਵੀ ਕੋਈ ਕਾਨੂੰਨ ਸਖਤ ਹੋਣਾ ਚਾਹੀਦਾ ਕਿ ਜਿਹੜੇ ਬੰਦੇ ਨੇ ਦੇਸ਼ ਦਾ ਪੈਸਾ ਖਾਧਾ, ਜਿਹੜੇ ਬੰਦੇ ਨੇ ਜਨਤਾ ਦਾ ਪੈਸਾ ਖਾਧਾ, ਉਹਨੂੰ ਸਜ਼ਾ ਹੀ ਇਹੋ ਜਿਹੀ ਲਾਮਿਸਾਲ ਹੋਣੀ ਚਾਹੀਦੀ ਹੈ ਕਿ ਉਸ ਤੋਂ ਬਾਅਦ ਦੂਜਾ ਕੋਈ ਹਿੰਮਤ ਨਾ ਕਰ ਸਕੇ ਤੁਹਾਡੇ ਕੋਲ ਇਮਾਨਦਾਰ ਬੰਦਿਆਂ
ਬੰਦਿਆਂ ਦੀ ਟੀਮ ਹੀ ਨਹੀਂ ਆ ਸਕਦੀ। ਮੇਰੇ ਕੋਲ ਲਿਖ ਕੇ ਲੈ ਲਓ, ਜਿਹੜੀ ਮਰਜ਼ੀ ਸਰਕਾਰ ਆ ਜੇ, ਕਿਤੇ ਨਾ ਕਿਤੇ ਉਹਦੇ ਮਨ ਦੇ ਵਿੱਚ ਚੋਰੀ, ਕੋਈ ਸਾਈਡ ਤੋਂ ਕੋਈ ਟੋਪੀ, ਕੋਈ ਐਂ ਘੁਮਾਉਣ ਦੀਆਂ ਗੱਲਾਂ ਜ਼ਰੂਰ ਚੱਲਣਗੀਆਂ। ਸਾਡੇ ਦੇਸ਼ 'ਚ ਵੀ ਇੱਕ ਕਾਨੂੰਨ ਆਉਣਾ ਚਾਹੀਦਾ। ਚਾਈਨਾ ਦੇ ਵਿੱਚ ਹੈ, ਬਾਹਰਲੇ ਮੁਲਕਾਂ 'ਚ ਹੈ, ਕੋਈ ਵੀ ਬੰਦਾ ਉੱਥੇ ਲੈ ਆਉਂਦੇ ਨਾ ਮਿੰਟੋ ਮਿੰਟੀ ਉਹ ਮਹਾਭਿਯੋਗ ਆ ਗਿਆ। ਸਾਡੇ ਕਿਉਂ ਨਹੀਂ ਹੁੰਦਾ? ਐਡੇ ਐਡੇ ਵੱਡੇ ਮੰਤਰੀਆਂ ਦੇ ਉੱਤੇ, ਐਡੇ ਐਡੇ ਵੱਡੇ ਮਤਲਬ ਪੋਲੀਟੀਸ਼ੀਅਨ ਦੇ ਉੱਤੇ ਇਲਜ਼ਾਮ ਲੱਗਦੇ ਨੇ। ਕਿਹੜਾ ਬੰਦਾ ਜੇਲ੍ਹ ਦੇ ਵਿੱਚ ਗਿਆ? ਜੇਲ੍ਹ 'ਚ ਉਦੋਂ ਬੰਦਾ ਜਾਂਦਾ ਜਦੋਂ ਕਿਸੇ ਪਾਰਟੀ ਨੂੰ ਖਤਰਾ ਮਹਿਸੂਸ ਹੁੰਦਾ, ਔਰ ਉਸ ਤੋਂ ਬਾਅਦ ਉਹ ਪਾਰਟੀ ਪਾਵਰ 'ਚ ਹੁੰਦੀ ਹੈ। ਫਿਰ ਉਹਦੇ ਚਾਹੇ ਉਹਨੇ ਚੋਰੀ ਕੀਤੀ ਹੈ ਜਾਂ ਨਹੀਂ ਕੀਤੀ, ਫਿਰ ਉਹਦੇ ਤੇ ਗੁਨਾਹ ਨਾਲ ਹੀ ਸਜ਼ਾ ਦੇ ਦਿਓ ਨਾ, ਜੇ ਉਹਨੇ ਮਤਲਬ ਸੂਬੇ ਨੂੰ ਲੁੱਟਿਆ। ਤੁਸੀਂ ਚੋਣ ਲੜ ਰਹੇ ਹੋ ਇਸ ਵਾਰ? ਦੇਖੋ, ਮੈਂ ਅੱਗੇ ਵੀ ਬਾਰ-ਬਾਰ ਇਹ ਗੱਲ ਕਹੀ ਆ, ਮੈਂ ਕੋਈ ਮੁੱਕਰਦਾ ਨਹੀਂ, ਮੈਂ ਸਿਆਸੀ ਬੰਦਾ, ਮੈਂ ਲੜਨਾ ਚਾਹੁੰਦਾ, ਪਰ ਕੋਈ ਚੰਗਾ ਪਲੇਟਫਾਰਮ, ਚੰਗੇ ਸੁਹਿਰਦ, ਮੈਨੂੰ ਤੇ ਹੁਣ ਨਾ ਕਿਸੇ ਪਾਰਟੀ ਚੱਲ ਜਾਣਾ ਚਾਹੀਦਾ ਸੀ। ਸਾਰੇ ਮੈਨੂੰ ਅਪਰੋਚ ਕੀਤੀ, ਪਰ ਕੇਵਲ ਲਾਰਿਆਂ ਦੇ ਨਾਲ ਕੱਲ ਨੂੰ ਮੈਂ ਚੋਣ ਜਿੱਤ ਵੀ ਜਾਣਾ, ਇਹੋ ਵਾਅਦੇ ਲੋਕ ਮੇਰੇ ਕੋਲੋਂ ਵੀ ਜਵਾਬ ਮੰਗਣਗੇ। ਜੇ ਕੱਲ ਨੂੰ ਮੈਨੂੰ ਜਵਾਬ ਨਾ ਦਿੱਤੇ ਗਏ ਤਾਂ ਫਿਰ ਜਿੰਨੀ ਕੁ ਮੈਨੂੰ ਇੱਜ਼ਤ ਲੋਕ ਦਿੰਦੇ ਨੇ, ਮੈਂ ਉਹਦੇ ਨਾਲ ਹੀ ਸੰਤੁਸ਼ਟ ਹਾਂ। ਪੰਜਾਬ ਨੂੰ ਕੋਈ ਮੌਕੇ ਦੇ ਉੱਤੇ ਰਿਜ਼ਲਟ ਕੌਣ ਦਿੰਦਾ, ਪੰਜਾਬ ਲਈ ਕੋਈ ਸੋਚ ਕੌਣ ਲੈ ਕੇ ਆਉਂਦਾ, ਪੰਜਾਬ ਲਈ ਕੋਈ ਰੋਡ ਮੈਪ ਕਿਹਨੇ ਤਿਆਰ ਕੀਤਾ? ਸਿੱਧੂ ਸਾਹਿਬ ਵੀ ਆਉਂਦੇ ਨੇ ਨਾ, ਮੈਂ ਨਵਾਂ ਪੰਜਾਬ ਮਾਡਲ, ਨਵਾਂ ਮਾਡਲ, ਤੇ ਮੈਂ ਤੁਹਾਨੂੰ ਗਰੰਟੀ ਨਾ ਕਹਿੰਦਾ, ਜੇ ਤੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਆ ਗਈ, ਸਿੱਧੂ ਸਾਹਿਬ ਮੁੱਖ ਮੰਤਰੀ ਬਣ ਗਏ ਤੇ ਸਿੱਧੂ ਸਾਹਿਬ ਸਰਗਰਮ ਰਹਿਣਗੇ। ਜਿੰਨ ਕੇ ਸਰਕਾਰ ਨਹੀਂ ਆਉਂਦੀ ਤੇ ਸਿੱਧੂ ਸਾਹਿਬ ਤੁਹਾਨੂੰ 5 ਸਾਲ ਲੱਭਣਗੇ ਨਹੀਂ। ਇਹੋ ਜਿਹੇ ਰੋਲ ਮਾਡਲ ਨਹੀਂ ਨਾ ਸਾਨੂੰ ਆਪਣੇ ਚਾਹੀਦੇ, ਜਾਂ ਇਹੋ ਜਿਹਾ ਮਾਡਲ ਪੰਜਾਬ ਨਹੀਂ ਨਾ ਚਾਹੀਦਾ। ਸਰਕਾਰ ਆਵੇ ਜਾਂ ਨਾ ਆਵੇ, ਤੁਸੀਂ ਕੇਵਲ ਜਿੱਤਣ ਲਈ ਨਾ ਲੜੋ, ਤੁਸੀਂ ਲੜਾਈ ਲਈ ਲੜੋ ਨਾ। ਮੈਂ ਪੰਜਾਬ ਲਈ ਲੜਨਾ, ਮੈਂ ਪੰਜਾਬ ਦੇ ਹੱਕਾਂ ਲਈ ਲੜਨਾ। ਨਹੀਂ ਵੀ ਸਰਕਾਰ ਆਉਂਦੀ, ਤੁਹਾਡਾ ਇੰਨੇ ਵੱਡੇ ਤੁਹਾਡੇ ਉੱਚੇ ਬੋਲ ਨੇ, ਦੁਨੀਆ ਤੁਹਾਨੂੰ ਸੁਣਦੀ ਆ, ਤੁਸੀਂ 2-2 ਸਾਲ ਗਾਇਬ ਹੋ ਜਾਂਦੇ ਹੋ ਔਰ ਫਿਰ ਆ ਕੇ ਕਹਿੰਦੇ ਹੋ ਕਿ ਮੈਂ ਹੀ ਪੰਜਾਬ ਲਈ ਲੜਨਾ, ਮੈਂ ਹੀ ਪੰਜਾਬ ਦਾ। 2 ਸਾਲ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਜਾਂਦੇ ਹੋ ਕਿ ਯਾਰ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ, ਸਾਰੇ ਪੰਜਾਬ ਤੋਂ ਤੁਸੀਂ ਆਸ ਰੱਖਦੇ ਹੋ। ਕੋਈ ਵੀ ਪੰਜਾਬ ਨੂੰ ਕੋਈ ਸੁਹਿਰਦ ਪੋਲੀਟੀਸ਼ੀਅਨ ਦਿਸੇ, ਕੋਈ ਮੈਪ ਤੇ ਦਵੇ ਨਾ, ਤੇ ਮੈਂ ਉਹਦੇ ਨਾਲ ਜਾਣ ਨੂੰ ਤਿਆਰ ਹਾਂ। ਚਾਹੇ ਉਹ 'ਚ ਬੀਜੇਪੀ ਹੋਵੇ, ਚਾਹੇ ਉਹਦੇ 'ਚ ਝਾੜੂ ਹੋਵੇ, ਚਾਹੇ ਉਹਦੇ 'ਚ ਅਕਾਲੀ ਹੋਣ, ਚਾਹੇ ਉਹਦੇ 'ਚ ਕਾਂਗਰਸੀ ਹੋਣ, ਕੋਈ ਚੰਗੇ ਬੰਦਿਆਂ ਦੀ ਟੀਮ ਤੇ ਆਵੇ ਭੌਂ ਕੇ। ਤੁਸੀਂ ਦੇਖੋ, ਕਾਂਗਰਸੀ ਵੀ ਕਹਿ ਰਹੇ ਆ ਕਿ ਉਹਨਾਂ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ, ਵਿਨਿੰਗ ਕੈਂਡੀਡੇਟ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ। ਅਕਾਲੀ ਦਲ ਨੇ ਵੀ ਮੇਜਰ ਮੈਜੋਰਟੀ 'ਚ ਉਹਨਾਂ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਿਨ੍ਹਾਂ ਪਿਛਲੇ 10 ਸਾਲ ਲੁੱਟਿਆ, ਤੇ ਕਾਂਗਰਸ ਦੇ 4.5 ਸਾਲ ਦੇ ਕਾਰਨਾਮੇ ਤੁਹਾਡੇ ਸਾਹਮਣੇ ਨੇ, ਤੇ ਫਿਰ ਉਹਨਾਂ ਨੂੰ ਟਿਕਟਾਂ ਦੇ ਰਹੇ ਆ, ਤੇ ਫਿਰ ਉਹਨਾਂ ਨਾਲ ਰਲ ਜਾਵਾਂ। ਫਿਰ ਕੀ ਪੰਜਾਬ ਨਵੇਂ ਨਰੋਏ ਪੰਜਾਬ ਦੀ ਆਸ ਰੱਖਦੇ ਹਾਂ ਅਸੀਂ ਸਾਰੇ। ਜੀ ਜੀ, ਮੈਂ ਨਹੀਂ ਕਹਿੰਦਾ ਮੈਂ ਦੁੱਧ ਧੋਤਾ, ਮੈਂ ਨਹੀਂ ਕਹਿੰਦਾ ਮਤਲਬ ਮੈਂ ਬੜਾ ਪਾਕ ਸਾਫ ਹਾਂ ਤੇ ਬਾਕੀ ਦੁਨੀਆ ਸਾਰੀ ਚੋਰ ਹੈ, ਪਰ ਮੇਰਾ ਇੱਕ ਮੰਨਣਾ ਹੈ ਯਾਰ, ਤੁਸੀਂ ਆਪਣੇ ਸੂਬੇ ਲਈ, ਆਪਣੇ ਦੇਸ਼ ਲਈ, ਆਪਣੇ ਸਮਾਜ ਲਈ ਕੰਮ ਜ਼ਰੂਰ ਕਰੋ, ਜਿਵੇਂ ਤੁਸੀਂ ਵੀ ਕਰਦੇ ਹੋ ਕਿ 90-95% ਤੁਸੀਂ ਆਪਣੇ ਸੂਬੇ ਦਾ ਸੋਚੋ, 5% ਤੁਸੀਂ ਆਪਣੇ ਪਰਿਵਾਰ ਦਾ। ਤੁਸੀਂ ਆਪਣੇ ਪਰਿਵਾਰ ਦਾ ਕਾਰੋਬਾਰ ਕਰੋ, ਮਤਲਬ ਕੋਈ ਇਹੋ ਜਿਹੇ ਕੰਮ ਕਰੋ ਕਿ ਜਿਹਦੇ ਨਾਲ ਤੁਹਾਡਾ ਪਰਿਵਾਰ ਵੀ ਸਫਰ ਨਾ ਹੋਵੇ, ਸਾਰਾ ਕੁਝ ਹੋਵੇ। ਪਰ ਇੱਥੇ ਉਲਟਾ ਹੁੰਦਾ, 95% ਆਪਣੇ ਪਰਿਵਾਰ ਲਈ ਤੇ ਆਪਣੇ ਲਈ ਕੰਮ ਕੀਤਾ ਜਾਂਦਾ, 5% ਲੋਕਾਂ ਲਈ ਕੀਤਾ ਜਾਂਦਾ, ਔਰ ਬੜੇ ਵੱਡੇ ਹੋਰਡਿੰਗ ਲਾਏ ਜਾਂਦੇ ਨੇ, ਬੜੇ ਵੱਡੀ ਮਤਲਬ ਵੀਡੀਓਜ਼ ਪਾਈਆਂ ਜਾਂਦੀਆਂ ਨੇ। ਉਹ 5% ਨਾਲ ਸਾਡੇ ਪੰਜਾਬ ਦਾ ਨਹੀਂ ਸਰਨਾ, ਤੁਹਾਡੇ ਦਿੱਤੇ 95% ਨਾਲ ਸਾਡਾ ਸਰਨਾ। ਨਹੀਂ ਤੇ ਕੋਈ ਹੱਲ ਮੈਨੂੰ ਤੇ ਨਜ਼ਰ ਨਹੀਂ ਆਉਂਦਾ। ਜੇ ਆਉਂਦਾ ਹੁੰਦਾ ਤੇ ਮੈਂ ਅੱਜ ਉਸ ਪਾਰਟੀ ਦੇ ਵਿੱਚ ਚਲੇ ਜਾਂਦਾ, ਮੈਂ ਤੇ ਉਹਨਾਂ ਦਾ ਕਾਰਕੁਨ ਬਣ ਕੇ ਤੇ ਕੰਮ ਕਰਦਾ ਉਹਨਾਂ ਦਾ। ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਧੰਨਵਾਦ ਭਾਜੀ, ਥੈਂਕ ਯੂ ਕਰਨ ਜੀ। ਤੇ ਸਨ ਮਨਦੀਪ ਸਿੰਘ ਮੰਨਾ, ਜਿਨ੍ਹਾਂ ਤੋਂ ਅਸੀਂ ਸਾਰੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕੀਤੀ ਆ। ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਮੈਂ ਗਗਨਦੀਪ ਰਟੌਲ, ਅੱਖਰ ਦੇ ਲਈ।